ਅੱਜ ਤੁਹਾਨੂੰ ਮਿਲਾਉਂਦੇ ਆ ਰਣਧੀਰ ਸਿੰਘ ਧੀਰਾ ਜੂਨੀਅਰ ਵਰਲਡ ਚੈਂਪੀਅਨ। ਇਹ ਰੋਸਤਮਾਂ ਦੇ ਪੀੜ੍ਹੀ ਦਰ ਪੀੜ੍ਹੀ ਜਿਹੜੀ ਇਹ ਰੈਸਲਿੰਗ ਦਾ ਇਹਨਾਂ ਦਾ ਪਰਿਵਾਰ ਆ। ਅੱਜ ਇਹਨਾਂ ਨਾਲ ਰੱਜ ਕੇ ਆਪਾਂ ਗੱਲਾਂ ਕਰਨੀਆਂ ਇਹਨਾਂ ਦੇ ਪਰਿਵਾਰ ਦੀਆਂ, ਇਹਨਾਂ ਨੇ ਕਿੰਨੀਆਂ ਕਿੰਨੀਆਂ ਮੱਲਾਂ ਮਾਰੀਆਂ। ਧੀਰਾ ਜੀ, ਆਪਣਾ ਤੁਹਾਡਾ ਬਹੁਤ ਸਵਾਗਤ ਹੈ। ਪਹਿਲਾਂ ਸਾਨੂੰ ਤੁਸੀਂ ਮੌਕਾ ਦਿੱਤਾ ਤਾਂ ਆਪਣੀ ਇੰਟਰਵਿਊ ਦਾ ਸਾਡੇ ਲਈ ਸਮਾਂ ਕੱਢਿਆ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਜਲੰਧਰ ਇੱਥੇ ਆਏ, ਘਰ ਆਏ। ਬੜੀ ਖੁਸ਼ੀ ਹੋਈ ਆ, ਕਿਉਂਕਿ ਆਪਾਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਦੋਂ ਕੁਸ਼ਤੀਆਂ ਹੁੰਦੀਆਂ, ਜਦੋਂ ਤੁਹਾਡੇ ਟਾਈਮ ਆਪਾਂ ਇਕੱਠੇ ਹੀ ਘੁਲਦੇ ਰਹੇ ਹਾਂ ਅਤੇ ਕੁਸ਼ਤੀਆਂ ਲੜਦੇ ਉਦੋਂ ਦੰਗਲਾਂ 'ਚ ਜਾਂ ਕਿਤੇ ਇਕੱਠੇ ਹੁੰਦੇ ਸੀ। ਅਤੇ ਹੁਣ ਕੈਨੇਡਾ ਵੀ ਤੁਹਾਡੇ ਕੋਲ ਗਏ, ਉੱਥੇ ਮਿਲੇ, ਬੜੀ ਖੁਸ਼ੀ ਹੁੰਦੀ ਹੈ ਮਿਲ ਕੇ। ਤੁਸੀਂ ਇੱਥੇ ਆਉਂਦੇ ਜੇ, ਦੰਗਲ ਬੜਾ ਵਧੀਆ ਦੰਗਲ ਕਰਾਉਂਦੇ ਜੇ ਤੁਸੀਂ, ਅਤੇ ਬੜੀ ਖੁਸ਼ੀ ਹੋਈ ਤੁਸੀਂ ਆਏ ਜੀ ਅੱਜ। ਵੈਲਕਮ ਤੁਹਾਡਾ ਪਹਿਲਾਂ ਜੀ ਆਇਆਂ ਨੂੰ ਇੱਥੇ। ਥੈਂਕ ਯੂ ਧੀਰਾ ਜੀ। ਆਪਣੇ ਤੁਸੀਂ ਆਪਾਂ ਪੂਰੀ ਰੱਜ ਕੇ ਆਪਾਂ ਕੋਲ ਸਮਾਂ ਹੈਗਾ, ਤੁਸੀਂ ਸ਼ੁਰੂ ਰੈਸਲਿੰਗ ਕਦੋਂ ਤੋਂ ਕੀਤੀ ਤਾਂ ਤੁਹਾਡਾ ਜਿਹੜਾ ਪਿੱਛੇ ਪਿੰਡ ਕਿਹੜਾ ਸੀਗਾ? ਐਕਚੁਅਲੀ ਸਾਡਾ ਪਿੰਡ ਜਿਹੜਾ ਹੈ ਪਹਿਲਾਂ ਅੰਮ੍ਰਿਤਸਰ ਜ਼ਿਲ੍ਹਾ ਸੀਗਾ ਅਤੇ ਹੁਣ ਅੱਜ ਕੱਲ੍ਹ ਤਰਨਤਾਰਨ ਬਣ ਗਿਆ। ਉਹਦੇ ਵਿੱਚ ਇੱਕ ਪਿੰਡ ਬਹੁਤ ਵੱਡਾ ਪਿੰਡ ਆ ਮਾਝੇ ਦਾ, ਸੁਰ ਸਿੰਘ, ਜਿੱਥੇ ਕਿ ਬੜੇ ਮਹਾਨ ਯੋਧੇ ਬਾਬਾ ਬਿਧੀ ਚੰਦ ਜੀ ਅਤੇ ਬੜੇ ਬੜੇ ਸੂਰਮੇ ਪੈਦਾ ਹੋਏ ਉੱਥੇ। ਅਤੇ ਉਹ ਪਿੰਡ ਜਿਹੜਾ ਇੱਕ ਬਾਅਦ ਵਿੱਚ ਪਹਿਲਵਾਨਾਂ ਦੇ ਨਾਂ ਦੇ ਨਾਲ ਪਿੰਡ ਜਾਣਿਆ ਜਾਂਦਾ ਹੈ ਅਤੇ ਮਹਾਂਪੁਰਖਾਂ ਦੀ ਬੜੀ ਕਿਰਪਾ ਆ ਉੱਥੇ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਚਰਨ ਛੋਹ ਧਰਤੀ ਆ। ਔਰ ਪੀੜ੍ਹੀ ਦਰ ਪੀੜ੍ਹੀ ਧੰਨ ਧੰਨ ਬਾਬਾ ਬਿਧੀ ਚੰਦ ਜੀ, ਉਹਨਾਂ ਦੀ ਗਾਂ 11ਵੀਂ ਗੱਦੀ ਧੰਨ ਬਾਬਾ ਦਇਆ ਸਿੰਘ ਜੀ, ਜੋ ਕਿ ਚਲਾਣਾ ਕਰ ਗਏ ਸੀ, ਅਤੇ ਉਹਨਾਂ ਤੋਂ ਬਾਅਦ ਜਿਹੜੀ 12ਵੀਂ ਗੱਦੀ ਆ ਬਾਬਾ ਅਵਤਾਰ ਸਿੰਘ ਜੀ, ਅਤੇ ਉਹਨਾਂ ਜਿਹੜੀ ਮਹਾਂਪੁਰਖਾਂ ਦੀ ਧਰਤੀ 'ਤੇ ਮੇਰਾ ਜਨਮ ਹੋਇਆ। ਕਿਆ ਬਾਤ ਹੈ ਜੀ, ਬਹੁਤ ਖੁਸ਼ੀ ਹੋਈ। ਰੈਸਲਿੰਗ ਜਿਹੜੀ ਆ ਸਾਡੀ ਇੱਕ ਕਹਿੰਦੇ ਹੁੰਦੇ ਆ ਨਾ, ਇੱਕ ਖੂਨ ਦੇ ਵਿੱਚ ਆ, ਜਾਂ ਮਤਲਬ ਸਮਝ ਲਓ ਵੀ ਸਾਡੀ ਸ਼ੁਰੂਆਤ ਜਿਹੜੀ ਹੈਗੀ ਆ ਪਿੰਡ ਲੈਵਲ ਤੋਂ ਜਿੱਦਾਂ ਸ਼ੁਰੂ ਕੀਤੀ। ਜਿੱਦਾਂ ਮੈਂ ਪਹਿਲਾਂ ਜ਼ਿਆਦਾ ਐਡਾ ਸਰੀਰਕ ਪੱਖੋਂ ਇੰਨਾ ਵਧੀਆ ਨਹੀਂ ਸੀਗਾ, ਮੈਂ ਬੜਾ ਕਮਜ਼ੋਰ ਸੀ, ਕਿਉਂਕਿ ਬਚਪਨ ਦੇ ਵਿੱਚ ਕੁਛ ਜਦੋਂ ਕਹਿੰਦੇ ਨਾ ਬਰਥ ਹੋਇਆ, ਬਰਥ ਦੇ ਵਿੱਚ ਕੋਈ ਪ੍ਰੋਬਲਮ ਜਿੱਦਾਂ ਆਈ, ਅਤੇ ਇੱਕ ਵਾਰ ਤਾਂ ਡਾਕਟਰਸ ਨੇ ਵੀ ਕਹਿ ਦਿੱਤਾ ਸੀਗਾ ਵੀ ਇਹ ਸ਼ਾਇਦ ਪਰਮਾਤਮਾ, ਅਤੇ ਉਹ ਬੜੀ ਕਿਰਪਾ ਸੀ, ਕਿਉਂਕਿ ਜੇ ਇਸ ਕਹਿੰਦੇ ਹੁੰਦੇ ਆ ਜੇ ਉਮਰ ਦਿੱਤੀ ਮਹਾਂਪੁਰਖ ਬਾਬਾ ਜੀ ਨੇ, ਅਤੇ ਉਹ ਜਿਹੜੀ ਆ ਉਹ ਕਿਸੇ ਸਗਾਰ 'ਤੇ ਲੱਗੇ, ਅਤੇ ਬੜੀ ਵਧੀਆ ਗੱਲ ਆ। ਅਤੇ ਉਹ ਜਿਹੜੀ ਸਾਡਾ ਜਿਹੜਾ ਇੱਕ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ, ਕਿਉਂਕਿ ਪਹਿਲਾਂ ਸਾਡੇ ਦਾਦਾ ਜੀ ਉਹਨਾਂ ਨੇ ਪਹਿਲਵਾਨੀ ਕੀਤੀ, ਫਿਰ ਸਾਡੇ ਜਿੰਨੇ ਮੇਰੇ ਪਿਤਾ ਜੀ, ਉਹਨਾਂ ਤੋਂ ਛੋਟੇ ਚਾਚਾ ਜੀ ਸਰਦਾਰ ਅਮਰ ਸਿੰਘ ਜੀ, ਗੁਰਚਰਨ ਸਿੰਘ, ਪਹਿਲਵਾਨ ਕਰਤਾਰ ਸਿੰਘ, ਤਾਂ ਸਾਰੇ ਜਾਣਦੇ ਹੀ ਆ। ਉਸ ਤੋਂ ਬਾਅਦ ਸਰਵਣ ਸਿੰਘ, ਰੁਸਤਮ, ਸਾਰੇ ਹੋਏ ਆ। ਅਤੇ ਮੈਂ ਜਦੋਂ ਸ਼ੁਰੂਆਤ ਇਹਨਾਂ ਦੇ ਨਾਲ ਜਿੱਦਾਂ ਕੈਂਪ ਲੱਗਦੇ ਸੀ, ਤੁਸੀਂ ਉਦੋਂ ਹੁੰਦੇ ਸੀਗੇ, ਕੈਂਪਾਂ ਦੇ ਵਿੱਚ ਚੱਲ ਜਾਣਾ ਅਤੇ ਨਾਲ ਕਹਿਣਾ ਵੀ ਚੱਲ ਬਦਾਮ, ਆਪਾਂ ਨੇ ਭਲਵਾਨੀ 'ਤੇ ਹੀ ਬਦਾਮ ਰਗੜਦਾ, ਦੁੱਧ ਲੈਣ ਦਾ, ਅਤੇ ਮਤਲਬ ਰੋਟੀ ਪਾਣੀ ਬਣਾਤੀ। ਅਤੇ ਉਹ ਚੀਜ਼ ਸ਼ੁਰੂਆਤ ਉੱਥੋਂ ਸੀਗੀ। ਜਦੋਂ ਛੁੱਟੀ ਹੋਣੀ ਅਤੇ ਛੁੱਟੀ ਦੇ ਵਿੱਚ ਲੈ ਜਾਣਾ ਮੈਨੂੰ, ਉਹਨਾਂ ਨੇ ਕਹਿਣਾ ਵੀ ਚੱਲ 2 ਮਹੀਨੇ ਨਾਲੇ ਛੁੱਟੀਆਂ ਵਾ, ਅਤੇ ਨਾਲੇ ਸਾਡੇ ਉੱਥੇ ਕੈਂਪ ਲੱਗਦੇ ਜ਼ਿਆਦਾ ਉਦੋਂ ਪਟਿਆਲੇ ਦੇ ਵਿੱਚ, ਲੈ ਉਹ ਬਦਾਮ ਦੁੱਧ ਜੇ ਉਹ। ਅਤੇ ਉਦੋਂ ਮੈਂ ਐਕਚੁਅਲੀ ਮੇਰੇ ਸਿਰ 'ਤੇ ਵੀ ਜੂੜਾ ਹੁੰਦਾ ਸੀਗਾ, ਅਤੇ ਸਰਦਾਰ ਸੁਰਿੰਦਰ ਸਿੰਘ ਸੋਢੀ ਅਤੇ ਸਰਦਾਰ ਸਰਜੀਤ ਸਿੰਘ ਜੀ, ਉਹਨਾਂ ਨੇ ਨਾ ਮੈਨੂੰ ਉਦੋਂ ਉਹਨਾਂ ਦੇ ਕੈਂਪ ਲੱਗਦੇ ਸੀ ਨਾਲ ਹਾਕੀ ਦਾ ਵੀ, ਅਤੇ ਮੈਨੂੰ ਕਹਿੰਦੇ ਵੀ ਇੱਕ ਹਾਕੀ ਦਿੱਤੀ, ਤੂੰ ਹਾਕੀ ਖੇਡਿਆ ਕਰ, ਤੇਰਾ ਸਰੀਰ ਅਤੇ ਇੱਦਾਂ ਹੀ ਆ, ਮਤਲਬ ਪਤਲਾ ਆ ਤੂੰ, ਅਤੇ ਪਹਿਲਵਾਨ ਤਾਂ ਮੈਨੂੰ ਲੱਗਦਾ ਨਹੀਂ ਤੂੰ ਸ਼ਾਇਦ ਬਣੇ ਸਰੀਰ ਪੱਖੋਂ, ਅਤੇ ਤੂੰ ਹਾਕੀ ਖੇਡਿਆ ਕਰ। ਮੈਨੂੰ ਹਾਕੀ ਦਿੱਤੀ ਇੱਕ ਉਹਨਾਂ ਨੇ, ਅਜੇ ਤੱਕ ਮੇਰੇ ਕੋਲ ਹਾਕੀ ਪਈ ਆ। ਮੈਂ ਬਦਾਮ ਰਗੜਨੇ, ਦੁੱਧ ਲਿਆਉਣਾ ਉੱਥੋਂ ਬਾਹਰੋਂ, ਆਪਾਂ ਗੇਟ 'ਤੇ ਤੁਹਾਨੂੰ ਪਤਾ ਹੀ ਆਪਣੇ ਕੇਸਰ ਸਿੰਘ ਪਹਿਲਵਾਨ, ਉਹਨਾਂ ਦੀ ਡੇਅਰੀ ਹੁੰਦੀ ਸੀ, ਅਤੇ ਉੱਥੋਂ ਮੈਂ ਦੁੱਧ ਲਿਆਉਣਾ, ਦੁੱਧ ਲਿਆ ਕੇ ਫਿਰ ਮੈਂ ਗਰਮ ਕਰਕੇ ਬਦਾਮ ਰਗੜ ਕੇ ਰੱਖ ਕੇ ਚਾਚਾ ਜੀ ਉਹਨਾਂ ਨੂੰ ਮਿਹਨਤ ਕਰਨ ਜਾਣਾ, ਮੈਂ ਹਾਕੀ ਲੈ ਕੇ ਆਪਣੀ ਪਹੁੰਚ ਜਾਣਾ ਉੱਥੇ। ਅਤੇ ਉਸ ਤੋਂ ਬਾਅਦ ਜਦੋਂ ਕਹਿੰਦੇ ਨਾ, ਜਦੋਂ ਜਿਹੜੀ ਚੀਜ਼ ਆਪਾਂ ਦੇਖਦੇ ਹਾਂ ਜਾਂ ਜਿਹਦੇ 'ਚ ਵਿਚਰਦੇ ਹਾਂ ਉਹੀ ਚੀਜ਼ ਕਰਦਾ। ਫਿਰ ਉਸ ਤੋਂ ਬਾਅਦ ਜਦੋਂ ਕੈਂਪ ਖਤਮ ਹੋ ਜਾਣੇ, ਫਿਰ ਮੈਂ ਘਰ ਆ ਜਾਣਾ, ਘਰ ਫਿਰ ਉਹੀ ਖੇਤੀਬਾੜੀ ਨਾਲ ਕਰਾਉਂਦਾ ਸੀ, ਨਾਲ ਪੜ੍ਹਦਾ ਸੀਗਾ। ਫਿਰ ਜਦੋਂ ਚਾਚਾ ਜੀ ਸ਼ੁਰੂ ਤੋਂ ਜ਼ਿਆਦਾ ਕੈਂਪਾਂ ਤੋਂ ਬਾਅਦ ਘਰ ਬਹੁਤ ਘੱਟ ਆਉਂਦੇ ਹੁੰਦੇ ਸੀ, ਉਹ ਜ਼ਿਆਦਾ ਉਹਨਾਂ ਨੇ ਫਿਰ ਰਹਿਣਾ ਉੱਥੇ ਗੁਰੂ ਹਨੂੰਮਾਨ ਜੀ ਦੇ ਅਖਾੜੇ, ਦਿੱਲੀ ਰਹੇ ਆ ਜ਼ਿਆਦਾ, ਮਤਲਬ ਉੱਥੇ ਹੀ ਰਹੇ। ਫਿਰ 1972 ਤੋਂ ਬਾਅਦ ਜ਼ਿਆਦਾ ਦਿੱਲੀ ਖਾੜੇ, ਚਾਚਾ ਜੀ ਛੋਟੇ ਦੋਨੋਂ ਹੀ, ਅਤੇ ਮੈਂ ਵੀ ਫਿਰ ਉਦੋਂ ਨਾਲ ਚੱਲ ਜਾਣਾ ਅਖਾੜੇ 'ਚ। ਫਿਰ ਅਖਾੜੇ ਦੇ ਵਿੱਚ ਤਾਂ ਫਿਰ ਉੱਥੇ ਪਹਿਲਵਾਨੀ, ਫਿਰ ਆਪਾਂ ਹਾਕੀ ਹੁਕੀ ਭੁੱਲ ਗਈ, ਫਿਰ ਪਹਿਲਵਾਨੀ। ਫਿਰ ਉੱਥੋਂ ਇੱਕ ਪਹਿਲਵਾਨ ਹੋਇਆ ਓਲੰਪੀਅਨ, ਮਹਾਵੀਰ ਸਿੰਘ, ਭੂਰੂ ਕਹਿੰਦੇ ਸੀ, ਤੁਸੀਂ ਜਾਣਦੇ ਹੀ ਉਹਨੂੰ। ਓਲੰਪਿਕ 'ਚੋਂ ਬਹੁਤ ਵਧੀਆ ਪਹਿਲਵਾਨ ਸੀ, ਓਲੰਪਿਕ 'ਚੋਂ 5ਵੇਂ ਸਥਾਨ ਆਇਆ ਸੀਗਾ। ਅਤੇ
ਜਿਹੜਾ ਉਹਦਾ 골ਡ ਆਇਆ ਸੀਗਾ ਨਾ, ਜਿਹੜਾ ਪਹਿਲਵਾਨ ਉਹਨੂੰ ਉਹਨੇ ਹਰਾਇਆ ਸੀਗਾ। ਠੀਕ ਹੈ। ਇੰਨਾ ਵਧੀਆ ਪਹਿਲਵਾਨ ਸੀਗਾ। ਠੀਕ ਹੈ ਜੀ। ਉਹ ਵੀ ਉਸੇ ਅਖਾੜੇ 'ਚ ਹੀ ਕਰਦਾ ਸੀਗਾ ਪਹਿਲਵਾਨੀ। ਹਾਂਜੀ, ਹਾਂਜੀ। ਤੇ ਉਹ ਮੈਨੂੰ ਨਾ ਇੱਕ ਦਿਨ ਚੋਰੀ ਚਾਚੇ ਤੋਂ ਲੈ ਗਿਆ, ਕਿਉਂਕਿ ਸਾਡੇ ਮਹਾਂਪੁਰਖਾਂ ਨੂੰ ਮੰਨਦੇ ਤੇ ਜੂੜਾ ਛੇ ਕਹਿੰਦੇ ਵੀ ਜੇ ਪਹਿਲਵਾਨ ਬਣੂਗਾ ਤੇ ਕਟਵਾ ਦਾਂਗੇ, ਨਹੀਂ ਆ ਤੇ ਫਿਰ ਵੇਖਾਂਗੇ। ਹਾਂਜੀ, ਹਾਂਜੀ। ਉਹ ਮੈਨੂੰ ਇੱਕ ਚਾਚੇ ਤੋਂ ਚੋਰੀ ਦੁਪਹਿਰੇ ਲੈ ਗਿਆ ਤੇ ਮੇਰੇ ਵਾਲ ਕਟਵਾ ਲਿਆ। ਅੱਛਾ ਅੱਛਾ। ਕਹਿੰਦਾ ਤੈਨੂੰ ਭਲਵਾਨ ਬਣਾਉਣ ਤੋਂ ਬਾਅਦ ਦੱਸਣਾ। ਉਹ ਮੈਂ ਜਦੋਂ ਮੈਂ ਨਾ ਮੇਰੇ ਲਾਗੋਂ ਲੰਘਦਾ ਹੁੰਦਾ ਸੀ, ਮੇਰਾ ਜੂੜਾ ਹੁੰਦਾ ਐ ਕਰਕੇ ਪੌਂ ਪੌਂ ਕਰਕੇ ਦੌੜਦਾ ਹੁੰਦਾ ਸੀ, ਅੱਛਾ, ਮੈਨੂੰ ਬੜਾ ਛੇੜਦਾ ਹੁੰਦਾ ਅੱਛਾ ਸੀ। ਅੱਛਾ। ਫਿਰ ਮੈਂ ਨਾ ਇਹ ਫਿਰ ਸੋਚਿਆ ਵੀ ਜੇ ਹੁਣ ਮਹਾਂਪੁਰਖਾਂ ਦੇ ਕਹਿੰਦੇ ਹੁੰਦੇ ਆ ਨਾ, ਜੇ ਆਪਾਂ ਇਹਨਾਂ ਵਾਲਾਂ ਦੀ ਫਿਰ ਕੀਤੀ ਆ ਤੇ ਹੁਣ ਕਿਸੇ ਸਗਾਰ ਤੇ ਲਾਈਏ ਇਹਨੂੰ, ਫਿਰ ਮੈਂ ਉਦੋਂ ਤੋਂ ਪਹਿਲਵਾਨੀ ਫਿਰ ਮੈਂ ਸ਼ੁਰੂ ਕੀਤੀ ਤੇ ਫਿਰ ਤੇ ਮਹਾਰਾਜ ਦੀ ਕਿਰਪਾ ਚੱਲ ਫਿਰ ਤੇ ਕਿਆ ਬਾਤ ਹੈ ਜੀ। ਆਪਣੇ ਕਦੇ ਰਣਧੀਰ ਸਿੰਘ ਨੇ ਉਦੋਂ ਪਹਿਲਾਂ ਸਟਾਰਟਿੰਗ 'ਚ ਸੋਚਿਆ ਸੀ ਵੀ ਮੈਂ ਵਰਲਡ ਚੈਂਪੀਅਨ ਬਣੂੰਗਾ, ਮੈਂ ਰੁਸਤਮ ਬਣੂੰਗਾ, ਇਹ ਮਨ 'ਚ ਪਹਿਲਾਂ ਖਿਆਲ ਆਇਆ ਕਿ ਬਾਅਦ 'ਚ ਕਰਨ ਤੋਂ ਨਹੀਂ, ਬਾਅਦ? ਇਹ ਤੇ ਖਿਆਲ ਮੈਂ ਕਦੀ ਸੋਚਿਆ ਵੀ ਨਹੀਂ ਵੀ ਮੈਂ ਪਹਿਲਵਾਨ ਬਣ ਜੂ, ਕਿਉਂਕਿ ਮੈਨੂੰ ਤਾਂ ਲੋਕ ਵੀ ਕਹਿੰਦੇ ਸੀ ਤੂੰ ਪਹਿਲਵਾਨ ਸਰੀਰਕ ਪੱਖੋਂ ਜਿੱਦਾਂ ਦਾ ਹੈਗਾ ਪਹਿਲਵਾਨੀ ਸ਼ਾਇਦ ਬਣੇਗਾ ਤੂੰ, ਕਿਉਂਕਿ ਬਹੁਤ ਜ਼ਿਆਦਾ ਸਲਿਮ ਸੀਗਾ ਮੈਂ। ਤੇ ਫਿਰ ਜਦੋਂ ਨਾਲ ਰਹਿਣਾ, ਤੁਹਾਨੂੰ ਪਤਾ ਬਦਾਮ ਦੁੱਧ ਜਿਹੜਾ ਦੇਖੋ ਕਹਿੰਦੇ ਹੁੰਦੇ ਜਿਹੜੀ ਜਦੋਂ ਆਪਾਂ ਬਣਾਉਣੇ ਆ ਨਾ ਚੀਜ਼, ਤੇ ਜਦੋਂ ਐਂਡ ਵਾਲਾ ਚੀਜ਼ ਰਹਿ ਜਾਂਦੀ ਨਾ, ਤਾਕਤ ਸਾਰੀ ਉਹ 'ਚ ਰਹਿ ਜਾਂਦੀ ਹੈ। ਜਦੋਂ ਉਹ ਕਹਿੰਦੇ ਖਾਣਾ, ਫਿਰ ਭਲਵਾਨਾਂ ਦਾ ਝੂਟਾ ਖਾਣਾ ਤੇ ਫਿਰ ਉਹ ਤੇ ਫਿਰ ਤਾਕਤ ਤੇ ਆਉਣੀ ਆ। ਤੇ ਫਿਰ ਜਦੋਂ 1983 ਦੇ ਵਿੱਚ ਮੈਂ ਸ਼ੁਰੂ ਕੀਤੀ ਤੇ 83 ਦੇ ਵਿੱਚ ਮੇਰੇ ਫਿਰ ਇੱਕ ਨਾ ਫਗਵਾੜੇ ਇੱਥੇ ਆਪਣੇ ਕੈਂਪ ਲੱਗਾ ਸੀ, ਜਦੋਂ ਆਪਣੇ ਇੱਕ ਭਾਰਤ ਕੇਸਰੀ ਦੰਗਲ ਹੋਇਆ ਨਾ ਜਦੋਂ ਦਿੱਲੀ, ਤੇ ਇੱਥੇ ਆਪਣੇ ਸਾਰੇ ਜਿੰਨੇ ਭਲਵਾਨ ਸੀ, ਸਾਰੇ ਭਲਵਾਨ ਜੀ ਸੁਰਿੰਦਰ ਸ਼ਿੰਦਾ, ਗੁਰਮੁਖ ਪਹਿਲਵਾਨ, ਸਨੀ, ਸਾਰੇ ਜਿੰਨੇ ਟੌਪ ਦੇ ਪਹਿਲਵਾਨ ਸੀ ਇੱਥੇ ਫਗਵਾੜੇ ਸਟਾਰ 'ਚ ਮਿਲ 'ਚ ਇੱਥੇ ਪਹਿਲ ਜੋਰੀ ਕਰਦੇ ਸੀ। 83 ਦੀ ਗੱਲ ਆ ਗਈ। 83 ਤੇ ਉਦੋਂ ਫਿਰ ਮੇਰੇ ਉਦੋਂ ਇੱਥੇ ਹੱਸਦੇ ਸੱਟ ਲੱਗੀ, ਟੁੱਟ ਗਿਆ ਸੀ ਤੇ ਫਿਰ ਮੇਰੇ 6 ਮਹੀਨੇ ਮੈਂ ਫਿਰ ਰੈਸਟ ਤੇ ਰਿਹਾ। ਫਿਰ ਜਦੋਂ ਦੰਗਲ ਖਤਮ ਹੋਇਆ, ਫਿਰ ਦੁਬਾਰਾ ਦਿੱਲੀ ਫਿਰ ਉਹ ਸ਼ੁਰੂਆਤ ਫਿਰ ਚੱਲਦੀ ਰਹੀ। ਦਿੱਲੀ ਤੁਸੀਂ ਆਪਾਂ ਕਿਹੜੇ ਖਾੜੇ 'ਚ ਰਹੇ? ਦਿੱਲੀ ਗੁਰੂ ਹਨੂੰਮਾਨ ਜੀ ਖਾੜੇ। ਹਨੂੰਮਾਨ ਦੇ ਖਾੜੇ 'ਚ ਰਹੇ। ਗੁਰੂ ਹਨੂੰਮਾਨ ਜੀ ਦਾ ਖਾੜਾ ਜਿਹੜਾ ਸੀਗਾ ਨਾ ਜੀ, ਉਹ ਗੁਰੂ ਜੀ ਦਾ ਇੰਨਾ ਕੁ ਡਰ ਸੀਗਾ ਨਾ ਲੋਕਾਂ ਨੂੰ। ਉੱਥੇ ਦੇਖ ਲਓ ਜੀ, ਅੱਜ ਤੱਕ ਆਵੇ ਕੋਈ ਰੇਡੀਓ ਤੱਕ ਨਹੀਂ ਰੱਖ ਸਕਦਾ ਇੱਥੇ, ਤੇ ਇੰਨੀ ਉਹਨਾਂ ਦੀ ਕੰਟਰੋਲ ਸੀਗਾ ਗੁਰੂ ਜੀ ਦਾ। ਔਰ ਨਾ ਕੋਈ ਬਾਹਰ ਉਹਨਾਂ ਨੂੰ ਮਿਲ ਨਾ ਸਕਦਾ ਸੀਗਾ, ਕੋਈ ਜਿਹੜੇ ਪਹਿਲਵਾਨ ਜਿਹੜੇ ਉੱਥੇ ਰਹਿੰਦੇ ਸੀਗੇ, ਨਾ ਕੋਈ ਮਿਲ ਨਾ ਸਕਦਾ ਸੀ, ਨਾ ਕੋਈ ਫਿਲਮ ਬਾਹਰ ਦੇਖਣ ਜਾ ਸਕਦਾ ਸੀ। ਉੱਥੇ ਦੋ ਹੀ ਕੰਮ ਸੀ, ਸਵੇਰੇ ਉੱਠਣਾ 4 ਵਜੇ ਸਾਰਿਆਂ ਨੂੰ ਉਠਾ ਦਿੰਦੇ ਸੀਗੇ। ਪਹਾੜੀ ਹੈ ਇੱਕ ਉੱਥੋਂ ਮਤਲਬ 2-3 ਕਿਲੋਮੀਟਰ ਤੇ ਸਵੇਰੇ ਤੜਕੇ 4 ਵਜੇ ਉੱਠ ਕੇ ਦੌੜ ਲਾ ਕੇ ਜਾਣਾ ਤੇ ਉੱਥੇ ਸਪਾਟੇ ਵਗੈਰਾ ਲਗਾ ਕੇ ਫਿਰ ਵਾਪਸ ਜਦੋਂ ਖਾੜੇ ਆਣ ਕੇ, ਤੇ ਜਿਹੜੇ ਵੱਡੇ ਪਹਿਲਵਾਨ ਸੀ ਉਹ ਆਣ ਕੇ ਥੋੜਾ ਬੜਾ ਖਾ ਕੇ ਫਿਰ ਸੌ ਜਾਂਦੇ ਸੀ, ਤੇ ਜਿਹੜੇ ਪਹਿਲਵਾਨ ਛੋਟੇ ਲੈਵਲ ਦੇ ਉਹ ਖਾੜੇ ਜ਼ੋਰ ਸ਼ੁਰੂ ਹੋ ਜਾਂਦੇ ਸੀਗੇ। ਉਹ ਪਰ ਟਾਈਮ ਇੰਨਾ ਲੱਗ ਜਾਂਦਾ ਵੀ ਦੇਖੋ 8-9 ਵਜੇ ਤੱਕ ਵਾਰੀ, 8-9 ਵਜੇ ਤੱਕ ਵਾਰੀ ਦੁਬਾਰਾ ਪਹਿਲਵਾਨ ਆਉਂਦੇ ਸੀ, ਫਿਰ ਦੁਬਾਰਾ ਉੱਠ ਕੇ ਫਿਰ ਫਰੈਸ਼ ਹੋ ਕੇ ਦੁਬਾਰਾ ਫਿਰ ਉਹ ਵੱਡੇ ਪਹਿਲਵਾਨ ਉਦੋਂ ਜ਼ੋਰ ਕਰ ਦਿੰਦੇ ਸੀਗੇ। ਇੰਨਾ ਕੁ ਜਿਹੜਾ ਮਤਲਬ ਪਹਿਲਵਾਨ ਹੁੰਦਾ ਸੀ, ਔਰ ਇੰਨਾ ਕੰਟਰੋਲ ਸੀ ਉਹਨਾਂ ਦਾ ਵੀ ਉਹ ਸਾਰੇ ਫਿਰ ਸਾਰਾ ਦਿਨ ਐ ਨਿਕਲਦਾ ਸੀ ਤੀਆਂ ਵਾਂਗੂ। ਸਵੇਰੇ ਉੱਠਣਾ, ਪਹਿਲਾਂ ਪਹਾੜੀ ਤੇ ਜਾ ਕੇ ਪਹਾੜੀ ਤੋਂ ਜਾਣ ਕੇ ਫਿਰ ਥੋੜੀ ਵਾਰ ਲੇਟਣਾ, ਫਿਰ ਜ਼ੋਰ ਕਰਨੇ, ਫਿਰ ਉਸ ਤੋਂ ਬਾਅਦ ਫਿਰ ਖਾਣਾ ਬਣਾਉਣਾ ਸ਼ੁਰੂ ਕਰ ਦੇਣਾ। ਪਹਿਲੇ ਫਿਰ ਬਦਾਮ ਰਗੜਨੇ, ਫਿਰ ਖਾਣਾ ਬਣਾਉਣਾ ਸ਼ੁਰੂ ਕਰ ਦੇਣਾ, ਖਾਣਾ ਪਾਣੀ ਖਾ ਕੇ ਫਿਰ ਸੌ ਜਾਣਾ। ਸ਼ਾਮ ਨੂੰ ਗੁਰੂ ਜੀ ਨੇ ਫਿਰ ਡੰਡਾ ਖੜਕਾ ਦੇਣਾ 4 ਵਜੇ, ਕਿਉਂਕਿ ਸਾਰੇ ਉੱਥੇ ਤੇ ਖਾੜਾ ਇਦਾਂ ਦਾ ਸੀ, ਪੂਰਾ ਹਾਲ ਸੀ, ਹਾਲ ਦੇ ਵਿੱਚ ਲੋਕ ਮੰਜੇ ਥੱਲੇ ਹੀ ਡਾਏ ਹੁੰਦੇ ਸੀ। ਦੇਖੋ ਉੱਥੇ ਸਟੋਵ ਹੁੰਦੇ ਸੀਗੇ ਉਦੋਂ, ਉਸ ਟਾਈਮ ਸਟੋਵ ਇੱਕ ਹੀ ਉਹ ਬੋਕੀ ਹੁੰਦੀ ਸੀ, ਤੇ ਇੱਕ ਹੀ ਤਵਾ ਚਕਲਾ ਆਪਣੇ ਇਧਰੋਂ ਮਾਰਨਾ। ਉਹਨਾਂ ਦਾ ਹਜੇ ਵੀ ਉਹੀ ਸਟਾਈਲ ਹੈ ਉਹਨਾਂ ਦਾ ਤਾਂ ਉੱਥੇ। ਗੁਰੂ ਜੀ ਦਾ ਮਤਲਬ ਉਹ ਸਟਾਈਲ ਹੀ ਇਦਾਂ ਦਾ ਸੀਗਾ ਵੀ ਉੱਥੇ ਪਤਾ ਨਹੀਂ ਲੱਗਦਾ ਵੀ ਮਤਲਬ ਕਿੱਦਾਂ ਦਿਨ ਨਿਕਲਦਾ। ਸ਼ਾਮ ਨੂੰ ਫਿਰ ਜ਼ੋਰ ਕਰਨੇ ਆ ਲਾਗੇ, ਉੱਥੇ ਘੰਟਾ ਘਰ ਉੱਥੇ ਜਾ ਕੇ ਸ਼ਾਮ ਨੂੰ ਸਬਜ਼ੀ ਲਿਆਉਣੀ, ਫਿਰ ਦੁਬਾਰਾ ਬਣਾਉਣੀ, ਖਾ ਪੀ ਕੇ ਸੌਣਾ। ਮਤਲਬ ਉਦੋਂ ਦੌਰ ਇਦਾਂ ਦਾ ਸੀ, ਪਹਿਲਵਾਨੀ ਤੇ ਪਹਿਲਵਾਨੀ, ਕੁਛ ਨਹੀਂ ਸੀ ਹੋਰ ਦਿੱਤਾ। ਰਣਧੀਰ ਸਿੰਘ ਜੀ, ਤੁਹਾਨੂੰ ਵੀ ਕਦੋਂ ਕੋਈ ਖਿਆਲ ਹੋਇਆ ਜਿਹੜਾ ਵੀ ਤੁਸੀਂ ਪਹਿਲਵਾਨੀ ਜਿਹੜੀ ਪਹਿਲੀ ਘੋਲ ਆਈ, ਕਦੋਂ ਮਨ ਬਣਿਆ ਵੀ ਮੈਂ ਵਰਲਡ ਚੈਂਪੀਅਨ ਜਾਂ ਰੁਸਤਮ ਬਣਨਾ? ਮੈਂ ਨਾ ਇੰਟਰਨੈਸ਼ਨਲ ਮੈਂ 1983 ਤੋਂ ਬਾਅਦ ਫਿਰ 84 ਦੇ ਵਿੱਚ ਫਿਰ ਸ਼ੁਰੂ ਕੀਤੀ ਦੁਬਾਰਾ, ਜਦੋਂ ਮੇਰੇ ਸੱਟ ਲੱਗਣ ਤੋਂ ਬਾਅਦ। ਤੇ ਉਸ ਤੋਂ ਬਾਅਦ ਫਿਰ ਮੈਂ 85 ਦੇ ਵਿੱਚ ਪਹਿਲਾਂ ਪੰਜਾਬ ਚੈਂਪੀਅਨ ਬਣਿਆ ਸਬ ਜੂਨੀਅਰ ਦਾ, ਤੇ 85 ਤੋਂ ਬਾਅਦ ਫਿਰ ਜਦੋਂ ਐਂਡ ਜੀ ਫਿਰ 86 ਦੇ ਵਿੱਚ ਸ਼ੁਰੂ ਚ ਹੋਈ ਸੀ ਪੂਨੇ ਨੈਸ਼ਨਲ ਸਬ ਜੂਨੀਅਰ, ਉਹਦੇ ਵਿੱਚ ਵੀ ਮੇਰਾ 골ਡ ਆ ਗਿਆ। ਤੇ ਉਹ ਫਿਰ ਇੰਡੀਆ ਟੀਮ ਵੱਲੋਂ ਸਿਲੈਕਸ਼ਨ ਹੋ ਗਈ ਉਹ ਕੈਂਪ ਦੇ ਵਿੱਚ, ਤੇ ਕੈਂਪ ਦੇ ਵਿੱਚ ਫਿਰ ਦੁਬਾਰਾ ਟ੍ਰਾਇਲ ਹੁੰਦੇ ਆ, ਟ੍ਰਾਇਲ ਵਗੈਰਾ ਹੋਏ। ਤੇ ਪਹਿਲਾਂ ਤਾਂ ਮੇਰੇ ਗੋਡੇ ਤੇ ਸੱਟ ਲੱਗੀ ਸੀ, ਤੇ ਮੈਂ ਜਿੱਦਾਂ ਕੈਂਪ 'ਚ ਨਹੀਂ ਜਾ ਸਕਿਆ। ਫਿਰ ਇਹਨਾਂ ਨੇ ਮੇਰਾ ਨਾਂ ਕੱਟਦਾ, ਕਹਿੰਦੇ ਵੀ ਤੂੰ ਕੈਂਪ 'ਚ ਨਹੀਂ ਆ ਤੇ ਤੇਰੇ ਟ੍ਰਾਇਲ ਨਹੀਂ ਲੈਣੇ। ਫਿਰ ਬੜੀ ਕੋਸ਼ਿਸ਼ ਕੀਤੀ ਵੀ ਤੁਸੀਂ ਟ੍ਰਾਇਲ ਤੇ ਲਓ, ਕਮ ਸੇ ਕਮ ਜੇ ਜਿੱਤ ਜੂਗਾ ਠੀਕ ਹੈ, ਨਹੀਂ ਤੇ ਰਹਿਣ। ਬੜਾ ਜਦੋਜਹਿਦ ਹੋਈ, ਬੜੇ ਉਦੋਂ ਜ਼ੋਰ ਲੱਗੇ, ਪਰ ਫਿਰ ਮੇਰੇ ਟ੍ਰਾਇਲ ਲਏ ਉਹਨਾਂ ਨੇ, ਤੇ ਇੱਕ ਸ਼ਰਤ ਤੇ ਲਏ ਵੀ ਜੇ ਇਹ ਜਿੱਤਦਾ ਵਾ ਤੇ
ਬਾਹਰ ਟੀਮ ਦੇ ਨਾਲ ਜਾਊਗਾ ਜੇ ਤੇ ਮੈਡਲ ਇਹਦਾ ਆ ਗਿਆ ਉੱਥੋਂ, ਠੀਕ ਹੈ ਜੀ। ਫਿਰ ਤੇ ਗਵਰਨਮੈਂਟ ਪੇ ਕਰੂਗੀ ਇਹਦੀ ਸਾਰਾ ਖਰਚਾ ਆਉਣ ਜਾਣ ਦਾ। ਹਾਂਜੀ। ਤੇ ਜੇ ਇਹਦਾ ਮੈਡਲ ਨਹੀਂ ਹੁੰਦਾ ਫਿਰ ਆਪ ਖੁਦ ਕਰੂਗਾ। ਚਾਚਾ ਜੀ ਨੇ ਇਹ ਵਾਅਦਾ ਕਰਕੇ ਸਾਰੇ ਕੋਚਾਂ ਦੇ ਜਾਂ ਹੋਰ ਸਾਰਿਆਂ ਦੇ ਚੰਗੇ ਪਹਿਲਵਾਨਾਂ ਦੇ ਸਾਈਨ ਕਰਕੇ ਫਿਰ ਉੱਥੇ ਦਿੱਤਾ, ਫੈਡਰੇਸ਼ਨ ਚ ਸਾਈ ਨੂੰ ਦਿੱਤਾ। ਤੇ ਉਹ ਪਹਿਲਾ ਟੂਰ ਸੀ ਮੇਰਾ। ਤੇ ਇੱਕ ਇਹ ਵੀ ਸੀਗਾ ਮਨ ਤੇ ਵੀ ਪੈਸੇ ਵੀ ਦੇਣੇ ਆ, ਜ਼ੋਰ ਲਾਉਣਾ ਉੱਤੇ। ਤੇ ਫਿਰ ਜਿਹਦੀ ਵਰਲਡ ਚੈਂਪੀਅਨਸ਼ਿਪ ਹੋਈ ਤੇ ਉਦੋਂ ਟੋਰਾਂਟੋ ਹੋਈ ਸੀਗੀ ਆਪਣੀ, ਤੇ ਇੰਡੀਆ ਟੀਮ ਜਦੋਂ ਚੈਂਪੀਅਨ ਵੀ ਆਈ ਸੀ ਤੇ ਉੱਥੇ ਮੇਰਾ 골ਡ ਆਇਆ ਸੀ। ਉਹਦੇ ਵਿੱਚ 3 골ਡ ਤੇ ਮੇਰਾ 5 ਸਿਲਵਰ ਤੇ 2 ਬ੍ਰੌਂਜ਼। 10 ਪਹਿਲਵਾਨ ਗਏ ਸੀ, 10 ਦੇ 10 ਮੈਡਲ ਸੀ ਔਰ ਟੀਮ ਚੈਂਪੀਅਨ ਆਈ ਸੀ ਉਦੋਂ। ਤੇ ਉਹ ਮੇਰਾ ਪਹਿਲਾ ਜਿਹੜਾ ਇੰਟਰਨੈਸ਼ਨਲ ਟੂਰ ਸੀਗਾ ਸਬ ਜੂਨੀਅਰ। ਉਸ ਤੋਂ ਬਾਅਦ ਤੇ ਫਿਰ 88 ਦੇ ਵਿੱਚ ਭਾਰਤ ਪੰਜਾਬ ਕੁਮਾਰ ਬਣਿਆ, 89 ਦੇ ਵਿੱਚ ਫਿਰ ਭਾਰਤ ਕੁਮਾਰ ਮੰਨਣ ਆਣੇ, ਫਿਰ ਇੰਟਰਨੈਸ਼ਨਲ ਟੂਰ ਸ਼ੁਰੂ ਹੋ ਗਏ। ਫਿਰ ਏਸ਼ੀਆ ਚੈਂਪੀਅਨਸ਼ਿਪ ਗਿਆ, ਕਾਮਨਵੈਲਥ 1994 ਵਿੱਚ ਕੈਨੇਡਾ ਆਈ, ਉੱਥੇ ਮੇਰਾ ਸਿਲਵਰ ਮੈਡਲ। 95 ਦੇ ਵਿੱਚ ਮੈਲਬੌਰਨ ਕਾਮਨਵੈਲਥ ਚੈਂਪੀਅਨਸ਼ਿਪ ਵਿੱਚ ਮੈਡਲ। ਫਿਰ ਚੱਲ ਇੱਦਾਂ ਹੀ ਆ। ਫਿਰ ਹਿੰਦੁਸਤਾਨ ਦੇ ਜਿੰਨੇ ਟਾਈਟਲ ਆ, ਭਾਰਤ ਕੇਸਰੀ, ਹਿੰਦ ਕੇਸਰੀ, ਭਾਰਤ ਮਲ ਸਮਰਾਟ, ਸਾਰੇ ਜਿੱਤੇ। ਆਪਾਂ ਕੋਲ ਪਹਿਲਵਾਨ ਜੀ ਟਾਈਮ ਆਪਾਂ ਦਰਸ਼ਕਾਂ ਨੂੰ ਸਾਰੀਆਂ ਚੀਜ਼ਾਂ ਦੱਸਣੀਆਂ, ਕੱਲੀ ਕੱਲੀ ਸਟੋਰੀ ਇੱਕਦਮ ਹੀ ਨਹੀਂ ਛੇੜਨੀ। ਜਿੱਦਾਂ ਵੀ ਤੁਸੀਂ ਟਾਈਟਲ ਵੀ ਜਿੱਤੇ ਆ, ਕਿੱਦਾਂ ਇਹਨਾਂ ਦੇ ਮਗਰ ਰਾਜ ਕੀ ਸੀ ਪਹਿਲਵਾਨ ਜੀ? ਤੁਸੀਂ ਇੰਨੇ ਤਕੜੇ ਰਸਤਮਾਂ ਨਾਲ ਵੀ ਘੁਲੇ ਆ, ਵਰਲਡ ਚੈਂਪੀਅਨ ਬਣੇ ਆ, ਤੁਹਾਡੀ ਖੁਰਾਕ ਕੀ ਸੀ ਉਸ ਟਾਈਮ? ਜਿੱਦਾਂ ਦੇਖੋ ਖੁਰਾਕ ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਦੱਸਿਆ ਵੀ ਨਾਲ ਦੇਖੋ, ਇੱਕ ਤੇ ਪਹਿਲਵਾਨੀ ਵਾਸਤੇ ਜਾਂ ਕੋਈ ਵੀ ਗੇਮ ਆ ਉਹਦੇ ਵਾਸਤੇ ਇੱਕ ਤੁਹਾਨੂੰ ਗੁਰੂ ਇੱਦਾਂ ਦਾ ਚਾਹੀਦਾ ਵੀ ਜਿਹੜਾ ਆਪ ਗੁਰੂ ਨੇ ਜ਼ਿੰਦਗੀ 'ਚ ਕੁਝ ਕੀਤਾ, ਜਿਹੜਾ ਤੁਹਾਨੂੰ ਸਿਖਾ ਰਿਹਾ ਹੈ। ਉਹ ਮੈਨੂੰ ਉਹਦਾ ਬੈਨੀਫਿਟ ਮਿਲਿਆ ਵੀ ਮੇਰੇ ਇੱਕ ਤੇ ਪਰਿਵਾਰ, ਚਾਚਾ ਜੀ ਆ, ਇੱਕ ਬੜੀ ਵੱਡੀ ਉਪਲਬਧੀ ਉਹਨਾਂ ਦੇ 2 ਏਸ਼ੀਆ ਦੇ 골ਡ ਆ, ਇੱਕ ਏਸ਼ੀਆ ਦਾ ਗੇਮਸ ਦਾ ਸਿਲਵਰ ਆ, ਕਾਮਨਵੈਲਥ ਦੇ ਮੈਡਲ ਆ, 3 ਓਲੰਪਿਕ ਲੜੇ ਆ। ਔਰ ਉਹਨਾਂ ਦਾ ਮੈਨੂੰ ਇੱਕ ਤੇ ਸਾਰੀ ਜਿਹੜੀ ਹੈਗੀ ਹੈ ਸਿੱਖਿਆ ਉੱਥੋਂ ਮਿਲੀ ਮੈਨੂੰ, ਉੱਥੋਂ ਉਹਨਾਂ ਦੇ ਜਿੰਨਾ ਹੋ ਗਿਆ ਵੀ ਫਿਰ ਉਹਨਾਂ ਤੋਂ ਛੋਟੇ ਸਰਵਨ ਸਿੰਘ ਆ, ਉਹ ਵੀ ਕਾਮਨਵੈਲਥ ਦੇ ਮੈਡਲ, ਏਸ਼ੀਅਨ ਗੇਮਸ 2 ਭਰਾ ਲੜੇ ਸੀ। ਏਸ਼ੀਅਨ ਗੇਮ 82 ਹੋਈ ਜਦੋਂ ਦਿੱਲੀ, ਉਹਦੇ 'ਚ ਇੱਕ ਈਰਾਨ ਦੇ 2 ਪਹਿਲਵਾਨ ਲੜ ਰਹੇ ਸੀ, 82 ਕਿਲੋ ਤੇ ਇਧਰੋਂ 90 ਕਿਲੋ 'ਚ। ਠੀਕ ਹੈ ਜੀ। ਤੇ ਉਧਰੋਂ ਵੀ 82 ਕਿਲੋ ਤੇ 90 ਕਿਲੋ 'ਚ ਈਰਾਨ ਦੇ, ਤੇ ਇਧਰੋਂ ਚਾਚਾ ਜੀ ਤੇ ਸਰਵਣ ਚਾਚਾ ਜੀ ਦੋਨੋਂ ਲੜ ਰਹੇ ਸੀ। ਤੇ ਉਹ ਵੀ ਮਤਲਬ ਬਹੁਤ ਵਧੀਆ ਰੁਸਤਮਿਆਂ ਪਹਿਲਵਾਨ ਹੋਏ ਆ, ਸਰਵਣ ਸਿੰਘ ਵੀ। ਤੇ ਉਹਨਾਂ ਦੀ ਜਿੱਦਾਂ ਨਾਲ ਮੈਨੂੰ ਵੀ ਪ੍ਰੈਕਟਿਸ ਕਰਦਾ ਰਿਹਾ। ਫਿਰ ਇੱਕ ਤੇ ਸਾਨੂੰ ਪਹਿਲਵਾਨ ਦੇ ਵਿੱਚ ਤੇ ਇਹ ਵੀ ਹੈਗਾ ਨਾ ਵੀ ਜੇ ਤੁਹਾਨੂੰ ਜਿਹੜੀ ਪ੍ਰੈਕਟਿਸ ਹੈ ਨਾ, ਸਭ ਤੋਂ ਮਾਇਨੇ ਰੱਖਦੀ ਹੈ ਪ੍ਰੈਕਟਿਸ, ਖਾਣਾ ਪੀਣਾ ਤੇ ਸੌਣਾ। ਉਹ ਜਦੋਂ ਪ੍ਰੈਕਟਿਸ ਐਡੀ ਵਧੀਆ ਮਿਲਦੀ, ਕਿਉਂਕਿ 3 ਜਣੇ ਹੀ ਘਰ ਦੇ, ਇੱਕੋ ਪਰਿਵਾਰ ਦੇ ਸੀ, ਸਾਨੂੰ ਜੇ ਹੋਰ ਕਿਤੇ ਜ਼ੋਰ ਨਹੀਂ ਮਿਲਦੇ ਤੇ ਅਸੀਂ ਘਰ 'ਚ ਹੀ ਕਰ ਸਕਦੇ ਸੀਗੇ। ਫਿਰ ਖਾਣਾ ਪੀਣੇ ਦਾ ਇਦਾਂ ਵੀ ਖਾਣਾ ਅਸੀਂ 3 ਜਣੇ ਜਦੋਂ ਘਰ ਹੀ ਆਪ ਹੀ ਬਣਾਈਦਾ ਸੀਗਾ। ਉਦੋਂ ਚਾਚਾ ਜੀ ਦਾ ਵੀ ਜਦੋਂ ਪਹਿਲਾਂ ਸ਼ੁਰੂ 'ਚ ਨਹੀਂ ਵਿਆਹ ਹੋਇਆ ਤੇ ਫਿਰ ਸੱਚੀ ਸਰਵਣ ਆ ਗਏ। ਸਰਵਣ ਤੋਂ ਬਾਅਦ ਫਿਰ ਅਸੀਂ ਜ਼ਿਆਦਾਤਰ ਜਦੋਂ ਇੱਧਰ ਠੰਡ ਜ਼ਿਆਦਾ ਹੋ ਜਾਂਦੀ ਸੀ, ਜਿੱਦਾਂ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਆ, ਇੱਥੇ ਜ਼ੋਰ ਨਹੀਂ ਹੁੰਦੇ, ਫਿਰ ਅਸੀਂ ਪੂਨੇ ਚੱਲ ਜਾਈਦਾ ਸੀ 2-3 ਮਹੀਨੇ ਉੱਥੇ ਜਾ ਕੇ ਪ੍ਰੈਕਟਿਸ ਕਰਨੀ। ਜਿਹੜੀ ਪ੍ਰੈਕਟਿਸ ਇਸ ਕਰਕੇ ਮੈਨੂੰ ਵਧੀਆ, ਕਿਉਂਕਿ ਇੱਕ ਤੇ ਵਧੀਆ ਗੁਰੂ, ਵਧੀਆ ਖਾਣਾ ਪੀਣਾ ਮਿਲਿਆ, ਤੇ ਇੱਕ ਮੈਨੂੰ ਸੇਧ ਮਿਲ ਗਈ ਵੀ ਇਹਨਾਂ ਨੇ ਜ਼ਿੰਦਗੀ 'ਚ ਕੁਝ ਕੀਤਾ ਤੇ ਮੈਂ ਵੀ ਇਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਕੋਈ ਇੰਨਾ ਕਰ ਸਕਾਂ। ਤੁਸੀਂ ਆਪਣਾ ਜਿਹੜਾ ਗੁਰੂ ਧਾਰਨ ਵੀ ਜਿਹੜਾ ਕੀਤਾ, ਪੱਗ ਦਿੱਤੀ, ਉਹ ਤੁਸੀਂ ਆਪਣੇ ਪਰਿਵਾਰ 'ਚ ਦਿੱਤੀ ਕਿ ਜਾਂ ਕਿਸੇ ਹੋਰ? ਨਹੀਂ, ਮੈਂ ਬਿਲਕੁਲ ਹੀ ਮੈਂ ਆਪਣੇ ਇਹਨਾਂ ਨੂੰ ਗੁਰੂ ਸਭ ਕੁਝ ਇਹਨਾਂ ਨੂੰ ਮੰਨਿਆ। ਕਿਉਂਕਿ ਮੈਂ ਜਦੋਂ ਘਰ ਛੱਡ ਕੇ ਆਇਆ ਹੈ ਨਾ, ਉੱਥੋਂ ਜਲੰਧਰ ਤੋਂ ਪਿੰਡ ਉੱਥੋਂ ਆਏ ਤੇ ਇਹਨਾਂ ਨੇ, ਮੇਰੇ ਡੈਡੀ ਨੇ, ਤੇ ਸਾਡਾ ਤਾਂ ਪਰਿਵਾਰ ਅਜੇ ਤੱਕ ਇਕੱਠਾ ਹੀ ਆ, ਤੇ ਇਹਨਾਂ ਨੂੰ ਸੌਂਤਾ ਵੀ ਇਹ ਹੁਣ ਤੁਹਾਡਾ ਜੋ ਕੁਝ ਬਣਾਉਣਾ ਇਹਨੂੰ ਤੁਸੀਂ ਬਣਾਉਣਾ। ਤੇ ਮੇਰਾ ਸਾਰਾ ਕੁਝ ਉਹਨਾਂ ਦੇ ਜਦੋਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਵੀ ਸਾਡਾ ਪਰਿਵਾਰ ਬਿਲਕੁਲ ਹਾਂਜੀ ਉਹਨਾਂ ਦਾ ਹੀ ਹੱਥ ਹੈ ਮੇਰੇ ਤੇ ਉਹੀ ਗੁਰੂ ਹੈ ਮੇਰੇ, ਉਹੀ ਸਭ ਕੁਝ ਹੈ ਮੇਰੇ। ਜਦੋਂ ਆਪਣਾ ਤੁਸੀਂ ਗਏ ਆ ਜੂਨੀਅਰ ਵਰਲਡ ਚੈਂਪੀਅਨ ਬਣੇ ਆ, ਉੱਥੇ ਤੁਹਾਡਾ ਕਿੱਦਾਂ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਜਦੋਂ ਤੁਸੀਂ ਤੁਹਾਨੂੰ ਕਿੱਦਾਂ ਲੱਗੇ ਬਾਹਰਲਿਆਂ ਨਾਲ ਜਿਹੜੀ ਰੈਸਲਿੰਗ ਕਰਦੇ? ਦੇਖੋ ਪਹਿਲਾ ਮੌਕਾ ਸੀਗਾ ਇੰਟਰਨੈਸ਼ਨਲ ਦਾ, ਨੈਸ਼ਨਲ ਤੇ ਜਦੋਂ ਜਿੱਤ ਕੇ ਉਸ ਤੋਂ ਬਾਅਦ ਸਿੱਧਾ ਡਾਇਰੈਕਟ ਅਸੀਂ ਪਹਿਲਾਂ ਸੋਚਿਆ ਵੀ ਨਹੀਂ ਕਿ ਜਹਾਜ਼ ਤੇ ਚੜਾਂਗੇ। ਜਹਾਜ਼ ਕਿਤੇ ਥੱਲਿਓਂ ਪਿੰਡਾਂ 'ਚ ਥੱਲਿਓਂ ਵੇਖਦੇ ਹੁੰਦੇ ਵੀ ਜਹਾਜ਼ ਕਿੱਡਾ ਹੁੰਦਾ, ਤੇ ਐਂ ਲੱਗਦਾ ਵੀ ਪਤਾ ਨਹੀਂ ਛੋਟਾ ਜਿਹਾ ਜਹਾਜ਼, ਏਡੇ ਬੰਦੇ ਕਿੱਥੋਂ ਚੱਕੀ ਲਈ ਜਾਂਦਾ। ਤੇ ਜਦੋਂ ਜਹਾਜ਼ 'ਚ ਬੈਠੇ ਤੇ ਐਕਸਪੀਰੀਅੰਸ ਤੇ ਉਦੋਂ ਹੀ ਬੜਾ ਇੱਕਦਮ ਮੋਟੀਵੇਸ਼ਨ ਬੜਾ ਵਧਿਆ ਵੀ ਇਹ ਜਹਾਜ਼ ਏਡੇ ਏਡੇ ਹੁੰਦੇ ਹੀ ਨੇ, ਬੰਦੇ ਲਈ ਜਾਂਦੇ ਆ। ਤੇ ਫਿਰ ਚਾਹ ਸੀਗਾ। ਫਿਰ ਉਸ ਤੋਂ ਬਾਅਦ ਜਦੋਂ ਉੱਥੇ ਗਏ ਤਾਂ ਉੱਥੇ ਮੇਰੀਆਂ 3-4 ਕੁਸ਼ਤੀਆਂ ਹੋਈਆਂ ਸੀਗੀਆਂ ਸੈਮੀ ਫਾਈਨਲ ਤੱਕ। ਤੇ ਮੇਰੀ ਇੱਕ ਜਾਪਾਨ ਨਾਲ ਹੋਈ ਸੀਗੀ, ਇੱਕ ਕੈਨੇਡੀਅਨ ਨਾਲ ਹੋਈ ਸੀਗੀ, ਇੱਕ ਮੇਰੀ ਹੋਈ ਸੀਗੀ ਅਮਰੀਕਨ ਨਾਲ, ਇੱਕ ਕੋਰੀਅਨ ਨਾਲ। ਤੇ 4 ਕੁਸ਼ਤੀਆਂ ਮੇਰੀਆਂ ਹੋਈਆਂ, ਚਾਰੋਂ ਕੁਸ਼ਤੀਆਂ ਜਿੱਤ ਕੇ ਤੇ ਫਿਰ ਮੈਂ
ਵਰਲਡ ਚੈਂਪੀਅਨ ਬਣਿਆ ਉੱਥੇ। ਠੀਕ ਹੈ ਤੇ ਉਹ ਜਿਹੜਾ ਐਕਸਪੀਰੀਅੰਸ ਆ ਉਹਨੂੰ ਫਿਰ, ਕਿਉਂਕਿ ਜਦੋਂ ਬੰਦਾ ਐਡੀ ਵੱਡਾ ਟੂਰਨਾਮੈਂਟ ਜਿੱਤ ਕੇ ਆਉਂਦਾ ਨਾ, ਫਿਰ ਆਣ ਕੇ ਹੋਰ ਮਿਹਨਤ ਕਰਨ ਨੂੰ ਜੀ ਕਰਦਾ। ਇੱਕ ਤੇ ਖੁਸ਼ੀ ਹੁੰਦੀ, ਚਾਹ ਹੁੰਦੀ ਆ, ਕਿਉਂਕਿ ਇੱਕ ਤੇ ਵਾਅਦਾ ਕੀਤਾ ਸੀ ਚਾਚੇ ਨੂੰ, ਉਹ ਮੈਨੂੰ ਖੁਸ਼ੀ ਵੀ ਮੈਂ ਇੱਕ ਉਹ ਵਾਅਦਾ ਜਿਹੜਾ ਇਹਨਾਂ ਨੇ ਕੀਤਾ ਸੀਗਾ ਪੂਰਾ ਕੀਤਾ ਵੀ ਜੇ ਮਤਲਬ ਮੇਰਾ ਮੈਡਲ ਨਾ ਆਉਂਦਾ ਤਾਂ ਪੈਸੇ ਵੀ ਪੱਲਿਓਂ ਦੇਣੇ ਪੈਣੇ ਸੀਗੇ। ਤੇ ਉਹ ਇੱਕ ਪੂਰਾ ਹੋਇਆ ਤੇ ਇੱਕ ਹੋਰ ਮੋਟੀਵੇਸ਼ਨ ਵਧਿਆ ਵੀ ਮੈਂ ਮੈਡਲ ਜਿੱਤਿਆ ਤੇ ਮੈਂ ਅੱਗੇ ਵੀ ਕੁਝ ਕਰ ਸਕਦਾ ਹਾਂ। ਤੇ ਉਹ ਬੰਦਾ ਜਦੋਂ ਜਿੱਤਦਾ ਨੂੰ ਉਹ ਡਬਲ ਮਿਹਨਤ ਕਰਦਾ। ਤੁਹਾਨੂੰ ਮਿਹਨਤ ਦੇ ਹੁਣ ਗੱਲ ਵਿੱਚ ਆ ਗਈ, ਤੁਸੀਂ ਮਿਹਨਤ ਉਸ ਟਾਈਮ ਵੇਟ ਟ੍ਰੇਨਿੰਗ ਜ਼ਿਆਦਾ ਕਰਦੇ ਕਿ ਡੰਡ ਬੈਠਕਾਂ ਤਾਂ ਕਿੰਨੀਆਂ ਲਾਉਂਦੇ ਸੀ? ਵੇਟ ਟ੍ਰੇਨਿੰਗ ਤਾਂ ਦੇਖੋ ਅਜੇ ਹੁਣ ਆਈ ਆ ਥੋੜੇ 8-10 ਸਾਲ ਤੋਂ, ਜਿੱਦਾਂ ਲਾ ਲਓ। ਪਹਿਲਾਂ ਤਾਂ ਸਿਰਫ ਦੋ ਚੀਜ਼ਾਂ ਹੁੰਦੀਆਂ ਸੀ, ਡੰਡ ਬੈਠਕਾਂ, ਖਾੜਾ ਪੱਟ ਲਿਆ, ਸੁਹਾਗੀ ਮਾਰ ਲਈ ਤੇ ਰਨਿੰਗ ਥੋੜੀ ਬੜੀ ਕਰ ਲਈ। ਹੋਰ ਜ਼ਿਆਦਾ ਕੋਈ ਵੇਟ ਵੂਟ ਤੋਂ ਨਹੀਂ ਕਰਦਾ ਕੋਈ ਵੀ। ਵੇਟ ਟ੍ਰੇਨਿੰਗ ਤੇ ਬਹੁਤ ਲੇਟ ਆਈ ਆ। ਤੇ ਕਿੰਨੀ ਲਾ ਦਿੰਦੇ ਪਹਿਲਵਾਨ ਜੀ? ਦੇਖੋ ਮੈਂ ਜੇ ਉਸ ਟਾਈਮ ਲਾਈਏ ਤੇ ਜਿੱਦਾਂ ਮੈਂ ਜਦੋਂ ਤੁਹਾਨੂੰ ਦੱਸਦਾ, ਮੈਂ ਇੱਥੇ ਦੰਗਲ ਹੋਇਆ ਸੀਗਾ 1995 ਦੇ ਵਿੱਚ, ਭਾਰਤ ਮਲ ਸਮਰਾਟ। ਕੀ ਬਾਤ ਹੈ, ਉਹ ਘੋੜਾ ਸਾਨੂੰ ਵੀ ਦੇਖੀਆਂ ਹੋਣੀਆਂ ਸ਼ਾਇਦ। ਕੀ ਬਾਤ ਹੈ। ਉਸ ਦੰਗਲ ਦੇ ਵਿੱਚ ਮੇਰੀ ਜੀ ਮਿਹਨਤ, ਮੈਂ ਕਹਿੰਦਾ ਜੀ ਮੈਂ ਉਸ ਟਾਈਮ ਸਭ ਤੋਂ ਜ਼ਿਆਦਾ ਅੱਜ ਤੱਕ ਦੀ ਮਿਹਨਤ ਕੀਤੀ ਉਸ ਟਾਈਮ ਕੀਤੀ ਸੀਗੀ। ਉਦੋਂ ਮੇਰਾ weight ਸਿਰਫ 87 ਕਿਲੋ ਸੀਗਾ। ਪਹਿਲਵਾਨ ਜੀ, ਇਹ ਵੀ ਤੁਸੀਂ ਜਿੱਦਾਂ ਬਾਅਦ ਚ ਨਿਕਲੇ, ਇਹਦੇ ਵਿੱਚ ਕੀ ਕਾਰਨ ਸੀ? ਤੁਸੀਂ ਪਹਿਲਾਂ weight class ਟਿਕੋ, ਤੁਹਾਡਾ ਕਿੱਦਾਂ ਵਿਚਾਰ ਬਣਿਆ ਜਿਹੜਾ ਆ ਕੇ ਰੋਸਤਮਾਂ ਚ ਘੁਲਣ ਦਾ ਬਾਅਦ ਚ? ਮੈਂ ਕਹਿੰਦਾ ਸੀਗਾ ਮੈਂ ਜਿੱਦਾਂ ਉਹਨਾਂ ਤੁਹਾਨੂੰ ਦੱਸਿਆ ਨਾ, ਜ਼ੋਰ ਮੈਨੂੰ ਮਿਲਦੇ ਸੀ ਵਧੀਆ। ਜਦੋਂ ਚਾਚਾ ਜੀ ਭਾਰੇ ਸੀਗੇ, ਚਾਚੇ ਸਰਵਨ ਤੇ ਚਲੋ ਮੇਰੇ ਬਰਾਬਰ ਦੇ weight ਦੇ ਹੀ ਥੋੜੇ ਜਿਹੇ, ਤੇ ਜਿਹੜੇ ਚਾਚੇ ਕਰਤਾਰ ਉਹ ਵੀ ਭਾਰੇ ਸੀ, ਉਹਨਾਂ ਨਾਲ ਮੈਨੂੰ ਜ਼ੋਰ ਜ਼ਿਆਦਾ ਬਹੁਤ, ਮੇਰਾ ਜ਼ੋਰ ਬਹੁਤ ਕਰਾਉਂਦੇ ਹੁੰਦੇ ਸੀਗੇ। ਤੇ ਭਾਰੇ ਜ਼ੋਰ ਕਰਨ ਨਾਲ ਬੰਦਾ ਫਿਰ ਭਾਰੇ ਨਾਲ ਵੀ ਲੜ ਸਕਦਾ। ਤੇ ਉਹ ਮੇਰੀ ਪਹਿਲਾਂ ਨਾ ਕਈ ਸਾਲ ਤੇ ਸਾਡੀਆਂ ਚਾਚੇ ਭਤੀਜੇ ਦੀਆਂ ਕੁਸ਼ਤੀਆਂ ਇੱਥੇ ਮੰਨਣ ਸਾਰੇ ਇੱਥੇ ਗੁੱਲੇ ਭੱਲੇ ਦੇ ਵਿੱਚ, ਮਤਲਬ ਹਰ ਸਾਲ ਫਾਈਨਲ 'ਚ ਸਾਡੀ ਕੁਸ਼ਤੀ ਹੁੰਦੀ ਸੀ। ਅੱਛਾ, ਇਹ ਇੱਕ ਲੋਕਾਂ ਨੂੰ ਇਹ ਵੀ ਸ਼ਾਇਦ ਹੋਊਗਾ ਵੀ ਇਹ ਪਤਾ ਨਹੀਂ ਰਲ ਕੇ ਲੜਦੇ, ਪਰ ਸਾਡੀਆਂ ਜਿੰਨੀਆਂ ਕੁਸ਼ਤੀਆਂ ਹੋਈਆਂ ਸੀਗੀਆਂ ਸਾਰੀਆਂ ਕਾਂਡਾਂ ਹੋਈਆਂ ਸੀ। ਇੱਥੇ ਬਹੁਤੇ ਪਹਿਲਵਾਨ ਇੱਥੇ ਭਰਾ ਹੋਰ ਵੀ ਲੜਦੇ ਸੀਗੇ, ਜਾਂ ਖਾੜਿਆਂ ਦੇ ਵੀ ਕਈ ਲੜਦੇ ਆ। ਉਹ ਆ ਕੇ ਤੇ ਪਤਾ ਨਹੀਂ ਲੱਗਦਾ, ਉਹ ਹੱਥ ਹੀ ਨਹੀਂ ਲਾਉਂਦੇ ਇੱਕ ਦੂਜੇ ਨੂੰ, ਮਤਲਬ ਹੱਥ ਲਾ ਕੇ ਉਧਰ ਡਿੱਗ ਪਾਉਂਦੇ। ਸਾਡਾ ਐਂਡ ਤੱਕ ਪਤਾ ਨਹੀਂ ਹੁੰਦਾ ਵੀ ਚਾਚੇ ਨੇ ਜਿੱਤਣਾ ਕਿ ਭਤੀਜੇ ਨੇ ਜਿੱਤਣਾ। ਇੰਨੀ ਕਿ ਕੁਸ਼ਤੀ ਕਾਂਡਾ, ਕਿਉਂਕਿ ਅਸੀਂ ਆਪ ਹੀ ਦੇਖਦੇ ਰਹੇ ਪਹਿਲਾਂ, ਬਹੁਤ ਮਜ਼ਾ ਆਉਂਦਾ ਸੀ। ਅਸੀਂ ਇਹ ਸੋਚੀਦਾ ਸੀਗਾ ਵੀ ਦੇਖੋ, ਜੇ ਅਸੀਂ 10-10 ਮਿੰਟ 15-15 20-20 ਮਿੰਟ ਅਸੀਂ ਖਾੜੇ 'ਚ ਜ਼ੋਰ ਅਸੀਂ ਆਪਸ 'ਚ ਕਰਦੇ ਹਾਂ, ਉੱਥੇ ਅਸੀਂ ਜ਼ੋਰ ਲਾ ਸਕਦੇ, ਤੇ ਇੱਥੇ ਵੀ ਸਮਝ ਲਓ ਜ਼ੋਰ ਲਾ ਲਓ। ਫਿਰ ਅਸੀਂ ਕੁਸ਼ਤੀ ਦੇ ਵਿੱਚ ਉਹਨਾਂ ਪੂਰਾ ਜ਼ੋਰ ਲਾਈਦਾ, ਲੋਕਾਂ ਨੂੰ ਐਂਟਰਟੇਨ ਤੇ ਹੋਵੇ, ਇਹ ਨਾ ਹੋਵੇ ਵੀ ਪਹਿਲਾਂ ਹੀ ਸੋਚ ਕੇ ਵੀ ਕਿੰਨੇ ਜਿੱਤਣਾ ਤੇ ਕਿੰਨੇ ਹਾਰਨਾ। ਇਸ ਕਰਕੇ ਉਹ ਕੁਸ਼ਤੀਆਂ ਦੇ ਮੈਂ ਤੁਹਾਨੂੰ ਮਿਹਨਤ ਦੀ ਗੱਲ ਦੱਸਣ ਲੱਗਾ। ਮਿਹਨਤ, ਮੈਂ ਉਸ ਟਾਈਮ 87 ਕਿਲੋ ਮੇਰਾ weight ਸੀਗਾ, ਤੇ ਜਿਹੜੇ ਮੇਰੇ ਉਦੋਂ weight ਦੇ ਵਿੱਚ ਸੀ, ਸਨੀ ਗਿੱਲ ਸੀ, ਉਹਦਾ 125 ਕਿਲੋ ਭਾਰ ਸੀਗਾ ਉਸ ਟਾਈਮ। ਜਗਦੀਸ਼ ਭੋਲਾ, ਉਹਦਾ 120 ਕਿਲੋ ਸੀਗਾ। ਸ਼ਿੰਗਾਰਾ ਪਹਿਲਵਾਨ, ਉਹਦਾ ਵੀ 115-17 ਕਿਲੋ ਉਸਦਾ ਸੀਗਾ। ਫਿਰ ਇੱਕ ਦਿੱਲੀ ਦਾ ਪਹਿਲਵਾਨ ਸੀਗਾ, ਉਹਦਾ ਵੀ ਮਤਲਬ ਪਲੱਸ 110 ਕਿਲੋ ਸੀਗਾ। ਤੇ ਮੈਂ ਸਿਰਫ ਮੈਂ 87 ਕਿਲੋ ਦਾ ਸੀਗਾ। ਪਰ ਮੇਰੇ 'ਚ ਪਤਾ ਨਹੀਂ ਉਹ ਮਿਹਨਤ ਮੈਂ ਕੀਤੀ, ਕਹਿੰਦੇ ਨਾ ਜਦੋਂ ਮਿਹਨਤ ਕੀਤੀ ਹੋਵੇ ਨਾ ਤਾਂ ਕੌਨਫੀਡੈਂਸ ਤੁਹਾਡਾ ਡਬਲ ਹੋ ਜਾਂਦਾ ਵਾ। ਮੈਂ ਇੱਥੇ ਨਾ ਆਪਣੇ ਹਰਨਾਮਦਾਸਪੁਰ ਇੱਕ ਸ਼ਮਸ਼ਾਨ ਘਾਟ ਆ, ਤੇ ਉੱਥੇ ਇੱਕ ਅਖਾੜਾ ਆ, ਉੱਥੇ ਬੱਚੇ ਦਾ ਮਿਹਨਤ ਕਰਦੇ। ਤੇ ਮੈਂ ਇੱਕ ਮਿਹਨਤ ਮੈਂ ਤੜਕੇ ਲਾਉਂਦਾ ਹੁੰਦਾ ਸੀ, ਜਦੋਂ ਉੱਠ ਕੇ, ਜਦੋਂ ਸਵੇਰੇ ਤੜਕੇ ਜਿਹੜੀ ਉੱਠ ਕੇ ਲਾਉਣੀ ਆ, ਉਹ ਤਾਂ ਪਤਾ ਨਹੀਂ ਹੁੰਦਾ। ਤੇ ਅਸੀਂ ਮਿਹਨਤ ਲਾ ਕੇ ਤੇ ਫਿਰ ਖਾ ਪੀ ਕੇ, ਤੁਹਾਨੂੰ ਦੱਸ ਜਿੱਦਾਂ ਖਾੜੇ ਦਿੱਲੀ ਆਦਤ ਪਈ ਸੀ ਉਦਾਂ ਹੀ ਸਾਰੇ ਫਿਰ ਸੌਂ ਜਾਈਦਾ ਸੀ। ਫਿਰ ਉੱਠ ਕੇ ਜਾ ਕੇ ਖਾੜੇ ਜ਼ੋਰ ਕਰਨੇ, ਜ਼ੋਰ ਕਰਨ ਤੋਂ ਬਾਅਦ ਫਿਰ ਆਣ ਕੇ ਖਾ ਪੀ ਕੇ ਬਦਾਮ, ਫਿਰ ਸੌਣਾ। ਫਿਰ ਕਿੰਨੀ ਮਿਹਨਤ ਤੋਂ ਲਾਉਂਦੇ ਰਹੇ ਤੁਸੀਂ ਜਿਹੜੀਆਂ ਬੈਠਕਾਂ? ਉਹੀ ਤੁਹਾਨੂੰ ਦੱਸਣ ਲੱਗਾ। ਮੈਂ ਨਾ ਇੱਕ ਫਿਰ ਤੀਸਰੀ ਮਿਹਨਤ ਕਰਦਾ ਰਿਹਾ। ਫਿਰ ਮੈਂ ਦੁਪਹਿਰੇ 2 ਵਜੇ ਮੈਂ ਜਾਣਾ ਉੱਥੇ ਹਰਨਾਮਦਾਸਪੁਰੇ, ਇਕੱਲੇ ਨੇ, ਕੋਈ ਕਿਸੇ ਨੂੰ ਨਹੀਂ ਪਤਾ। ਉੱਥੇ ਮੈਂ ਵੱਡੀ ਕਹੀ ਰੱਖੀ ਸੀਗੀ, ਘੱਟੋ ਘੱਟ 20 ਕਿਲੋ ਦੀ ਕਹੀ ਸੀਗੀ। ਥੱਲੇ weight ਲਾ ਲੈਂਦੇ ਸੀ? weight ਲਾ ਲੈਂਦੇ, ਲੋਹੇ ਦੀ ਕੱਲੀ। ਪਰ ਉਹਦਾ ਹੈਂਡਲ ਵੀ ਜਿਹੜਾ ਉਹ ਦਸਤਾ ਹੁੰਦਾ ਉਹ ਵੀ ਲੋਹੇ ਦਾ ਸੀਗਾ। ਸੁਹਾਗੀ ਲੋਹੇ ਦੀ, ਉਹ ਵੀ ਚੰਗੀ ਭਾਰੀ, ਕਿਉਂਕਿ ਫਿਰ ਇਕੱਲੇ ਜਾਣਾ, ਉੱਥੇ ਬਿਠਾਉਣ ਦੀ ਵੀ ਜ਼ਰੂਰਤ ਨਾ ਪਵੇ। ਤੇ ਡੰਬਲ 20-20 ਕਿਲੋ ਦੇ ਡੰਬਲ ਜਿਹੜੇ ਪੱਕੇ ਰੱਖੇ ਸੀਗੇ, ਉਹ ਮੈਂ 3-4 ਚੀਜ਼ਾਂ ਉੱਥੇ ਰੱਖੀਆਂ ਸੀ ਆਪਣੀਆਂ ਲਿਆਣ ਕੇ। ਮੈਂ ਜੀ ਦੇਖੋ ਬੈਠਕਾਂ ਲਾਉਣੀਆਂ, ਪਹਿਲਾਂ ਤਾਂ ਖਾੜਾ ਪੱਟਣਾ। ਖਾੜਾ ਵੱਡੀ ਕਾਈ ਨਾਲ ਪੱਟ ਕੇ, ਜਿੰਨਾ ਮਤਲਬ ਲਾ ਕੇ ਜਿੰਨਾ ਮਾਰ ਸਕਦਾ, 2-3-4 ਲੈਣਾ ਪੱਟ ਕੇ, ਨਾਲ ਹੀ ਡੰਡਾ ਦੇ ਬਹਿ ਜੀਦਾ ਸੀਗਾ। ਡੰਡ ਮਤਲਬ ਘੱਟੋ ਘੱਟ 100 ਡੰਡ ਮਾਰ ਕੇ, ਫਿਰ ਦੁਬਾਰਾ ਕਈ ਫੜਨੀ, ਫਿਰ ਉਹ ਪੂਰਾ ਖਾੜਾ ਜਦੋਂ ਪੱਟਿਆ 1000 ਡੰਡ ਪੂਰਾ ਹੋ ਜਾਂਦਾ ਹੈ। ਜਦੋਂ ਖਾੜਾ ਪੱਟਣ ਦੀ ਤੇ ਗੱਲ ਰੋਕਦੇ, ਜਿਹੜੇ ਖਾੜਾ ਪੱਟਣਾ, ਉਦੋਂ ਖਾੜਾ ਮਿੱਟੀ ਨਾਲ ਗੁੱਡਣਾ ਬਹੁਤ ਵੱਡੀ ਗੱਲ ਸੀ, ਬਹੁਤ ਔਖਾ ਸੀ ਉਹ ਵੀ। ਟੋਸ ਸਮਾਂ ਦਾ ਬੈਕ ਦੀ ਵੀ ਮਿਹਨਤ ਹੁੰਦੀ ਆ, ਬਾਹਾਂ ਦੀ, ਬਾਈਸੈਪ, ਟ੍ਰਾਈਸੈਪ,
ਜਿਹੜੀਆਂ ਇਹ ਮਿਹਨਤਾਂ ਹੈ ਤੁਹਾਨੂੰ ਮੈਂ ਜਿਹੜੇ ਪੁਰਾਣੇ ਭਲਵਾਨ ਆਏ ਬੈਠੇ ਅਸੀਂ ਤਾਂ ਹੀ ਤੁਹਾਨੂੰ ਇਦਾਂ ਦੀਆਂ ਜਿਹੜੀਆਂ ਇੰਟਰਵਿਊਆਂ ਦਿਖਾਉਂਦੇ ਰਹਿੰਦੇ ਉਹਨਾਂ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਪਤਾ ਲੱਗਦੀਆਂ। ਇਹੀ ਆਪਾਂ ਅੱਜ ਬਹੁਤ ਸਾਡੇ ਨਾਲ ਜੁੜੇ ਰਹੋ, ਬਹੁਤ ਗੱਲਾਂ ਆਪਾਂ ਭਲਵਾਨ ਹੋਣਾ ਤੋਂ ਪੁੱਛਣੀਆਂ। ਤਾਂ ਭਲਵਾਨ ਜੀ ਹਾਂਜੀ ਉੱਥੋਂ ਫਿਰ ਤੇ ਉਹ ਫਿਰ ਜਦੋਂ ਖਾੜਾ ਨਾਲ ਪੱਟੀ ਜਾਣਾ ਨਾਲ 1000 ਡੰਡ, ਫਿਰ ਉਸ ਤੋਂ ਬਾਅਦ ਮੈਂ ਸੁਹਾਗੀ ਵੱਡੀ ਲੈਣੀ, ਸੁਹਾਗੀ ਘਮਾਉਣੀ ਆ, ਸੁਹਾਗੀ ਘਮਾ ਕੇ ਪੂਰੇ ਖਾੜੇ 'ਚ ਨਾਲ ਹੀ ਡੰਬਲ ਫੜਨੇ ਆ 20 ਕਿਲੋ ਦੇ, ਉਹਦੇ ਨਾਲ ਬੈਠਕਾਂ ਸ਼ੁਰੂ ਕਰਨੀਆਂ। ਬੈਠਕਾਂ 1000 ਬੈਠਕ, ਕੀ ਬਾਤ। ਤੇ ਪੂਰੀ ਸੁਹਾਗੀ ਜਿੰਨਾ ਚਿਰ 1000 ਉਹ ਬੈਠਕ ਨਹੀਂ ਹੋ ਜਾਂਦੀ ਉਹਨਾਂ ਚਿਰ ਪੂਰੀ ਮਤਲਬ ਸੁਹਾਗੀ ਘਮਾਈ ਜਾਣੀ ਆ ਨਾਲ ਸੁਹਾਗੀ, ਫਿਰ ਬੈਠਕਾਂ, ਫਿਰ ਸੁਹਾਗੀ, ਫਿਰ ਘੱਟੋ ਘੱਟ 500-700 ਸਪਾਟਾ ਜਿਹੜਾ ਮੈਂ ਲਾਉਂਦਾ ਹੁੰਦਾ ਸੀ। ਉਸ ਟਾਈਮ ਦੀ ਮੈਂ ਗੱਲ ਕਰਦਾ ਜਿਹੜੀ ਮੈਂ ਸਭ ਤੋਂ ਮਿਹਨਤ ਬਹੁਤ ਜ਼ਿਆਦਾ ਕੀਤੀ ਆ। ਮੇਰਾ ਸਰੀਰ ਏਦਾਂ ਮਤਲਬ ਮੈਨੂੰ ਏਦਾਂ ਹੁੰਦਾ ਸੀਗਾ ਵੀ ਮੈਂ ਜੀਗਰ ਨੂੰ ਉੱਡ ਜਾਵਾਂ, ਏਦਾਂ ਸੀ ਮੇਰਾ। ਤੁਸੀਂ ਦੇਖੀ ਹੋਣੀ ਮੇਰੀ ਕੁਸ਼ਤੀ, ਜਦੋਂ ਗੱਦੇ ਤੇ ਚੜਦਾ ਤੇ ਮੈਂ ਘੱਟੋ ਘੱਟ 5 ਫੁੱਟ ਉੱਚੀ ਛਾਲ ਮਾਰਦਾ ਹੋਣੀਆਂ ਤੁਹਾਡੀਆਂ ਹਜੇ ਵੀ ਚੇਤਾ ਤੇ ਡੋਲਾ ਖੜਕਾ ਕੇ ਹੋਣਾ ਆ ਏਦਾਂ ਮਾਰਦਾ ਹੁੰਦਾ ਸੀ ਤੇ ਮਤਲਬ 5 ਫੁੱਟ ਜੰਪ ਮਾਰੀਦਾ ਹੁੰਦਾ ਸੀ ਤੇ ਮਤਲਬ ਜਦ ਜੋਸ਼ ਆਉਂਦਾ ਸੀਗਾ। ਅੱਜ ਕੱਲ੍ਹ ਤਾਂ ਥਾਪੀ ਮਾਰਨ ਲੱਗੇ ਦੇਖਦੇ ਆ ਵੀ ਘੋੜ ਕੀ ਹੋਣਾ, ਥਾਪੀ ਵੀ ਉਹੀ ਮਾਰਦਾ ਜਿਹਨੇ ਮਿਹਨਤ ਲਾਈਆਂ ਤੇ ਉਸ ਕਰਕੇ ਮੈਨੂੰ ਮਤਲਬ ਜਦੋਂ ਮਿਹਨਤ ਕਹਿੰਦੇ ਕੀਤੀ ਆ ਨਾ, ਤੇ ਮਿਹਨਤ ਕਰਨ ਤੋਂ ਬਾਅਦ ਬੰਦੇ ਦੇ ਅੰਦਰ ਕੌਨਫੀਡੈਂਸ ਡਬਲ ਹੋ ਜਾਂਦਾ ਵਾ ਵੀ ਮੈਂ ਉਹ ਮੇਰੀਆਂ ਕੁਸ਼ਤੀਆਂ ਜਿਹੜੀਆਂ ਹੋਈਆਂ ਸੀਆਂ ਉਹ ਲੋਕ ਸਭ ਦੇਖੀਆਂ ਵਾ। ਪਹਿਲਾਂ ਜਿਹਨੂੰ ਜਿੱਤਿਆ ਆਪਾਂ ਨਾ ਕਿ ਇਹਦਾ ਕੀ ਲੈਣਾ, ਚਲੋ ਪਹਿਲਾਂ ਆਪਾਂ ਅੱਜ ਜਦੋਂ ਕਿਉਂਕਿ ਆਪਣਾ ਇਹ ਚੈਨਲ ਇਸ ਕਰਕੇ ਆ ਆਪਾਂ ਪੂਰੀ ਸੱਚਾਈ ਤੇ ਹੀ ਜਾਣਾ, ਆਪਾਂ ਕੋਈ ਝੂਠ ਨਹੀਂ ਬੋਲਣਾ ਜੋ ਤੁਹਾਡਾ ਹੋਇਆ, ਕਿਉਂਕਿ ਜਿਹੜੀਆਂ ਹਾਰਾਂ ਜਿੱਤਾਂ ਪਹਿਲਵਾਨ ਦੀਆਂ ਹੁੰਦੀਆਂ ਹੀ ਆ। ਤੁਸੀਂ ਆਪਾਂ ਜ਼ਰੂਰ ਲੋਕਾਂ ਨੂੰ ਜਿਹੜੇ ਨਵੇਂ ਪਲੇਅਰ ਵੀ ਸੁਣਦੇ ਆ ਜਾਂ ਪਬਲਿਕ ਵੀ ਸੁਣੇ ਉਹਨਾਂ ਨੂੰ ਪਤਾ ਲੱਗੂਗਾ ਕਿੰਨਾ ਹਾਂਜੀ ਕੋਲ ਹੋਈ। ਮੇਰੀ ਪਹਿਲਾਂ ਇੱਕ ਦਿੱਲੀ ਦਾ ਪਹਿਲਵਾਨ ਸੀ, ਉਹਦੇ ਨਾਲ ਕੁਸ਼ਤੀ ਹੋਈ ਸੀਗੀ ਪਹਿਲਾ ਰਾਊਂਡ ਦੇ ਵਿੱਚ। ਠੀਕ ਹੈ ਜੀ। ਤੇ ਦੂਸਰੇ ਰਾਊਂਡ ਦੇ ਵਿੱਚ ਮੇਰੀ ਸ਼ਿੰਗਾਰੇ ਪਹਿਲਵਾਨ ਨਾਲ ਕੁਸ਼ਤੀ ਹੋਈ। ਠੀਕ ਹੈ ਜੀ। ਤੇ ਉਹ ਵੀ ਮੇਰੇ ਨੂੰ ਕਾਫੀ ਹੈਗੀ ਸੀ, ਚਲੋ ਉਹਨਾਂ ਨੂੰ। ਉਸ ਤੋਂ ਬਾਅਦ ਜਿਹੜਾ ਸੈਮੀਫਾਈਨਲ ਸੀ ਮੇਰਾ ਸਨੀ ਗਿੱਲ ਨਾਲ ਹੋਇਆ ਸੀਗਾ, ਤੇ ਉਹਦੇ ਵਿੱਚ ਮੇਰਾ 87 ਕਿਲੋ weight ਸੀ, ਉਹਦਾ 125 ਕਿਲੋ weight ਸੀ। ਤੇ ਉਹ ਕੁਸ਼ਤੀ ਬਹੁਤ ਉਦੋਂ ਹੁੰਦੀ ਸੀ, ਕੁਸ਼ਤੀ 8 ਮਿੰਟ ਦੀ। ਉਹਦੇ ਵਿੱਚ ਘੱਟੋ ਘੱਟ 3 ਮਿੰਟ 3 ਪੁਆਇੰਟ ਲੈਣੇ ਹੁੰਦੇ ਸੀਗੇ। 5 ਮਿੰਟ ਪਹਿਲਾਂ ਤੇ 5 ਮਿੰਟ 3 ਮਿੰਟ ਬਾਅਦ, ਤੇ ਉਹਦੇ ਵਿੱਚ ਲੈਣੇ ਹੁੰਦੇ ਸੀ ਘੱਟੋ ਘੱਟ 3 ਪੁਆਇੰਟ ਲੈਣੇ ਹੁੰਦੇ ਸੀਗੇ। ਹਾਂ, ਨਹੀਂ ਤੇ ਫਿਰ ਲਾਸਟ ਤੇ ਫਿਰ ਵਿੱਚ ਉਹ ਟੌਸ ਕਰਦੇ ਤੇ ਜਾਂ ਫਿਰ ਉਹ ਕੱਢਦੇ ਵੀ ਤਾਂ। ਉਹ ਮੇਰਾ ਜੀ ਸਾਡੀ ਕੁਸ਼ਤੀ ਜਦੋਂ ਹੋਈ ਨਾ ਜੀ, ਤੇ ਕਹਿੰਦੇ ਜੀ ਸਨੀ ਗਿੱਲ ਨਾ ਜ਼ਿੰਦਗੀ 'ਚ ਮੇਰੇ ਖਿਆਲ ਕਹਿੰਦੇ ਵੀ ਉਹਨੇ ਜ਼ਿੰਦਗੀ ਕੋ ਚੌੜਾ ਬਹੁਤ ਸੀ, ਭਾਰਾ ਬਹੁਤ ਸੀਗਾ, ਭਾਰ ਅੰਦਾਜ਼ ਨਹੀਂ ਜ਼ਿੰਦਗੀ 'ਚ ਖਾਦਾ ਉਹਨੇ। ਤੇ ਉਹ ਏਦਾਂ ਦੀ ਬਣਿਆ ਫੜਕ ਸੀ ਮੇਰੇ 'ਚ ਬਹੁਤ ਤੋਂ। ਉਹ ਮੈਂ ਬਗਲ ਡੁੱਬ ਕੇ ਜਦੋਂ ਪਿੱਛੇ ਗਿਆ ਪਿਆ ਬਹਿੰਦੇ ਤੋਂ ਨਾਲ ਹੀ ਮੈਂ ਭਰਨਾ ਮਾਰਤਾ। ਸਾਡੇ ਅੱਖੀਂ ਦੇਖੀਆਂ ਉਹ ਦੇਖੀ ਬਹੁਤ ਯਾਦਗਾਰੀ ਕੋਲਾਂ ਸੀ। ਪਰ ਜਿੰਨਾ ਨਹੀਂ ਦੇਖੀ ਉਹਨਾਂ ਨੂੰ ਇਹ ਵੀ ਮੈਂ ਮਤਲਬ ਇਹੋ ਜਿਹੀ ਇੰਨੀ ਕੁ ਫੜਕ ਸੀ। ਅਸੀਂ ਉਦੋਂ ਸੋਚਦੇ ਸੀ ਤਾਂ ਜਿਹੜਾ ਉਹਨਾਂ ਨੂੰ ਫੜਨਾ ਹੈ ਉਦੋਂ ਬਹੁਤ ਵੱਡੀ ਗੱਲ ਸੀ। ਥੋੜੇ ਜਦੋਂ ਉਹਨਾਂ ਨੇ ਆਪਣੇ ਤੋਂ ਇਦਾਂ ਮਹਿਸੂਸ ਜਿਹਾ ਕੀਤਾ ਮੈਂ ਫੜ ਵੀ ਕਿੱਦਾਂ ਹੋ ਗਿਆ, ਰਾਈਟ ਨਾਟ ਟੂ ਲੈਟ ਨਾਲ ਰਾਈਟ। ਉਹ ਇਹਨਾਂ ਦਾ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ। ਜਦੋਂ ਮੈਂ ਪਿੱਛੇ ਆਇਆ ਨਾਲ ਬੈਠੇ ਨਾਲ ਹੀ ਮੈਂ ਘੁੰਮ ਗਿਆ, ਭਰਨ ਅੰਦਾਜ਼ ਵੱਜ ਗਿਆ, 3 ਪੁਆਇੰਟ ਹੋ ਗਏ। ਤੇ ਉਹ ਕੁਸ਼ਤੀ ਉਸ ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਫਿਰ ਇੰਨਾ ਕਿਹੜਾ ਉਹ ਮੈਂ ਕੁਸ਼ਤੀ ਜਿੱਤ ਕੇ ਫਾਈਨਲ 'ਚ ਆਇਆ। ਫਾਈਨਲ ਕੁਸ਼ਤੀ ਮੇਰੀ ਹੋਈ ਜਗਦੀਸ਼ ਭੁੱਲੇ ਨਾਲ। ਤੇ ਉਹ ਕੁਸ਼ਤੀ ਤੇ ਕਿਉਂਕਿ ਉਸ ਤੋਂ 1 ਸਾਲ ਪਹਿਲਾਂ ਉਹ ਮੈਨੂੰ ਫਾਈਨਲ, ਉਦੋਂ ਉਹ ਵੀ ਫਾਈਨਲ 'ਚ ਪਹੁੰਚਿਆ ਸੀ, ਉਦੋਂ ਮੈਨੂੰ ਉਹ ਜਿੱਤ ਚੁੱਕਿਆ, ਇੱਕ ਜਿੱਤ ਗਿਆ 2 ਪੁਆਇੰਟ ਤੇ। ਤੇ ਮੈਂ ਨਾ ਉਸ ਸਾਲ ਪਿਛਲੇ ਸਾਲ ਉਹਦੇ ਜਿੱਤਣ ਕਰਕੇ ਮੈਂ ਹੋਰ ਡਬਲ ਮਿਹਨਤ ਕੀਤੀ। ਇੱਕ ਘਰ 'ਚ ਹੁੰਦਾ ਸੀਗਾ, ਇੱਥੇ ਸਾਰਾ ਇੱਥੇ ਰਹੀਦਾ ਸੀਗਾ, ਤੇ ਇਹ ਵੀ ਸੀਗਾ ਵੀ ਜਿੱਤਣਾ। ਚਲੋ ਪ੍ਰਮਾਤਮਾ ਨੇ ਮਿਹਨਤ ਕੀਤੀ, ਉਹਦਾ ਫਲ ਮਿਲਿਆ। ਤੇ ਉਹ ਕੁਸ਼ਤੀ ਵੀ ਸਾਡੀ ਏਦਾਂ ਹੋਈ ਵੀ 2 ਪੁਆਇੰਟ ਪਹਿਲਾਂ ਉਹਨੇ ਮੇਰੇ ਤੋਂ, ਕਿਉਂਕਿ ਮੇਰੇ ਤੋਂ ਹੈ ਭਾਰਾ ਬਹੁਤ ਸੀ, 120 ਕਿਲੋ 187 ਕਿਲੋ 30 ਕਿਲੋ ਦਾ ਫਰਕ ਸੀ ਬਹੁਤ। ਤੇ ਹੈ ਵੀ ਇਹ ਥੋੜਾ ਵੀ ਉਹ ਪਹਿਲਵਾਨ ਸੀਗਾ, ਇਹ ਕਿਹੜਾ ਵੀ ਮਤਲਬ ਕੋਈ ਪਹਿਲਵਾਨ ਸੀਗਾ ਵੀ ਐਰਾ ਗੈਰਾ ਵੀ ਜਿਹੜਾ ਕੋਈ ਭਾਰਾ, ਤੇ ਚਲੋ ਭਾਰ ਦੀ ਗੱਲ ਹੈ, ਲੇਕਿਨ ਨੰਬਰ 1 ਪਹਿਲਵਾਨ ਸੀ ਉਸ ਟਾਈਮ ਦਾ ਉਹ ਦੁਸਤਮੇਨ ਦਾ। ਤੇ ਉਹ ਇਦਾਂ 2 ਮਿੰਟ ਤੋਂ ਪਹਿਲਾਂ ਲੈ ਕੇ ਤੇ ਲੋਕਾਂ ਨੂੰ ਜਿੱਦਾਂ ਨਾ ਮਹਿਸੂਸ ਇਦਾਂ ਜਦੋਂ ਇੱਥੇ ਆਪਣੇ ਹੰਸਰਾ ਸਟੇਡੀਅਮ ਹੈ ਤੇ ਭਰਦਾ ਬਹੁਤ ਜਿੰਨਾ ਕੋਈ ਭਰਿਆ ਉਹ ਜਦੋਂ 2 ਪੁਆਇੰਟ ਲੈ ਗਿਆ ਨਾ ਤੇ ਟਾਈਮ ਵੀ ਉਦੋਂ ਬੀਤਣ ਲੱਗਾ ਤੇ ਉਹ ਲੋਕੀ ਸੋਚਣ ਵੀ ਪਿਛਲੇ ਸਾਲ ਵੀ ਜਿੱਤ ਗਿਆ ਸੀ ਨੇ ਜਿੱਤ ਜਾਣਾ, ਲੋਕੀ ਨਾ ਤੁਰ ਪਏ। ਤੇ ਜਦੋਂ ਤੁਰ ਪਏ ਨਾ ਉਦੋਂ ਕੀ ਹੋਇਆ ਵੀ ਮੈਂ ਇੱਕਦਮ ਉਹੀ ਗੱਲ ਫੜਕ ਸੀਗਾ ਉਹ ਜਦੋਂ ਮੇਰੇ ਪੱਟ ਨੂੰ ਆਇਆ ਮੈਂ ਮਾਰਿਆ ਉਹਨੂੰ ਮੋੜਾ ਜਿਹਾ ਸਾਹਮਣੇ ਮਾਰ ਕੇ ਸੇਮ ਸਨੀ ਵਾਲੀ ਹੋਈ ਉਹੀ ਗੱਲ। ਹਾਂ ਸਨੀ ਵਾਲੀ। ਤੇ ਉਹ ਜਦੋਂ ਅਜੇ ਬਹਿੰਦੇ ਉੱਠਣ ਦੀ ਕੋਸ਼ਿਸ਼ ਕਰਦਾ ਸੀ ਉਹ ਨਾਲ ਹੀ ਭਰਨ ਦਾ ਵੱਜ ਗਿਆ। ਬਹੁਤ ਸੋਹਣਾ। ਤੇ ਉਸ ਤੋਂ ਬਾਅਦ ਫੇਰ ਆਇਆ, ਫੇਰ ਮੈਂ ਮਾਰਿਆ ਬਗਲ, ਫੇਰ ਤੇ ਉਹ ਕਹਿੰਦੇ ਨੇ ਹੱਥੀ ਜ਼ੋਰ ਹੀ ਲਾਉਣਾ ਛੱਡਤਾ ਜਦੋਂ ਉਹਦਾ। ਫਿਰ ਲੋਕੀ ਦੌੜੇ ਆਏ ਇੱਕਦਮ ਉਹ ਲਾ 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 ਕਰਦੇ। ਹਾਂ
ਮਤਲਬ ਸਾਰਾ ਮਾਹੌਲ ਹੀ ਬਦਲ ਗਿਆ। ਤੇ ਉਸ ਟਾਈਮ ਜਿਹੜੀ ਉਹ ਜਿੱਤ ਸੀ, ਉਹ ਮੇਰੀ ਮਿਹਨਤ ਦੀ ਜਿੱਤ ਸੀ। ਮਿਹਨਤ ਤੇ ਹਰ ਟਾਈਮ ਕੀਤੀ, ਬਹੁਤ ਕੀਤੀ ਆ, ਪਰ ਉਹ ਜਿਹੜੀ ਮੈਨੂੰ ਇਹ ਲੱਗਦਾ ਵੀ ਉਹ ਮੈਂ ਮਿਹਨਤ ਨਾ ਕਰਦਾ ਤੇ ਹੋ ਸਕਦਾ ਉਸ ਟਾਈਮ ਵੀ ਮੈਂ ਉਹ ਟਾਈਟਲ ਨਾ ਜਿੱਤਦਾ। ਕਿਉਂਕਿ ਇਹ ਜਿਹੜੀਆਂ ਘੋਲਾਂ ਆ ਜਿਹੜੀਆਂ ਦੱਸ ਰਹੇ ਆ ਪਹਿਲਵਾਨ ਹੋਣੀ ਪਹਿਲਾਂ ਨਾ ਇਹ 85 ਕਿਲੋ ਚ ਘੁਲਦੇ ਸੀ, ਉਹ ਜਿਹੜੀਆਂ ਅਸੀਂ ਵੀ ਅੱਖੀ ਦੇਖੀਆਂ ਘੋਲਾਂ ਸਾਨੂੰ ਵੀ ਬਹੁਤ ਪਹਿਲਵਾਨ ਜੀ ਵਧੀਆ ਲੱਗੀਆਂ। ਤੁਸੀਂ 2 ਕਿਲੋ ਵਧਾ ਕੇ ਤੁਹਾਨੂੰ ਇਹ ਸੀ ਵੀ ਮੈਂ ਇੱਕ ਦਿਨ ਰੁਸਤਮ ਹੋਊਗਾ ਟਾਈਟਲ ਜਿੱਤਣਾ, ਜਿੱਦਾਂ ਭਾਰਤਮਲ ਸਮਰਾਟ ਦਾ ਸੀ ਉਹ ਟਾਈਟਲ। 2 ਵੇਟ ਹੁੰਦੇ ਸੀਗਾ, ਇੱਕ ਤੇ ਹੁੰਦਾ ਸੀ 85 ਕਿਲੋ ਤੇ 85 ਕਿਲੋ ਤੱਕ ਹੁੰਦਾ ਸੀ ਵੀ ਉਹ ਸੀਮਤ ਹੁੰਦਾ ਸੀ ਜਿੱਦਾਂ ਅਸੀਂ ਹਰ ਸਾਲ ਲੜਦੇ। ਮੈਂ ਹਰ ਸਾਲ ਇਹ ਚ ਲੜੀ ਜਾਈਦਾ, ਫਿਰ ਮੈਂ 85 ਕਿਲੋ ਚ weight ਦੇ ਕੇ ਤੇ ਫਿਰ ਪਾਣੀ ਪੂਣੀ ਪੀ ਕੇ 87 ਕਿਲੋ ਇੱਕ ਹਰੇਕ ਸਾਲ ਚਾਚਾ ਦੀ ਜਿਆਦੀ ਘੋਲ ਆ ਜਾਂਦੀ ਸੀ। ਇਹ ਕਹਿੰਦੇ ਹੋਣੇ ਵੀ ਅਸੀਂ ਆਪਸ ਵਿੱਚ ਹੀ ਜਿੱਤੀ ਯਾਰੀ ਜਾਂਦੇ ਆ। ਤਾਂ ਬਹੁਤ ਖੁਸ਼ੀ, ਇਦਾਂ ਸਾਡੇ ਨਾਲ ਜੁੜੇ ਰਹੋ। ਅਸੀਂ ਤੁਹਾਨੂੰ ਬਹੁਤ ਅਜੇ ਭਰਾਵਾਂ ਤੋਂ ਗੱਲਾਂ ਕੰਟੀਨਿਊ ਰੱਖਣੀਆਂ। ਤਾਂ ਪਹਿਲਵਾਨ ਜੀ ਹੋਰ ਜਿਹੜੀਆਂ ਤੁਹਾਡੀਆਂ ਯਾਦਗਾਰ ਘੋਲਾਂ ਆ ਜਿੱਦਾਂ ਉਹ ਆਪਣੀਆਂ ਜ਼ਰੂਰ ਸ਼ੇਅਰ ਕਰੋ। ਇਸ ਤੋਂ ਬਾਅਦ ਚਲੋ ਅੱਗੇ ਚੱਲਦੇ ਰਹੇ ਟਾਈਟਲ। ਫਿਰ ਇੱਕ ਹਿੰਦ ਕੇਸਰੀ ਟਾਈਟਲ ਇੱਥੇ 91 ਦੇ ਵਿੱਚ ਦਿਆਲਪੁਰੇ ਹੁੰਦੇ ਆ, ਮਿੱਟੀ 'ਚ ਕਰਵਾਉਂਦੇ ਆ। ਉਸ ਦੇ ਵਿੱਚ ਵੀ ਮੇਰੀਆਂ ਬਹੁਤ ਵਧੀਆ ਕੁਸ਼ਤੀਆਂ ਹੋਈਆਂ। ਸ਼ਮਸ਼ੇਰ ਨਾਲ ਹੋਈ, ਇੱਕ ਉੱਥੇ ਵੀ ਸ਼ਾਇਦ ਸ਼ਿਕਾਰੇ ਨਾਲ ਵੀ ਹੋਈ ਸੀ। ਇੱਕ ਮੇਰੇ ਸੁਨੀਲ ਹੈ ਦਿੱਲੀ ਦਾ ਫਾਈਨਲ, ਉਹਦੇ ਨਾਲ ਹਰਵਿੰਦਰ ਨਾਲ ਹੋਈ, ਸਨੀ ਨਾਲ ਵੀ ਹੋਈ ਉੱਥੇ। ਮਤਲਬ ਸਾਰਿਆਂ ਨੂੰ ਜਿੱਤ ਕੇ ਉੱਥੇ ਮੈਂ ਫਾਈਨਲ 'ਚ ਮੇਰੀ ਹੋਈ ਸੀ ਸੁਨੀਲ ਨਾਲ, ਤੇ ਉਹਨੂੰ ਮੈਂ ਜਿੱਤ ਕੇ ਤੇ ਉੱਥੇ ਵੀ ਹਿੰਦ ਕੇਸਰੀ ਬਣਿਆ। ਤੇ ਫਿਰ ਉਹ ਸਾਰੇ ਉਹ ਘੋਲਾਂ ਬਹੁਤ ਯਾਦਗਾਰੀ ਆ, ਤਾਂ ਬਹੁਤ ਵਧੀਆ ਹੋਈਆਂ ਸੀ। ਬਹੁਤ ਵਧੀਆ ਕੁਸ਼ਤੀ। ਕਿਉਂਕਿ ਜਿਹੜਾ ਤੁਹਾਡਾ ਗਰੁੱਪ ਸੀ ਬਹੁਤ ਵਧੀਆ। ਮੇਰੀ ਢਾਕ ਬੜੀ ਮਸ਼ਹੂਰ ਹੁੰਦੀ ਹੈ ਇੱਕ। ਹਾਂਜੀ ਹਾਂਜੀ। ਉਹ ਜਦੋਂ ਕਹਿੰਦੇ ਹੁੰਦੇ ਇੱਕ ਨਾ ਮੇਰੇ ਹੱਥ ਤੇ ਚੜ ਗਿਆ ਨਾ, ਜਿਹੜਾ ਮੇਰੇ ਇੱਕ ਪੁਆਇੰਟ ਸੀ ਉਹਦੇ ਚੜ ਗਿਆ, ਤੇ ਸਮਝ ਲਓ ਢਾਕ ਉੱਥੇ ਵੱਜੀ ਆ। ਤੇ ਇਹਦਾ ਵੀ ਤੁਹਾਨੂੰ ਅੱਗੇ ਜਾ ਕੇ ਕਿੱਸਾ ਦਿਖਾਊਂਗਾ। ਇੱਕ ਨੈਸ਼ਨਲ 'ਚ ਵੀ ਹੋਈ ਸੀ ਇਦਾਂ। ਤੇ ਇੱਥੇ ਵੀ ਜਦੋਂ ਹੋਈ ਸੀ ਦਿਆਲਪੁਰੇ, ਤੇ ਉੱਥੇ ਮੈਂ ਸ਼ਮਸ਼ੇਰ ਨੂੰ ਵੀ 3 ਢਾਕਾਂ ਮਾਰੀਆਂ ਤੇ ਇੱਕ ਹਰਵਿੰਦਰ ਨੂੰ ਢਾਕ ਮਾਰ ਕੇ ਜਿੱਤਿਆ ਜੀ। ਹਰਵਿੰਦਰ ਆਲਮਗੀਰ ਦਾ ਮੈਨੂੰ ਲੱਗਦਾ ਉਦੋਂ ਪੁਆਇੰਟ ਹਰਵਿੰਦਰ ਦੇ ਉਹਨੇ ਲਏ ਪਹਿਲਾਂ ਇੱਕ ਕਰ ਲੱਗਦਾ ਸੀ ਰਿਜ਼ਲਟ, ਪਰ ਉਹਦਾ ਰਿਜ਼ਲਟ ਇੱਕਦਮ ਹੀ ਚੇਂਜ ਹੋਇਆ। ਜੋ ਢਾਕ ਵੱਜੀ ਬਹੁਤ ਬੁਰੀ ਵੱਜੀ ਬਾਈ ਬਹੁਤ ਉੱਥੇ ਹਿੱਲਿਆ ਜੀ ਬਸ ਉੱਥੇ। ਤੇ ਫਾਈਨਲ ਸਾਡੀ ਸੁਨੀਲ ਨਾਲ ਜਿੱਤਿਆ। ਤੇ ਇਦਾਂ ਹੀ ਨਾ ਮੈਂ ਉਸ ਤੋਂ ਬਾਅਦ ਫਿਰ ਨੈਸ਼ਨਲ ਗੇਮ ਸੀ 94 ਦੇ ਵਿੱਚ ਪੂਨੇ। ਤੇ ਉਹ ਐਕਚੁਅਲੀ ਮੇਰੇ ਵਿੱਚੋਂ ਨਾ ਬੈਕ ਤੇ ਲੱਗੀ ਸੱਟ ਥੋੜੀ ਜੀ। ਤੇ ਮੈਂ ਉਦੋਂ ਆਪਣਾ ਨਾ ਪੰਜਾਬ ਦਾ ਕੈਂਪ ਲੱਗਾ ਸੀਗਾ ਉੱਥੇ। ਜ਼ੋਰ ਕਰਦੇ ਲੱਗੇ? ਹਾਂ ਜ਼ੋਰ ਕਰਦੇ, ਦਾਬਦੂਬ ਜੀ ਆ ਗਈ ਬੈਕ ਤੇ। ਤੇ ਉਹ ਉੱਥੇ ਕੈਂਪ ਲੱਗਾ ਸੀਗਾ, ਚੰਡੀਗੜ੍ਹ ਲਾਇਆ ਸੀ ਪੰਜਾਬ ਟੀਮ ਦਾ, ਕਿਉਂਕਿ ਨੈਸ਼ਨਲ ਗੇਮ ਵਾਸਤੇ ਟੀਮ ਜਾਣੀ ਜਿੱਦਾਂ ਆਪਣੀ। ਕੈਂਪ ਉਹਨਾਂ ਨੇ ਲਾਇਆ ਸੀ ਉੱਥੇ, ਕਮਾਂਡੋ ਦਾ ਉੱਥੇ ਸੀਗਾ ਇੱਕ ਬਟਾਲੀਅਨ। ਤੇ ਉੱਥੇ ਜਿੱਦਾਂ ਸਾਰੇ ਲਗਭਗ ਪੁਲਿਸ ਦੇ ਹੁੰਦੇ ਸੀ ਆਪਣੇ ਪਹਿਲਵਾਨ ਸਾਰੇ ਜਿੱਦਾਂ ਨਾ। ਤੇ ਉੱਥੇ ਰਹਿਣ ਸਹਿਣ ਉੱਥੇ ਹੀ। ਤੇ ਜਿਹੜੇ ਅਸੀਂ ਸ਼ਿਵਾਲਿਕ ਸਕੂਲ ਉੱਥੇ ਇੱਕ ਮੈਟ ਸੀਗਾ, ਉੱਥੇ ਜ਼ੋਰ ਕਰਨ ਆਉਂਦੇ ਹੁੰਦੇ ਆ ਉੱਥੋਂ। ਤੇ ਮੈਂ ਤੇ ਚਲੋ ਵੈਸੇ ਹੀ ਨਾਲ ਚਲੋ ਪਹਿਲਵਾਨੀ ਕਰਦੇ ਹਾਂ, ਤੇ ਫਿਰ ਘਰ ਕੀ ਬਹਿਣਾ ਹੁੰਦਾ ਸੀ, ਚਾਚੇ ਜੀ ਹੋਣੀ ਸੀ ਸਾਰੇ ਉੱਥੇ ਕੈਂਪ ਦੇ ਵਿੱਚ। ਤੇ ਮੈਂ ਨਾਲ ਵੈਸੇ ਇਹਨਾਂ ਨੇ ਆ ਜਾਣਾ ਬੱਸ ਤੇ, ਇਹਨਾਂ ਨੇ ਜੋੜ ਕੇ ਮੈਂ ਪਿੱਛੋਂ ਦੌੜ ਕੇ ਆਉਣਾ। ਉੱਥੇ ਮੇਰੇ ਬੈਕ ਤੇ ਸੱਟ ਲੱਗੀ, ਮੈਂ ਆਣ ਕੇ ਕੁਛ ਨਹੀਂ ਕਰਨਾ, ਆਣ ਕੇ ਮੈਂ ਲੇਟ ਕੇ ਆਪਣੀ ਬੈਂਚ ਵਗੈਰਾ ਪ੍ਰੈਸ ਵਗੈਰਾ ਇਹ ਉਹ ਲਾਉਣੀ ਤੇ ਕੁਛ ਕਰਨਾ। ਚਲੋ ਚੱਲਦਾ ਗਿਆ। ਫਿਰ ਐਂਡ ਦੇ ਵਿੱਚ 2-4 ਮੈਂ ਜ਼ੋਰ ਹਲਕੇ ਕੀਤੇ ਸ਼ੁਰੂ ਕੀਤੇ। ਤੇ ਮੈਂ ਉਹ ਜਦੋਂ ਟੀਮ ਸਿਲੈਕਸ਼ਨ ਹੋ ਗਈ, ਉਹਦੇ ਵਿੱਚ ਨਾ 100 ਕਿਲੋ ਦੇ ਵਿੱਚ ਨਾ ਕੇਰ ਦੀ ਸਿਲੈਕਸ਼ਨ ਹੋਈ। ਤੇ 90 ਕਿਲੋ ਵਿੱਚ ਹੋਈ ਸਨੀ ਗਿੱਲ ਦੀ। ਤੇ ਉਹ ਜਦੋਂ ਟੀਮ ਜਾਣੀ ਸੀਗੀ, ਤੇ ਕੇਅਰ ਪਹਿਲਵਾਨ ਦੇ ਸ਼ਾਇਦ ਕਿ ਸੱਟ ਲੱਗ ਗਈ ਜਾਂ ਕੁਛ ਹੋ ਗਿਆ, ਕੇਅਰ ਵਿਡਰਾਅ ਕਰ ਗਏ। ਤੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਖਾਲੀ ਵੇਟ, ਕਿਉਂਕਿ ਉਦੋਂ ਟੀਮ ਜਿਹੜੀ ਆਪਣੀ ਜ਼ਿਆਦਾਤਰ ਨਾ ਪੰਜਾਬ ਦੀ ਟੀਮ ਚੈਂਪੀਅਨ ਹੋ ਜਾਂਦੀ ਸੀ, ਕਹਿੰਦੇ ਜੇ ਖਾਲੀ ਵੇਟ ਲਿਜਾਣ ਨਾਲੋਂ ਨਾ ਇਹਨੂੰ ਲੈ ਜਾਂਦੇ ਆ। ਉਦੋਂ ਮੇਰਾ ਵੇਟ ਉਹਦਾ 95-96 ਕਿਲੋ ਸੀਗਾ। ਤੇ ਵੀ ਵੇਟ ਖਾਲੀ ਨਹੀਂ ਜਾਊਗਾ, ਚਲੋ ਜੇ ਇੱਕ ਕੁਸ਼ਤੀ ਨਾ ਵੀ ਕੱਢੂਗਾ ਤੇ ਜੇ ਇੱਕ ਦਾ ਨੰਬਰ ਵੈਸੇ ਲੱਗ ਜਾਂਦਾ ਨਾ, ਤੇ ਇੱਕ ਦਾ ਨੰਬਰ ਲੱਗ ਕੇ ਟੀਮ ਦੇ ਵਿੱਚ ਫਰਕ ਪੈ ਜਾਂਦਾ। ਮੈਂ ਨਾਲ ਚੱਲ ਗਿਆ ਉੱਥੇ। ਤੇ ਉੱਥੇ ਜਾ ਕੇ ਜਦੋਂ ਵੇਟ ਹੋਣੀ ਸੀ ਨਾ, 2-4 ਦਿਨ ਪਹਿਲਾਂ ਹੀ ਚੱਲ ਜਾਂਦੀ, ਕਿਉਂਕਿ ਨੈਸ਼ਨਲ ਗੇਮਸ ਹੁੰਦੀਆਂ, ਸਾਰੀਆਂ ਗੇਮਾਂ ਹੁੰਦੀਆਂ, ਸਾਡੀ ਰੈਸਲਿੰਗ ਐਂਡ ਜੇ ਚ ਹੁੰਦੀ ਆ। ਤੇ ਮੈਨੂੰ ਨਾ ਉਹ ਸਨੀ ਦੀ, ਤੇ ਮੈਨੂੰ ਸਨੀ ਨੇ ਦੇਖਣਾ ਹਿਸਾਬ ਕਿਤਾਬ ਜੀ ਮੈਂ ਕਿਹੜੇ ਚ ਲੜਾਂ, ਪਹਿਲਵਾਨ ਕਿਹੜੇ ਆਏ ਆ। ਉਹਦਾ ਰਾਦਾ ਵੀ ਉੱਪਰਲਾ ਵੀ ਖਾਲੀ ਆ ਤੇ ਥੱਲੜਾ ਵੀ ਖਾਲੀ, ਮੈਂ ਆਇਆ ਵਾਂ। ਇਹਨੇ ਵੀ ਉਦਾਂ ਵੇਟ ਦੇਣਾ ਵੀ ਜਾਂ ਜਿਹੜੇ ਵੇਖੂਗਾ ਜਿਹੜੇ ਚ ਚੰਗੇ ਆ ਉਹ ਥੱਲੜੇ ਚ ਦੇ ਦੂੰਗਾ। ਮੈਂ ਇਹਨੂੰ ਪਹਿਲਾਂ ਸਨੀ ਕਿਹਾ ਵੀ ਮੈਂ ਮੈਨੂੰ ਵੀਰਾ ਦੱਸ ਨਹੀਂ, ਜੇ ਤੂੰ ਉੱਪਰ ਲੜਨਾ ਤੇ ਮੈਨੂੰ ਥੱਲੇ ਘਟਾਉਣਾ ਪੈਣਾ ਵਾ, 90 ਕਿਲੋ ਤੇ ਕਰਨਾ ਪੈਣਾ ਮੈਨੂੰ। ਤੇ ਜੇ ਤੂੰ ਥੱਲੇ ਲੜਨਾ ਤੇ ਫਿਰ ਮੈਨੂੰ ਮੇਰਾ ਹੈਗਾ, ਮੈਨੂੰ ਪਹਿਲਾਂ ਦੱਸ ਦੇ। ਟੀਮ ਵਰਕ ਹੁੰਦਾ ਜੀ, ਆਪਾਂ ਟੀਮ ਵਧੀਆ ਬਣਾ ਕੇ ਲਿਆਈ ਹੈ ਨਾ। 2 ਦਿਨ ਪਹਿਲਾਂ ਦੱਸ ਦੇ, ਫਿਰ ਮੈਂ ਵੇਟ ਦੇਣ ਲਈ ਮੈਨੂੰ ਘਟਾਉਣਾ ਤੇ ਪੈਣਾ ਨਾ। ਤੇ ਫਿਰ ਇਹਨੇ ਵੇਖਿਆ ਹਿਸਾਬ ਕਿਤਾਬ ਜਿਹਾ, ਵੀ ਕਹਿੰਦਾ ਵੀ ਮੈਂ 90 ਕਿਲੋ ਚ ਮੈਂ ਲੜਦਾ। ਮੈਂ ਠੀਕ ਆ, ਫਿਰ ਮੈਂ 100 ਕਿਲੋ ਚ ਵੇਟ ਦੇ ਦਿੱਤਾ। ਦੇਖੋ ਜੀ, ਉਹ ਕਹਿੰਦੇ ਹੁੰਦੇ ਆ ਨਾ, ਪਰਮਾਤਮਾ
ਜਦੋਂ ਮਿਹਨਤ ਕਰਦਾ ਨਾ ਹਾਂਜੀ। ਉਦੋਂ ਤੇ ਫਲ ਦਿੰਦਾ ਹੀ ਆ। ਹਾਂਜੀ। ਕਈ ਵਾਰ ਨਾ ਮਿਹਨਤ ਕਰਦੇ ਆ ਤੁਹਾਡਾ ਵੈਸੇ ਹੀ ਇੰਨਾ ਜਦੋਂ ਤੁਸੀਂ ਕਹਿੰਦੇ ਵੀ ਚਲੋ ਮੈਂ ਜਿੱਤਣ ਲਈ ਨਹੀਂ ਜਾਣਾ, ਮੈਂ ਭਾਵੇਂ ਹਾਰਨ ਲਈ ਜਾਣਾ, ਪਰ ਉਹ ਚੀਜ਼ ਤੁਸੀਂ ਇੰਨਾ ਕਰ ਜਾਂਦੇ ਵੀ ਉਹ ਬੰਦਾ ਵਾਕਈ ਉਹ ਕਰ ਦਿੰਦਾ। ਵਧੀਆ ਕਰਦਾ। ਉਹ ਕੀ ਹੋਇਆ, ਮੈਂ ਵੇਟ ਦੇਤਾ, ਮੇਰੀ ਵਧੀਆ ਤੋਂ ਪਹਿਲਵਾਨ ਸਾਰੇ ਉਸ ਪਹਿਲਵਾਨ ਕਿਉਂਕਿ ਸਨੀ ਨੇ ਤਾਈਓ ਥੱਲੇ ਆਇਆ ਸੀ ਨਾ ਵੀ ਉੱਤੇ ਸਾਰੇ ਵਧੀਆ। ਸ਼ਮਸ਼ੇਰ ਸੀਗਾ, ਇੱਕ ਉਦੇ ਰਾਜ ਯਾਦਵ ਵੀ ਉਹ 2-3 ਸਾਲ ਤੋਂ ਨੈਸ਼ਨਲ ਚੈਂਪੀਅਨ ਸੀਗਾ, ਸੁਨੀਲ ਇੱਕ ਸੀਗਾ ਦਿੱਲੀ ਦਾ, ਤੇ ਇੱਕ 3-4 ਪਿਛਵਾਲਿਆ ਸੀਗਾ ਇੱਕ ਆਪਣੇ ਉੱਥੋਂ ਦਾ ਆਗਰੇ ਦਾ। ਸਾਰੇ ਵਧੀਆ ਪਹਿਲਵਾਨ ਸੀ, ਸਾਰੇ 100 ਕਿਲੋ ਸੀਗੇ। ਮੈਂ ਤਾਂ ਵੇਟ ਹੀ ਦਿੱਤਾ ਜੀ। ਪਹਿਲੀ ਕੁਸ਼ਤੀ ਹੋਈ ਸਵਾਲਿਆਂ ਨਾਲ, ਉਹਨੂੰ ਮੈਂ 6-2 ਤੇ ਜਿੱਤਿਆ। ਠੀਕ ਹੈ ਜੀ। ਦੂਜੀ ਮੇਰੀ ਕੁਸ਼ਤੀ ਹੋਈ ਸ਼ਮਸ਼ੇਰ ਨਾਲ, ਉਹਨੂੰ ਮੈਂ ਜਿੱਤਿਆ। ਫਿਰ ਉਹਦੇ ਰਾਜ ਯਾਦਵ ਜਿਹੜਾ 2 ਸਾਲ ਤੋਂ ਚੈਂਪੀਅਨ, ਉਹਨੂੰ ਮੈਂ 15 ਸੈਕਿੰਡਾਂ ਦੇ ਵਿੱਚ ਅੰਦਰਲਾ ਕਲਾ ਜੰਗ ਮਾਰ ਕੇ ਬਾਈ। ਤੇ ਫਾਈਨਲ ਮੇਰੀ ਕੁਸ਼ਤੀ ਹੋਈ ਸੀਗੀ ਉਹਦੇ ਨਾਲ ਸੁਨੀਲ ਨਾਲ। ਸੁਨੀਲ ਨੂੰ ਜਾਂਦੇ ਮੇਰਾ ਹਾਲ 2 ਢਾਕਾਂ ਮਾਰੀਆਂ, ਪਹਿਲਾਂ 3 ਬਹੁਤ ਲਚਕਦਾਰ ਸਰੀਰ ਸੀ। ਹਾਂ 2 ਢਾਕਾਂ ਮਾਰੀ, ਪਹਿਲੀ ਮਾਰੀ ਤੇ ਬਚ ਗਿਆ, ਬਾਹਰ ਹੋ ਗਏ। ਦੂਸਰੀ ਮਾਰੀ ਬਾਈ ਫਾੜ। ਔਰ ਮੇਰੀਆਂ ਟੋਟਲ ਕੁਸ਼ਤੀਆਂ ਲਾ ਲਓ ਵੀ ਪਹਿਲੀ 6 ਮਿੰਟ ਹੋਈ ਤੇ ਦੂਜੀਆਂ 15 ਸੈਕਿੰਡ 30 ਸੈਕਿੰਡ, ਮਤਲਬ ਪੂਰੀ 7 ਮਿੰਟ ਕੁਸ਼ਤੀਆਂ ਦੇ ਵਿੱਚ ਮੈਂ ਚੈਂਪੀਅਨ ਬਣਿਆ ਨੈਸ਼ਨਲ ਗੇਮਸ ਦਾ। ਢਾਕ ਤੋਂ ਚੇਤਾ ਆ ਗਿਆ, ਤੁਸੀਂ ਇੱਕ ਜਿਹੜੀ ਬਾਹਰ ਵੀ ਘੋਲ ਹੋਈ ਸੀ ਸਟਾਰਟਿੰਗ ਵਿੱਚ, ਉਹ ਘੋਲ ਦਿੱਤੀ ਨਹੀਂ ਗਈ, ਤੁਸੀਂ ਦੇਖਣ ਲੱਗ ਪਏ। ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ, ਉਹਦਾ ਵੀ ਬੜਾ ਇੱਕ ਮੇਰੇ ਦਿਲ 'ਚ ਕੈਨੇਡਾ ਵਾਲੇ ਨਾਲ ਤੁਹਾਡੇ ਅੱਜ ਤੱਕ ਜਿਹੜਾ ਮੇਰੇ ਦਿਲ 'ਚ ਨਾ ਉਹ ਜਿਹੜੀ ਢਾਕ ਹੈ ਨਾ, ਜਸਟਨ ਨਾਲ। ਹਾਂ ਜਸਟਨ ਨਾਲ ਸੀ। ਇਸ ਤੋਂ ਪਹਿਲਾਂ ਇੱਕ ਮੇਰੀ ਨਾ ਨੈਸ਼ਨਲ ਹੋਈ ਸੀਗੀ ਸਾਂਗਲੀ, ਇੱਕ ਨੈਸ਼ਨਲ ਚੈਂਪੀਅਨਸ਼ਿਪ। ਉਹਦੇ ਵਿੱਚ ਨਾ ਮੈਂ 100 ਕਿਲੋ 'ਚ ਲੜਿਆ ਤੇ ਉੱਥੇ ਨਾ ਇੱਕ ਮੁੰਡਾ ਦਿੱਲੀ ਦਾ ਪਹਿਲਵਾਨ ਸੀ, ਵਧੀਆ ਪਹਿਲਵਾਨ ਸੀ, ਤੇ ਉਹਦੇ ਨਾਲ ਮੇਰੀ ਫਾਈਨਲ ਕੁਸ਼ਤੀ। ਉਹ ਮੈਨੂੰ ਸਾਰੇ ਉਹਨਾਂ ਨੇ ਨਾ ਜ਼ੋਰ ਲਾ ਰਿਹਾ। ਉਹ ਕਹਿੰਦੇ ਵੀ ਇਹ ਢਾਕ ਮਾਰਦਾ ਹੀ, ਤੂੰ ਢਾਕ ਤੋਂ ਬਚਣਾ ਵਾ, ਹੋਰ ਤੂੰ ਕੁਛ ਨਹੀਂ, ਤੂੰ ਢਾਕ ਤੋਂ ਬਚਣਾ। ਢਾਕ ਬਚ ਗਿਆ ਤਾਂ ਬਚ ਗਿਆ। ਤੇ ਉਹ ਦੇਖੋ ਪਹਿਲਵਾਨ ਸਾਰਾ ਕੁਝ ਕਰਦਾ ਹੈ, ਪਰ ਢਾਕ ਤੋਂ ਹੀ ਨਹੀਂ ਬਚ ਸਕਿਆ। ਢਾਕ ਮਾਰ ਕੇ ਨੂੰ ਜਿੱਤ ਕੀਤਾ। ਮਤਲਬ ਆਮ ਜਿਹੜੀ ਪਬਲਿਕ ਨੂੰ ਥੋੜਾ ਜਿਹਾ ਪਤਾ ਨਹੀਂ ਹੁੰਦਾ, ਕਿਉਂਕਿ ਕਬੱਡੀ ਵਾਲੇ ਜਿਹੜੀ ਢਾਕ ਕਹਿੰਦੇ, ਉਹ ਜਿਹੜੀ ਅਸੀਂ ਆਰਮ ਥਰੋ ਧੋਬੀ ਮਾਰਦੇ ਉਹਨੂੰ ਕਹਿੰਦੇ, ਉਹ ਬਾਹ ਫੜ ਕੇ ਉੱਪਰ ਜੀ ਸੱਟਦੇ ਆ। ਜਿਹੜੀ ਇਹ ਰੈਸਲਿੰਗ ਦੀ ਢਾਕ ਹੈ, ਗਰਦਨ ਤੋਂ ਫੜ ਕੇ ਮਾਰੀ ਜਾਂਦੀ ਹੈ। ਤਾਂ ਪਹਿਲਵਾਨਾਂ ਦੇ ਇਦਾਂ ਜਿਹੜੇ ਮੂਵ ਆ, ਨਵੇਂ ਨਿਆਣਿਆਂ ਨੂੰ ਨਾਲੇ ਪਤਾ ਲੱਗਣੇ ਆ। ਪਹਿਲਵਾਨ ਨਾਲ ਜੁੜੇ ਰਹਿਣਾ। ਅਸੀਂ ਇਹਨਾਂ ਤੋਂ ਬਹੁਤ ਗੱਲਾਂ ਹਜੇ ਹੋਰ ਕਢਾਉਣੀਆਂ। ਪਹਿਲਵਾਨ ਜੀ ਕੰਟੀਨਿਊ। ਹਾਂਜੀ ਬਿਲਕੁਲ ਜੀ। ਉਸ ਤੋਂ ਬਾਅਦ ਫਿਰ ਜਿਹੜੀ 94 ਦੇ ਵਿੱਚ ਹੀ ਜਿਹੜੀ ਕਾਮਨਵੈਲਥ ਗੇਮ ਜਿਹੜੀ ਕੈਨੇਡਾ ਵਿਕਟੋਰੀਆ ਹੋਈ ਸੀਗੀ, ਤੇ ਉਹਦੇ ਵਿੱਚ ਵੀ ਸਿਲੈਕਸ਼ਨ ਹੋਈ, ਇੰਡੀਆ ਵੱਲੋਂ ਗਏ। ਤੇ ਉਹਦੇ ਵਿੱਚ ਵੀ ਸਾਰੇ ਚੰਗੇ ਪਹਿਲਵਾਨ, ਸੁਭਾਸ਼, ਸੰਜੇ, ਸਾਰੇ ਗਏ ਸੀਗੇ। ਤੇ ਮੈਂ 82 ਕਿਲੋ 'ਚ ਲੜਿਆ ਸੀਗਾ, ਸੰਜੇ 90 'ਚ ਲੜਿਆ ਸੀ, ਸੁਭਾਸ਼ 100 'ਚ ਲੜਿਆ ਸੀਗਾ। ਤੇ ਜ਼ਿਆਦਾ ਦਾਅਵੇਦਾਰ ਜਿੱਦਾਂ ਮੰਨਦੇ ਸੁਭਾਸ਼ ਦਾ ਤੇ ਸੰਜੇ ਦਾ, ਕਹਿੰਦੇ ਮੈਡਲ ਆਇਆ। ਜਿਹੜਾ 82 ਕਿਲੋ 'ਚ ਸੀ ਨਾ ਮੁੰਡਾ, ਉਸ ਤੋਂ ਪਹਿਲਾਂ ਜਿਹੜੀ ਨੈਸ਼ਨਲ ਕਾਮਨਵੈਲਥ ਗੇਮਸ ਤੋਂ ਪਹਿਲਾਂ ਇੱਕ ਚੈਂਪੀਅਨਸ਼ਿਪ ਹੁੰਦੀ ਆ, ਕਾਮਨਵੈਲਥ ਚੈਂਪੀਅਨਸ਼ਿਪ। ਉਹਦੇ ਵਿੱਚ ਉਹ 90 ਕਿਲੋ 'ਚ ਲੜਿਆ, ਜਿਹੜਾ 82 ਕਿਲੋ 'ਚ ਨਾਈਜੀਰੀਆ ਦਾ ਪਹਿਲਵਾਨ ਸੀਗਾ। ਤੇ ਉਹਨੇ ਵੇਟ ਘਟਾ ਕੇ ਉਹ 82 'ਚ ਆ ਗਿਆ। 90 ਕਿਲੋ 'ਚ ਉਹ ਸੰਜੇ ਨੂੰ ਜਿੱਤਿਆ ਸੀ ਉਹਦੇ। ਤੇ ਉਹ ਮਤਲਬ ਉਹ ਜਦੋਂ ਪਤਾ ਲੱਗਾ ਵੀ ਇਹਨੇ ਸੰਜੇ ਨੂੰ ਜਿੱਤਿਆ, ਉੱਪਰਲੇ ਵੇਟ 'ਚ ਵਧੀਆ ਹੀ ਆ। ਤੇ ਵੈਸੇ ਵੀ ਸਾਡਾ ਜਿੱਦਾਂ ਪਹਿਲਾਂ ਸਬ ਜੂਨੀਅਰ ਤੋਂ ਬਾਅਦ ਫਿਰ ਸੀਨੀਅਰ 'ਚ ਪਹਿਲਾ ਕੰਪੀਟੀਸ਼ਨ ਸੀ, ਤਾਂ ਸਾਨੂੰ ਵੀ ਹੁੰਦਾ ਵੀ ਯਾਰ ਨਹੀਂ ਇਹਨੂੰ ਸੰਜਾ ਸਾਡੇ ਤੋਂ ਸੀਨੀਅਰ ਸੀ ਉਦੋਂ, ਕਈ ਕਿ ਵੀ ਇਹਨੂੰ ਜਿੱਤਿਆ ਤੇ ਸ਼ਾਇਦ। ਪਰ ਉਹ ਕਹਿੰਦੇ ਹੁੰਦੇ ਨਾ, ਜਦੋਂ ਮਹਾਰਾਜ ਨੇ ਕਰਨਾ ਤੇ ਸਭੀ ਮਿਹਨਤ ਦਾ ਫਲ। ਤੇ ਮੇਰੀ ਇੱਕ ਪਹਿਲਾਂ ਕੁਸ਼ਤੀ ਹੋਈ ਸੀਗੀ, ਉਹ ਮੈਂ ਜਿੱਤ ਲਈ। ਦੂਸਰੀ ਸੈਮੀਫਾਈਨਲ ਮੇਰਾ ਬਣਾਇਆ ਸੀਗਾ ਨਾਈਜੀਰੀਆ ਵਾਲੇ ਨਾਲ। ਠੀਕ ਹੈ। ਤੇ ਉਹਦੇ ਵਿੱਚ ਉਦੋਂ ਨਾ ਪੈਸਿਵਿਟੀ ਚੱਲਦੀ ਹੁੰਦੀਆਂ ਸੀਗੀਆਂ। ਜੇ ਬਰਾਬਰ ਪੁਆਇੰਟ ਆ ਤੇ ਫਿਰ ਪੈਸਿਵਿਟੀ ਤੇ ਜਿੱਤ ਹਾਰ ਹੁੰਦੀ ਆ। ਤੇ ਉਹਨੇ ਕੀ ਹੋਇਆ, ਉਹਨੇ ਨਾ ਜੀ ਕੁਸ਼ਤੀ ਸਾਡੀ ਚੱਲਦੀ ਰਹੀ। ਪਹਿਲਾ ਰਾਊਂਡ 1 ਪੁਆਇੰਟ ਲੈ ਗਿਆ, ਪਰ ਮੈਂ ਉਹਨੂੰ ਖਿੱਚਣਾ ਸ਼ੁਰੂ ਕੀਤਾ। ਨਾਈਜੀਰੀਆ ਦੇ ਪਹਿਲਵਾਨ ਜਿਹੜੇ ਹੁੰਦੇ ਆ, ਜਾਨਦਾਰ ਬਹੁਤ ਹੁੰਦੇ ਆ। ਮਸਲ ਉਹਦੀ ਮਸਲ ਇਦਾਂ ਦੇ ਸੀ ਨਾ, ਜਿੱਦਾਂ ਬੋਡੀ ਬਿਲਡਿੰਗ ਦੇ ਮਸਲ ਹੈ ਨਾ, ਇਦਾਂ ਦੀ ਮਸਲ ਸੀ ਉਹਦੀ। ਉਹ ਪਰ ਜਿੰਨੇ ਮਸਲ ਹੁੰਦੇ ਆ ਨਾ, ਉਹ ਭਰਦੇ ਬੜੀ ਛੇਤੀ ਆ, ਉਹ ਟਾਈਟ ਬੜੀ ਛੇਤੀ ਹੁੰਦੀ ਆ, ਥੱਕਦੇ ਆ। ਉਹਨਾਂ ਨੂੰ ਮੈਂ ਖਿੱਚਣਾ ਸ਼ੁਰੂ ਕਰਤਾ, ਖਿੱਚੀ। ਉਹ ਜਦੋਂ ਦੂਸਰੇ ਰਾਊਂਡ 'ਚ ਕੁਸ਼ਤੀ ਆਈ ਨਾ ਜੀ, ਤੇ ਉਧਰੋਂ ਨਾ ਚਾਚਾ ਜੀ ਅਜੇ ਪਹੁੰਚੇ ਸੀਗੇ। ਉਦੋਂ ਤੱਕ ਪਹਿਲੇ ਰਾਊਂਡ ਤੱਕ ਨਹੀਂ ਸੀਗੇ ਉੱਥੇ ਹੋਏ। ਉਹ ਜਦੋਂ ਦੂਸਰੇ ਰਾਊਂਡ 'ਚ ਉਹ ਵੀ ਆ ਗਏ ਨਾ, ਤੇ ਜਦੋਂ ਮਤਲਬ ਕੁਝ ਸੈਕਿੰਡ ਰਹਿਣ ਡਏ ਆ ਨਾ, ਤੇ ਮੈਨੂੰ ਪਿੱਛੋਂ ਆਵਾਜ਼ ਆਈ, ਕਹਿੰਦੇ ਬਸ ਹੁਣ ਲਾਸਟ ਹੀ ਮਰ ਜਾ ਜਾਂ ਕਰ ਦੇਗਾ। ਮੈਨੂੰ ਜਦੋਂ ਆਵਾਜ਼ ਪਈ ਮੇਰੇ, ਤੁਹਾਨੂੰ ਸ਼ੁਰੂ ਵਿੱਚ ਦੱਸਿਆ ਨਾ ਵੀ ਜਦੋਂ ਕਹਿੰਦੇ ਗੁਰੂ ਆ ਜਾਂ ਜੋ ਵੀ ਹੈਗਾ ਤੁਹਾਡਾ, ਉਹਦਾ ਬਹੁਤਾ ਹੌਸਲਾ ਹੁੰਦਾ ਵਾ। ਜਦੋਂ ਮੈਨੂੰ ਲੱਗਾ ਵੀ ਮੇਰੇ ਕੰਨ 'ਚ ਆਵਾਜ਼ ਪਈ, ਚਾਚਾ ਹੀ ਹੈ, ਮਤਲਬ ਪਤਾ ਨਹੀਂ ਉਹ ਕੁਦਰਤ ਰੱਬ ਵੱਲੋਂ ਕੋਈ ਇਹੋ ਜਿਹਾ, ਮੈਂ ਬਗਲ ਡੁੱਬਿਆ। ਬਗਲ ਡੁੱਬ ਕੇ ਪਿੱਛੇ ਆਇਆ, ਪੈਸਵਟੀਆਂ ਤੇ
ਦੋ ਚੋ ਹੋ ਚੁੱਕੀਆਂ ਹੁਣ ਹਾਂਜੀ। ਪੁਆਇੰਟ ਉਹਦਾ ਇੱਕ ਸੀ, ਦੋ ਪੈਸਵਟੀਆਂ ਉਹਨੂੰ ਹੋ ਚੁੱਕੀਆਂ ਸੀ। ਤੀਜੀ ਮਿਲ ਗਈ ਤਾਂ ਬਾਹਰ ਨਿਕਲ ਜਾਣੇ ਨੇ। ਦੋ ਪੈਸਵਟੀਆਂ ਹੋ ਚੁੱਕੀਆਂ ਸੀ। ਜੇ ਪੁਆਇੰਟ ਬਰਾਬਰ ਹੋ ਜਾਂਦੇ ਸੀ ਤੇ ਫਿਰ ਮੈਚ ਜਿੱਦਾਂ ਉਹੀ ਕੁਝ 7-8 ਸੈਕਿੰਡ ਰਹਿ ਕੇ ਮੈਂ ਬਗਲ ਡੁੱਬਿਆ, ਨਾਲ ਹੀ ਪੁਆਇੰਟ ਹੋਇਆ ਤੇ ਉਧਰੋਂ ਬੈਲ ਵੱਜ ਉਧਰ ਗਈ। ਬੈਲ ਵੱਜ ਗਈ। ਬੈਲ ਵੱਜ ਗਈ, ਇੱਕ ਪੁਆਇੰਟ ਹੋ ਗਿਆ, ਉਹਨੂੰ ਦੋ ਪੈਸਵਟੀਆਂ, ਮੈਂ ਪੈਸਵਟੀਆਂ ਤੇ ਜਿੱਤ ਕੇ ਮੈਂ ਫਾਈਨਲ ਚ ਆ ਗਿਆ। ਕਿਆ ਉਹ ਭਲਵਾਨ ਨੂੰ ਜਿੱਤਿਆ ਜਿਹਨੂੰ ਉਹ ਪਿਛਲੇ ਸਾਲ ਸੰਜੇ ਨੂੰ ਜਿੱਤਿਆ ਸੀ, ਔਰ ਇੰਨਾ ਵਧੀਆ ਪਹਿਲਵਾਨ ਸੀਗਾ ਉਹ ਚੈਂਪੀਅਨ ਬਣਿਆ ਸੀ ਪਹਿਲੇ ਸਾਲ 90 ਕਿਲੋ ਚ ਤੇ 82 ਕਿਲੋ ਚ ਉਹਨੂੰ ਫਿਰ ਮਰਾਇਆ ਸੈਮੀਫਾਈਨਲ ਚ। ਕੀ ਬਾਤ ਹੈ, ਕੀ ਬਾਤ ਹੈ। ਉਹ ਮੇਰੀ ਯਾਦਗਾਰ ਕੁਸ਼ਤੀ ਹੈ ਇੱਕ। ਤੇ ਉਹ ਜਿਹੜੀ ਕੁਸ਼ਤੀ ਤੋਂ ਬਾਅਦ ਫਿਰ ਮੇਰੀ ਇੱਕ ਫਾਈਨਲ ਕੁਸ਼ਤੀ ਜਿਹੜੀ ਤੁਸੀਂ ਜਸਟਨ ਦੀ ਗੱਲ ਕਰ ਰਹੇ ਜੇ, ਜਿਹੜਾ ਜਸਟਨ ਬਾਅਦ ਚ 올림픽 ਚੋਂ ਵੀ ਮੇਰਾ 3rd ਪਲੇਸ ਆਈ ਸੀ ਉਹਦੀ। ਉਸੇ ਜਦੋਂ ਸਾਡੀ 94 ਚ ਹੋਈ ਤੇ 96 ਚ ਸ਼ਾਇਦ 올림픽 ਸੀਗੀ, ਉਹਦੇ ਵਿੱਚ ਉਹਦਾ 3rd ਪਲੇਸ ਆਈ ਸੀਗੀ। ਤੁਸੀਂ ਮਤਲਬ ਜਾਣ ਸਾਰੇ ਭੱਜ ਗਏ ਸੀ ਉਹਦੇ ਮਤਲਬ। ਹਾਂ, ਤੇ ਇਹ ਕੀ ਹੋਇਆ ਜੀ, ਉਹ ਜਦੋਂ ਕੁਸ਼ਤੀ ਫਾਈਨਲ ਹੋਈ ਨਾ ਤੇ ਉਹ ਹੀ ਮੇਰੇ ਉਦਾਂ ਹੀ ਜਿੱਦਾਂ ਆਇਆ ਕਰਦਾ ਮਾਰੇ ਉਹ ਢਾਕ ਤੇ ਮੇਰੇ ਚੜ ਗਿਆ। ਉਹ ਇਹੋ ਜਿਹਾ ਢਾਕ ਤੇ ਚੜਿਆ ਵੀ ਉਹ ਸਿੱਧਾ ਮੇਰੇ ਹੱਥ, ਮੈਂ ਇਦਾਂ ਦੂਸਰਾ ਹੱਥ ਛੱਡਤਾ ਜਿੱਦਾਂ ਸਮਝੋ ਮੇਰੇ ਇੰਨੇ ਕਬਜ਼ੇ ਚ ਆ ਗਿਆ ਮੇਰੇ ਇਦਾਂ ਹੀ ਮੇਰੇ ਇੱਕ ਢਾਕ ਚ ਕਬਜ਼ੇ ਚ ਆ ਜੇ ਫਿਰ ਭਾਵੇਂ ਹੱਥ ਵੀ ਖੜਾ ਕਰਦਾ ਫਿਰ ਮੇਰੇ ਅੱਛਾ ਉਹ ਕੀ ਹੋਇਆ, ਮਾੜੀ ਕਿਸਮਤ ਕਹਿੰਦੇ ਜਦੋਂ ਕਿਸਮਤ ਕਈ ਵਾਰ ਨਾ ਹੋਵੇ ਨਾ ਤੇ ਫਿਰ ਉਹ ਮਿਲਦਾ ਵੀ ਨਹੀਂ ਆ। ਉਹ ਕੀ ਹੋਇਆ, ਉਹ ਕੁਸ਼ਤੀਆਂ ਨਾ ਉਦੋਂ ਇੱਕ ਸਾਡੀ ਫਾਈਨਲ ਹੋਣ ਡਈ ਸੀ ਤੇ ਨਾਲ ਦੇ ਮੈਟ ਤੇ 3rd 4th ਦੀ ਹੋਣ ਡਈ ਸੀ। ਤੇ ਉਹਦੇ ਵਿੱਚ ਕੀ ਹੋਇਆ, ਜਦੋਂ ਨਾ ਉਹਨੇ ਨਾ ਰੈਫਰੀ ਨੇ ਕੀ ਕੀਤਾ, ਉਹ ਥੱਲੇ ਜਦੋਂ ਵੇਖਦੇ ਆ ਨਾ ਵੀ ਥੱਲੇ ਪੂਰੇ ਮੋਢੇ ਲੱਗੇ ਨਹੀਂ, ਜਦੋਂ ਥੱਲੇ ਵੇਖਿਆ ਤੇ ਹੱਥ ਉਹਦਾ ਖੜਾ ਹੋ ਗਿਆ। ਉਹ ਵਿਸਲ ਦੂਜੇ ਮੈਟ ਦੀ ਵੱਜ ਗਈ, ਦੂਜੇ ਵੱਜ ਗਈ, ਉਹ ਮੋਟੇ ਛੱਡਤਾ ਮੈਂ ਢਿੱਲਾ ਹੋ ਗਿਆ। ਉਹ ਢਿੱਲਾ ਹੋਣ ਦਾ ਉਹਦਾ ਜਦੋਂ ਅਸੀਂ ਕਹਿੰਦੇ ਢਾਕ ਨੂੰ ਇੱਥੋਂ ਫੜਦੇ ਆ ਨਾ ਤੇ ਦੂਸਰਾ ਬੰਦਾ ਥੱਲੇ ਪੂਰੀ ਲੱਕ ਨੂੰ ਫਾਏ ਹੁੰਦੇ ਆ, ਉਹ ਜਦੋਂ ਮੈਂ ਢਿੱਲਾ ਉਹਨੇ ਭਰਨ ਦਾ ਘਮਾਤੇ। ਉਹ ਮੈਂ ਭਰਨ ਦਾ ਘਮਾਉਣ ਨਾਲ ਉਹਦੇ ਪੁਆਇੰਟ ਵੱਧ ਗਏ ਤੇ ਚਲੋ ਜੀ ਉਹ ਕੁਸ਼ਤੀ ਜਿੱਤ ਗਿਆ। ਨਹੀਂ ਤੇ ਮੇਰਾ 골ਡ ਸੀ ਪੱਕਾ 100 ਕੀ 200% ਮੇਰਾ ਸੀ। ਉਹ ਜੇ ਮਤਲਬ ਇੱਕ ਸਕਿੰਟ ਵੀ ਹੋਰ ਮਿਲ ਜਾਂਦਾ ਤੇ ਉਹ ਬੈਲ ਵੱਜ ਗਈ, ਉਹ ਮਤਲਬ ਵਿਸਲ ਵੱਜ ਗਈ। ਉਹ ਕੁਸ਼ਤੀ ਨੂੰ ਤੁਸੀਂ ਮੇਰੇ ਖਿਆਲ ਉਹ ਪੂਰੇ ਕੰਪੀਟੀਸ਼ਨ ਦੇ ਵਿੱਚ ਜਿੰਨੇ ਦਿਨ ਚੱਲਦਾ ਰਿਹਾ ਸਾਰਾ ਕਾਮਨਵੈਲਥ, ਉਹ ਕੁਸ਼ਤੀ ਵਾਰ-ਵਾਰ ਉਹ ਰਿਪੀਟ ਕਰਦੇ ਰਹੇ ਟੀਵੀ ਦੇ ਉੱਤੇ ਉਸ ਟਾਈਮ ਵੀ ਉਹ ਮਤਲਬ ਇਦਾਂ ਦੀ ਢਾਕ ਵੱਜੀ ਸੀ। ਉਹ ਢਾਕ ਮਤਲਬ ਉਹ ਜਿਹੜੀ ਆ ਮੇਰੀ ਅੱਜ ਕੱਲ੍ਹ ਤੋਂ ਸਭ ਤੋਂ ਮੇਰੇ ਦਿਲ ਚ ਅਜੇ ਤੱਕ ਆ ਵੀ ਉਹ ਮੇਰਾ ਮੈਡਲ ਆਉਂਦਾ ਜਾਂ ਚੈਂਪੀਅਨ ਬਣਦਾ ਸੋ ਤੁਸੀਂ ਦੇਖੋ ਇਦਾਂ ਦੀਆਂ ਯਾਦਾਂ ਅਸੀਂ ਪਹਿਲਵਾਨ ਤੋਂ ਘੋਲਾਂ ਵਧੀਆ ਤੁਹਾਨੂੰ ਅਸੀਂ ਹੋਰ ਪੁੱਛਣੀਆਂ ਹਜੇ ਤਾਂ ਤੁਸੀਂ ਹਜੇ ਸਾਡੇ ਨਾਲ ਜੁੜੇ ਰਹਿਣਾ। ਪਹਿਲਵਾਨ ਜੀ ਜਿਹੜੇ ਤੁਸੀਂ ਉੱਦਾਂ ਵੀ ਜਿਹੜੇ ਪ੍ਰਾਈਵੇਟ ਵੀ ਘੁੰਮਣ ਗਏ ਆ, ਤੁਸੀਂ ਜਿੱਦਾਂ ਅਮਰੀਕਾ ਹੋਏ, ਕੈਨੇਡਾ ਹੋਏ, ਇੰਗਲੈਂਡ ਹੋਏ, ਤੁਸੀਂ ਇਹ ਬਾਅਦ ਚ ਇਹਨਾਂ ਦੇ ਟੂਰਾਂ ਮੈਂ 1990 ਤੋਂ ਫਿਰ ਮੈਂ ਜਿੱਦਾਂ ਸ਼ੁਰੂ ਕਰਤਾ, ਜਿੱਦਾਂ ਬਾਹਰ ਜਾਣਾ ਇੰਗਲੈਂਡ ਸ਼ੁਰੂ ਕੀਤਾ ਪਹਿਲਾਂ। ਇੰਗਲੈਂਡ ਇਦਾਂ ਜੀ ਸੀਜ਼ਨ ਹੁੰਦਾ ਆ ਜਿੱਦਾਂ ਸਮਝ ਲਓ ਵੀ ਅਪ੍ਰੈਲ ਮਈ ਚ ਸ਼ੁਰੂ ਹੋ ਜਾਂਦਾ ਵਾ ਤੇ ਉਹ ਨਾਲ ਕਬੱਡੀ ਮੈਚ ਹੁੰਦੇ ਆ। ਕਬੱਡੀ ਮੈਚ ਦੇ ਨਾਲ ਉੱਥੇ ਤੇ ਪਹਿਲਵਾਨ ਬਹੁਤ ਘੱਟ ਸੀ ਇੰਗਲੈਂਡ ਚ ਪਹਿਲਾਂ, ਤੇ ਉੱਥੋਂ ਤੇ ਕੋਈ ਪਹਿਲਵਾਨ ਬਹੁਤ ਘੱਟ ਫਿਰ ਲੱਭਣੇ ਪੈਣੇ ਵੀ ਕੋਈ ਪਹਿਲਵਾਨ ਲੱਭੇ ਤੇ ਕੁਸ਼ਤੀ ਲੜੀਏ ਕਿਉਂਕਿ ਆਏ ਏਡੀ ਦੂਰੋਂ। ਤੇ ਫਿਰ ਵੀ ਚਲੋ 2-4 ਜਿੰਨੇ ਪਹਿਲਵਾਨ ਸੀਗੇ ਉੱਥੇ ਕੁਸ਼ਤੀ ਹੋ ਜਾਂਦੀ ਸੀ, ਇੱਕ ਅੱਧੀ ਕੁਸ਼ਤੀ ਹੋ ਜਾਣੀ ਚਲੋ। ਤੇ ਹਫਤੇ ਬਾਅਦ ਮੈਂ ਹਫਤਾ ਮਿਹਨਤ ਕਰਨੀ, ਹਫਤੇ ਬਾਅਦ ਐਤਵਾਰ ਉੱਥੇ ਪਹਿਲਵਾਨ ਨੂੰ ਹੈਗੇ ਆਪਣੇ ਅਮਰਜੀਤ ਸਾਬੀ ਸੀ ਤੁਹਾਡੇ, ਉਹ ਪਹਿਲਾਂ ਫਿਰ ਉਸ ਤੋਂ ਬਾਅਦ ਮੇਰੀ ਸਾਬੀ ਨਾ ਹੋਈਆਂ ਕੁਸ਼ਤੀਆਂ। ਫਿਰ ਸਾਬੀ ਉਹ 100 ਹੀ ਗੱਲ 130 ਕਿਲੋ ਦਾ ਪਹਿਲਵਾਨ ਸੀ, ਲੰਬਾ ਉੱਚਾ ਸੀ, ਘੱਟੋ ਘੱਟ 6 ਫੁੱਟ 2-3 ਇੰਚ ਦਾ ਸੀ ਹਾਈਟ ਸੀ। ਮੇਰਾ weight ਉਹਨਾਂ ਨੇ 82-85 ਕਿਲੋ ਹੁੰਦਾ ਸੀਗਾ, 90 ਕਿਲੋ ਥੱਲੇ ਹੀ। ਤੇ ਪਰ ਮੇਰੀਆਂ ਕੁਸ਼ਤੀਆਂ ਉਹਦੇ ਨਾਲ ਹੋਈਆਂ ਤੇ ਪਰ ਜਿੱਥੇ ਜਾਣਾ ਫਿਰ ਮੈਂ ਉਹ ਫਿਰ ਜਦੋਂ ਭੱਜਣ ਲੱਗ ਪਿਆ ਤੇ ਫਿਰ ਮੈਂ ਫਿਰ ਸਾਡੀ ਕੁਸ਼ਤੀ ਬੰਦ ਹੋ ਗਈ, ਉਹ ਲੜਨਾ ਹੀ ਨਹੀਂ ਅਗਲੇ ਨੇ। ਤੇ ਉਹਨੂੰ ਜਦੋਂ ਮੈਂ ਇੱਕ ਦੋ ਵਾਰ ਹਰਾ ਲਿਆ ਤੇ ਫਿਰ ਉਸ ਤੋਂ ਬਾਅਦ ਉਹ ਆਇਆ ਹੀ ਨਹੀਂ। ਸੁਪਰ ਹੈਵੀ ਦਾ ਉਹੀ ਪਹਿਲਵਾਨ ਸੀ ਉੱਥੇ, ਸੁਪਰ ਹੈਵੀ ਦਾ ਲੜਿਆ, 올림픽 ਵੀ ਲੜਿਆ ਉਧਰੋਂ ਇੰਗਲੈਂਡ ਵੱਲੋਂ, ਕਾਮਨਵੈਲਥ ਵੀ ਲੜਿਆ ਵਾ। ਹੁਣ ਕਾਮਨਵੈਲਥ ਚ ਮਤਲਬ ਆਪਣਾ ਹਰਾਇਆ ਉਹਨੇ ਆਪਣੇ ਨੂੰ, ਜਗਦੀਸ਼ ਭੋਲੇ ਨੂੰ ਬਾਈਪਾਲ ਕੀਤਾ। ਹਾਂ ਉਹਨੇ ਹਰਾਇਆ ਵਾ ਤੇ ਮਤਲਬ ਉਹਨੂੰ ਮੈਂ ਹਰਾਇਆ। ਫਿਰ ਇੱਕ ਸਾਡੇ ਕਾਮਨਵੈਲਥ ਚ ਹੋਈ ਸੀ, ਕਾਮਨਵੈਲਥ ਚ ਹੋਈ ਤੇ ਇੱਕ ਨਾ ਉੱਥੋਂ ਦਾ ਸੀਗਾ ਪਹਿਲਵਾਨ, ਕਿਹੜੀ ਕੰਟਰੀ ਦਾ ਸੀਗਾ, ਉਹ ਗੋਰਾ ਸੀਗਾ ਤੇ ਉਹ 올림픽 ਦਾ ਬ੍ਰੌਂਜ਼ ਮੈਡਲ ਸੀਗਾ। ਇੱਕ ਮੇਰੀ ਉਹਦੇ ਨਾਲ ਕੁਸ਼ਤੀ, ਉਹ ਵੀ ਉਹਦੀ ਹਾਈਟ ਮਤਲਬ ਘੱਟੋ ਘੱਟ 6 ਫੁੱਟ 4 ਇੰਚ ਸੀਗੀ ਤੇ ਉਹਦੇ ਨਾਲ ਮੇਰੀ ਕੁਸ਼ਤੀ ਘਾਹ ਤੇ ਹੁੰਦੀ ਆ ਤੇ ਉਹਦੇ ਤੇ ਉੱਥੇ ਵੀ ਕੁਸ਼ਤੀ ਉਹਦੀ ਮੇਰੀ 15 ਮਿੰਟ ਸਾਡੀ ਕੁਸ਼ਤੀ ਹੋਈ ਤੇ ਉਹ ਉਹਦੇ ਨਾਲ ਵੀ ਲੜੇ ਵਧੀਆ ਕੁਸ਼ਤੀਆਂ। ਇਦਾਂ ਮਤਲਬ ਹੁੰਦੀਆਂ ਸੀ ਬੜੀਆਂ। ਫਿਰ ਇੰਗਲੈਂਡ ਤੋਂ ਬਾਅਦ ਫਿਰ ਅੱਗੇ ਨਿਕਲ ਜਾਈਦਾ ਸੀ ਕੈਨੇਡਾ ਨੂੰ। ਕੈਨੇਡਾ ਵੀ ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਉੱਥੇ ਰਹੇ ਜੇ, ਤੁਸੀਂ ਹਰ ਹਫਤੇ ਕੁਸ਼ਤੀ ਹੋਣੀ ਤੇ ਉੱਥੇ ਵੀ ਲੜੇ ਕੁਸ਼ਤੀਆਂ, ਹਰ ਸਾਲ ਜਾਈਦਾ ਸੀ ਕੁਸ਼ਤੀਆਂ ਨੂੰ। ਪਹਿਲਵਾਨਾਂ ਅਸੀਂ ਵੀ ਚੜ੍ਹਦੇ ਚੋਏ ਸਾਨੂੰ ਵੀ ਜਿਹੜੀ ਪਹਿਲੀ ਘੋਲ ਹੋਈ ਆ ਪਹਿਲਵਾਨ ਨੇ ਜਿੱਤਿਆ ਉੱਥੇ
ਤਾਂ ਪਹਿਲਵਾਨ ਜੀ ਉੱਥੇ ਵੀ ਨਾਮੀ ਪਹਿਲਵਾਨ ਤੁਸੀਂ ਹੋਰ ਵੀ ਲਾਏ। ਹਾਂ ਨਹੀਂ ਬੜੇ ਉੱਥੇ ਮੇਰੀਆਂ ਕੁਸ਼ਤੀਆਂ ਬੜੀਆਂ। ਹੋਰ ਟਾਈਮ ਤੁਸੀਂ ਆ ਕੇ ਇੱਥੇ ਸਾਡੇ ਪਿੰਡ ਦੇ ਸਨੀ ਗੱਲ ਨਾਲ ਫੇਰ ਹੋਈ ਹਾਂ ਘੋਲ। ਫੇਰ ਮੇਰੀ ਸਨੀ ਦੀ ਮੋਗੀ ਹੋਈ ਸੀ ਮੇਰੀ, ਜਿਹੜੀ ਉਹ ਸੇਮ ਘੋਲ ਉੱਥੇ ਉਹ ਜਿੱਤ ਗਿਆ ਸੀ। ਹਾਂ ਉੱਥੇ ਮੈਨੂੰ ਉਹ ਸੇਮ ਪੋਜੀਸ਼ਨ ਤੇ ਇੱਥੇ ਸੀ। ਉੱਥੇ ਵੀ ਮੈਨੂੰ ਜਿੱਦਾਂ ਧੱਕੇ ਨਾਲ ਧੱਕੇ ਨਾਲ ਪੈਸਿਵਿਟੀ ਤੇ ਜਿੱਤਿਆ ਸੀਗਾ। ਫਿਰ ਇਦਾਂ ਹੀ ਸਾਡੀ ਮੋਗੀ ਹੋਤੀ, ਉੱਥੇ ਫਿਰ ਮੈਂ ਜਿੱਤਿਆ ਇਹਨੂੰ ਆਣ ਕੇ ਫਿਰ। ਤੇ ਹੋ ਜਾਂਦਾ ਫਿਰ ਉੱਥੇ ਵੀ ਕੁਸ਼ਤੀਆਂ ਬੜੇ, ਰਾਵੀ ਗਿੱਲ ਆ, ਜੋਗੀ ਜੌਹਲੀ, ਸਾਰਿਆਂ ਨੂੰ ਉੱਥੇ ਹਰਾਇਆ। ਉੱਥੇ ਸਾਰੇ ਬੜੇ ਰਵੀ ਸਾਰਿਆਂ ਨਾਲ ਲੜੇ ਉੱਥੇ ਕੁਸ਼ਤੀਆਂ ਬੜੀਆਂ। ਤੇ ਹਰ ਸਾਲ ਜਾਈਦਾ ਸੀਗਾ ਪ੍ਰੋ ਟੂਰਨਾਮੈਂਟ, ਪ੍ਰਾਈਵੇਟ ਵੀ ਲੜੇ ਆ। ਮਤਲਬ ਡਰ ਨਹੀਂ ਹੁੰਦਾ। ਜਦੋਂ ਵੀ ਇੱਥੇ ਛਿੰਝਾਂ 'ਚ ਵੀ ਅਸੀਂ ਮੈਟ ਤੇ ਵੀ ਲੜਦੇ ਰਹੇ ਆ ਤੇ ਮਿੱਟੀ 'ਚ ਵੀ ਲੜਦੇ ਰਹੇ ਆ। ਇਹ ਨਹੀਂ ਵੀ ਅਸੀਂ ਮਿੱਟੀ 'ਚ ਜ਼ੋਰ ਕਰਦੇ ਆ ਤੇ ਮੈਟ ਤੇ ਨਾ, ਮੈਟ ਤੇ ਕਰਦੇ ਤਾਂ ਅਸੀਂ ਮਿੱਟੀ 'ਚ ਨਹੀਂ ਲੜ ਸਕਦੇ। ਮਿੱਟੀ 'ਚ ਵੀ ਉਹਨੇ ਲੜੀ ਦੇ ਸੀਗੇ, ਥੱਕੀ ਦਾ ਹੀ ਨਹੀਂ ਕਦੀ। ਦੇਖੋ ਅੱਜ ਤੱਕ ਮੇਰੀ ਜ਼ਿੰਦਗੀ ਦਾ ਇੱਕ ਇਹ ਆ ਵੀ ਅੱਜ ਤੱਕ ਮੈਂ ਹੁਣ ਵੀ ਮੈਂ ਜੇ ਵੈਟਰਨ ਨੂੰ ਜਾਣਦਾ, ਮੈਂ ਥੱਕ ਕੇ ਨਹੀਂ ਕਦੀ ਹਾਰਿਆ। ਮੈਂ ਪੁਆਇੰਟ ਤੇ ਹਾਰ ਜਾਾਂਗੇ, ਉਦਾਂ ਕੁਝ ਹੋ ਜਾਊਗਾ, ਪਰ ਥੱਕ ਕੇ ਨਹੀਂ ਮੈਂ ਕਦੀ ਹੋ ਰਿਹਾ ਵੀ ਥੱਕ ਕੇ ਹਾਰਿਆ। ਇਹ ਦੇਖੋ ਮਿੱਟੀ 'ਚ ਕਈ ਕਹਿੰਦੇ ਆ ਵੀ ਮਿੱਟੀ 'ਚ ਨਹੀਂ ਘੁਲ ਹੁੰਦਾ, ਇਹ ਗੱਦੇ ਤੇ ਕਰਕੇ ਨਹੀਂ ਤਾਂ ਜਿਹੜੇ ਗੱਦੇ ਵਾਲੇ ਵੀ ਆ ਸਮਝ ਲਓ ਮਿੱਟੀ 'ਚ ਘੁਲਣਾ ਕਈ ਵੇਲੇ ਕਹਿੰਦੇ ਔਖਾ ਆ। ਕੋਈ ਨਹੀਂ, ਇਹ ਪਹਿਲਵਾਨ ਹੁਣੇ ਲੜਦੇ ਰਹੇ ਆ, ਇਹਨਾਂ ਨੂੰ ਦੇਖ ਕੇ ਤਾਂ ਹੀ ਅਸੀਂ ਤੁਹਾਨੂੰ ਇਸੇ ਪੁਰਾਣੇ ਪਹਿਲਵਾਨ ਜਿਹੜੇ ਛੱਡ ਚੁੱਕੇ ਪਰ ਇਹ ਜੇ ਛੱਡੀ ਨਹੀਂ, ਇਹਨਾਂ ਨੇ ਕੰਟੀਨਿਊ ਕਰ ਰਹੇ ਆ। ਇਹ ਨਾਲ ਗੱਦੇ ਦੇ ਨਾਲ ਇਹ ਮਿੱਟੀ 'ਚ ਵੀ ਘੁਲਦੇ ਰਹੇ ਆ। ਤੁਸੀਂ ਕੋਈ ਵੀ ਮਿੱਟੀ ਵਾਲੇ ਜਿਹੜੇ ਆ ਘੁਲ ਰਹੇ ਆ ਰੈਸਲਰ, ਜ਼ਰੂਰ ਗੱਦੇ ਤੇ ਭਾਗ ਲਿਆ ਕਰੋ, ਕੋਈ ਨਾ ਕੋਈ ਰਿਜ਼ਲਟ ਜ਼ਰੂਰ ਆ, ਆਪਣੇ ਗੋਲ ਵੱਡੇ ਕਰੋ। ਇਦਾਂ ਪਹਿਲਵਾਨ ਨਾਲ ਆਪਾਂ ਜੁੜੇ ਰਹਿਣਾ, ਬਹੁਤ ਆਪਾਂ ਨੂੰ ਸਿੱਖਣ ਨੂੰ ਚੀਜ਼ਾਂ ਅਜੇ ਹੋਰ ਮਿਲਣੀਆਂ। ਪਹਿਲਵਾਨ ਜੀ ਹੋਰ ਅਜੇ ਕਹੇ ਤੇ ਤੁਸੀਂ ਕੰਟੀਨਿਊ ਕਰ ਰਹੇ ਆ ਹੁਣ ਐਕਚੁਅਲੀ ਪਤਾ ਕੀ ਹੈ, ਹੁਣ ਦੇਖੋ ਅਸੀਂ ਜਿਹੜਾ ਬੰਦਾ ਜਿੰਨਾ ਚਿਰ ਸਾਹ ਚੱਲਦੇ ਆ ਉਹਨਾਂ ਚਿਰ ਕੁਛ ਨਾ ਕੁਛ ਤੇ ਕਰਦਾ ਰਹਿੰਦਾ ਵਾ। ਤੇ ਬੰਦਾ ਜੇ ਬਹਿ ਗਿਆ ਤੇ ਸਾਹ ਵੀ ਛੇਤੀ ਮੁੱਕ ਜਾਂਦੇ ਆ, ਇੱਕ ਇਹ ਵੀ ਗੱਲ ਆ। ਇਸ ਕਰਕੇ ਕਹਿੰਦਾ ਜਿੰਨਾ ਚਿਰ ਕਰਦੇ ਰਹੋ ਉਹਨਾਂ ਚਿਰ ਵਧੀਆ ਵਾ। ਤੇ ਉਸ ਤੋਂ ਬਾਅਦ ਫਿਰ ਬੜੇ ਫਿਰ 1996 ਦੇ ਵਿੱਚ ਜਦੋਂ ਹੁਣ ਦੇਖੋ ਮੇਰੀ ਸਾਰੀ ਕਾਮਨਵੈਲਥ ਲੜੀ, ਏਸ਼ੀਅਨ ਚੈਂਪੀਅਨਸ਼ਿਪ ਸਾਰੇ ਲੜੇ। ਤੇ ਜਦੋਂ ਭੋਲੇ ਦੇ ਨਾਲ ਕੁਸ਼ਤੀ ਜਦੋਂ ਫਾਈਨਲ ਹੋਈ ਜਾਂ ਮੰਨ, ਉਦੋਂ ਇੱਕ ਹਫ਼ਤੇ ਬਾਅਦ ਮੇਰੇ ਫਿਰ ਡਿਸਕ ਤੇ ਬਹੁਤ ਸੀਰੀਅਸ ਸੱਟ ਲੱਗੀ। 1995 ਤੋਂ ਲੱਗ ਕੇ 95, 96, 97, 98, 99 ਗੈਪ ਪੈ ਗਿਆ। ਇਹ 4-5 ਸਾਲ ਦਾ ਮੇਰਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ, ਜਿਹੜਾ ਸਭ ਤੋਂ ਵੱਡਾ ਮੇਰੀ ਜਦੋਂ ਕੋ ਏਸ਼ੀਅਨ ਗੇਮਸ ਲੜਨੀ ਸੀ, ਓਲੰਪਿਕ ਲੜਨੀ ਸੀ। ਕਿਉਂਕਿ ਉਸ ਟਾਈਮ ਜਦੋਂ ਮੈਂ 82 ਕਿਲੋ ਦਾ ਸੀਗਾ, ਮੈਂ 82 ਦੇ ਵਿੱਚ ਮੈਂ ਸਾਰੇ ਇੰਡੀਆ ਦੇ ਵਿੱਚ ਮਤਲਬ ਜਿੰਨੇ ਸੀਗੇ ਸਾਰਿਆਂ ਤੋਂ ਟੌਪ ਤੇ ਸੀਗਾ। ਸਾਰੇ ਪਹਿਲਵਾਨ ਮੈਂ ਚਲੋ ਆਪਾਂ ਮਾਣ ਨਹੀਂ ਕਰਦਾ, ਮੈਂ ਠੀਕ ਸੀ, ਉੱਪਰ ਥੱਲੇ ਵੀ ਹੋ ਸਕਦਾ, ਹੋਰ ਵੀ ਚੰਗਾ ਆ ਸਕਦਾ ਵਾ। ਪਰ ਉਸ ਟਾਈਮ ਇੰਡੀਆ ਟੀਮ ਦੇ ਵਿੱਚ 82 ਕਿਲੋ ਦੇ ਵਿੱਚ ਮੈਂ ਸੀਗਾ। ਔਰ ਕਿਉਂਕਿ ਮੈਂ ਉੱਪਰ ਜਾ ਕੇ ਫਿਰ ਥੱਲੇ ਨੂੰ weight ਘਟਾ ਕੇ ਆਏ ਫਿਰ ਦੁਬਾਰਾ। ਹਾਂ ਉਦੋਂ ਫਿਰ ਨਹੀਂ weight ਮੇਰਾ 87-88 ਕਿਲੋ ਹੀ ਰਹਿੰਦਾ ਸੀਗਾ। 90 ਫਿਰ ਜਦੋਂ 95 ਤੋਂ ਬਾਅਦ ਉਹ 87-88 ਕਿਲੋ, ਫਿਰ ਜਦੋਂ ਮੈਂ ਛੱਡਿਆ ਨਾ 5 ਸਾਲ ਜਿਹੜਾ ਗੈਪ ਹੈ ਉਹਦੇ ਵਿੱਚ ਫਿਰ ਮੇਰਾ ਉੱਪਰ weight ਚੱਲ ਗਿਆ। ਤੇ ਫਿਰ ਮੈਂ ਦੁਬਾਰਾ ਫਿਰ ਉਦੋਂ ਉੱਪਰ ਹੀ ਲੜਦਾ ਰਿਹਾ। ਫਿਰ ਮੈਂ 90-100 ਚ 90 weight ਮੇਰਾ 94-95 ਰਹਿੰਦਾ ਹੈ। ਫਿਰ ਮੈਂ ਉੱਪਰ ਲੜਦਾ, ਫਿਰ weight ਵੀ ਚੇਂਜ ਹੋ ਗਿਆ। ਉਸ ਤੋਂ ਬਾਅਦ ਫਿਰ 97 ਕਿਲੋ ਹੋ ਗਿਆ, ਫਿਰ ਉੱਪਰ ਹੀ ਲੜਦੇ ਨੇ। ਤੇ ਜੌਬ ਪਹਿਲਵਾਨ ਜੀ ਤੁਹਾਨੂੰ ਕਿਹੜੇ ਸਾਲ ਮਿਲੇ? ਮੈਂ ਐਕਚੁਅਲੀ ਪਹਿਲਾਂ ਤੇ ਮੈਂ 88 ਦੇ ਵਿੱਚ ਇੱਥੇ ਪੰਜਾਬ ਪੁਲਿਸ 'ਚ ਹੋ ਗਿਆ ਸੀਗਾ ਭਰਤੀ। ਠੀਕ ਹੈ, ਆਪਣਾ ਰੈਂਕ ਕਿਹੜਾ ਹੈ? ਉਦੋਂ ਮੈਂ ਅਜੇ ਸਿਪਾਹੀ ਭਰਤੀ ਹੋਇਆ ਸੀਗਾ। ਤੇ ਫਿਰ ਜਿੱਦਾਂ ਹੌਲਦਾਰ ਬਣਿਆ, ਫਿਰ ਐਸੀ ਬਣਿਆ। ਫਿਰ 93 ਦੇ ਵਿੱਚ ਇੱਕ ਨਾ ਸਾਡੇ ਮੇਰੇ ਆਪਣੇ ਚਾਚੇ ਜੀ ਦੇ ਜਾਣਕਾਰੀ, ਸਾਡੇ ਇੱਥੇ ਲੋਕਲੀ ਸਾਡੇ ਮੇਰੇ DAV ਕਾਲਜ ਸਾਨੂੰ ਬੜੇ ਸਾਡੇ ਵਧੀਆ, ਉਹ ਵੀ ਸਾਡੇ ਗੁਰੂ ਹੀ ਆ। ਜਿੱਦਾਂ DAV ਕਾਲਜ ਸਾਨੂੰ ਉਹ ਲੈ ਕੇ ਗਏ ਸੀਗੇ ਉੱਥੇ। ਤੇ ਉਹ ਦਲਵੀਰ ਸਿੰਘ ਉਹਨਾਂ ਦੇ ਬੜੇ ਅੱਛੇ ਫਰੈਂਡ ਸੀ, ਸਰਦਾਰ MS ਬੱਦਨ। ਉਹ ਹੈਗੇ ਡਿਪਟੀ ਕਮਿਸ਼ਨਰ ਸੈਂਟਰਲ ਐਕਸਾਈਜ਼ ਦੇ ਵਿੱਚ, ਉਹ ਸੀਗੇ ਉਦੋਂ ਮੇਰਠ। ਉਹ ਕਿਤੇ ਚਾਚੀ ਨਾਲ ਇੱਥੇ ਮਿਲਦੇ ਗਿਲਦੇ ਸੀ, ਉਹ ਵੀ ਆਉਂਦੇ ਜਾਂਦੇ ਸੀ, ਸਾਡਾ ਤੇ ਪਿਆਰ ਸੀ ਬੜਾ। ਤੇ ਉਹਨੂੰ ਕਹਿੰਦੇ ਵੀ ਸਾਨੂੰ ਕੋਈ ਜੋ ਮੁੰਡਾ ਸੀ ਸਪੋਰਟਸਮੈਨ, ਕਿ ਸਪੋਰਟਸ ਦੀ ਨਾ ਨਿਕਲੀ ਉੱਥੇ ਵੈਕੈਂਸੀ ਨਿਕਲੀ ਇੱਕ ਇੰਸਪੈਕਟਰ ਦੀ। ਤੇ ਚਾਚੀ ਕਹਿੰਦੇ ਵੀ ਇਹ ਹੈਗਾ, ਉਦੋਂ ਮੈਂ BA ਅਜੇ ਕੀਤੀ ਸੀਗੀ ਉਦੋਂ। ਤੇ ਉਹਨੂੰ ਕਹਿੰਦੇ ਵੀ ਇਹਨੂੰ ਲੈ ਲਓ। ਉਹ ਕੁਦਰਤੀ ਮੇਰੇ ਨਾਲ ਡਾਕੂਮੈਂਟ ਮੰਗਾਏ, ਮੇਰਾ ਅਜੇ ਨਵਾਂ ਉਦੋਂ ਵਰਲਡ ਚੈਂਪੀਅਨਸ਼ਿਪ 'ਚੋਂ ਮੈਡਲ ਆਇਆ ਸੀਗਾ। ਤੇ ਫਿਰ ਮੈਨੂੰ ਕਹਿੰਦੇ ਵੀ ਇਹਨੂੰ ਨਹੀਂ, ਮੈਂ ਡਾਕੂਮੈਂਟ ਭੇਜੇ, ਉਹ ਮੈਨੂੰ ਕਾਲ ਆ ਗਈ ਵੀ ਕਹਿੰਦੇ ਤੁਹਾਡਾ ਟੈਸਟ ਆ। ਤੇ ਉਹ ਮੈਂ ਗਿਆ ਉੱਥੇ। ਤੇ 93 ਦੇ ਵਿੱਚ ਮੈਂ ਫਿਰ ਇੱਧਰੋਂ ਰਿਜ਼ਾਈਨ ਦੇ ਕੇ ਤੇ ਫਿਰ ਮੈਂ ਉੱਧਰ ਸੈਂਟਰਲ ਐਕਸਾਈਜ਼ ਸੀ ਉਦੋਂ, ਅੱਜ ਕੱਲ੍ਹ GST ਬਣ ਗਈ ਆ, ਸੈਂਟਰਲ GST। ਤੇ ਉਹ ਉੱਧਰ ਮੈਂ ਉੱਧਰ ਚੱਲ ਗਿਆ। ਉਸ ਤੋਂ ਬਾਅਦ ਜਦੋਂ ਕਾਮਨਵੈਲਥ ਗੇਮਸ ਦੇ ਵਿੱਚੋਂ ਮੇਰਾ ਮੈਡਲ ਆਇਆ, ਤੇ ਸਰਦਾਰ MS ਭੁੱਲਰ, ਮਹਿਲ ਸਿੰਘ ਭੁੱਲਰ ਜੀ, ਜਿਹੜੇ ਕਿ ਕਹਿੰਦੇ ਮਸੀਹਾ ਸਪੋਰਟਸ ਦੇ ਮਸੀਹਾ ਕਹੇ ਜਾਂਦੇ ਆ, ਕਹਿੰਦੇ ਹੈਗੇ ਸੀਗੇ। ਉਹਨਾਂ ਨੇ ਮਤਲਬ ਜਿੰਨੇ ਅੱਜ ਕੱਲ੍ਹ ਮੈਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਸਬ ਡਿਵੀਜ਼ਨ ਲਾ ਲਓ, ਕੋਈ ਜ਼ਿਲ੍ਹੇ ਦੇ ਵਿੱਚ ਲਾ ਲਓ, ਜਿੱਥੇ ਜਿੱਥੇ ਪਲੇਅਰ ਅਫਸਰ ਲੱਗੇ ਆ, ਸਾਰੇ ਉਹਨਾਂ ਦੇ
ਹੱਥੀਂ ਭਰਤੀ ਕੀਤੀ ਹੋਈ ਸਾਰੇ ਇਸ ਵੇਲੇ। ਹਾਂਜੀ, ਇੱਥੋਂ ਯਾਦ ਆ ਗਿਆ, ਅਸੀਂ ਵੀ ਉੱਥੇ ਜਦੋਂ ਮੈਂ ਤਾਂ ਕੈਨੇਡਾ ਤੇ ਰਹਿੰਦਾ ਸੀ, ਉੱਥੋਂ ਮੈਨੂੰ ਭਰਤੀ ਕੀਤਾ ਸੀ। ਪਰ ਇਹ ਬਹੁਤ ਮਹਿਤ ਸਿੰਘ ਭੁੱਲਰ ਦੀ ਤੇ ਸ਼ਲਾਘਾ ਬਣਦੀ ਆ, ਕਿਉਂਕਿ ਉਹਨਾਂ ਨੇ ਬਹੁਤ ਜਿਹੜੀਆਂ ਪਹਿਲਵਾਨ ਸੀ ਉਹਨਾਂ ਨੂੰ ਜੋਬਾਂ ਦਿੱਤੀਆਂ। ਉਹਦੇ ਨਾਲ ਪਹਿਲਵਾਨ ਜੀ ਆਪਾਂ ਜਿਹੜੇ ਅਵਾਰਡ ਵੀ ਤੁਹਾਡੇ ਪੁੱਛਣੇ ਆ ਵੀ ਇਹ ਜਿਹੜੇ ਅਵਾਰਡ ਆ ਇਹ ਕਦੋਂ ਕਦੋਂ ਤੁਹਾਨੂੰ ਮਿਲੇ? ਮਹਾਰਾਜਾ ਰਣਜੀਤ ਸਿੰਘ ਅਰਜੁਨਾ ਅਵਾਰਡ ਤੁਹਾਡੇ ਨਾਂ ਦੇ ਨਾਲ ਜੁੜ ਗਿਆ ਸੀ ਉਦੋਂ? ਇਹ ਮਹਾਰਾਜਾ ਰਣਜੀਤ ਸਿੰਘ ਅਵਾਰਡ ਹੈ, ਇਹ ਆਪਾਂ ਨੂੰ ਮਿਲਿਆ ਜੀ, ਮਿਲਿਆ ਸੀ 1996 ਦੇ ਵਿੱਚ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿੱਦਾਂ ਮੇਰਾ ਜਿਹੜਾ ਅਰਜੁਨਾ ਅਵਾਰਡ ਸੀ ਉਹ ਤੇ ਮੈਨੂੰ 94-95 ਦੇ ਵਿੱਚ ਮੇਰਾ ਹੋ ਗਿਆ ਸੀਗਾ, ਕਿਉਂਕਿ ਮੇਰੀ 94 ਦੇ ਵਿੱਚ ਕਾਮਨਵੈਲਥ ਗੇਮਸ ਦਾ ਮੈਡਲ ਸੀ, 95 ਸੀ ਕਾਮਨਵੈਲਥ ਗੇਮਸ ਦਾ, ਤੇ ਮੇਰਾ ਹੋ ਗਿਆ ਸੀ। ਪਰ ਵਿੱਚੋਂ ਮੇਰੇ ਸੱਟ ਲੱਗਣ ਨਾਲ ਥੋੜਾ ਗੈਪ ਪੈਣ ਨਾਲ ਫਿਰ ਤੁਹਾਨੂੰ ਪਤਾ ਹੋਰ ਨਵੇਂ ਉੱਠ ਜਾਂਦੇ ਸਰਕਾਰਾਂ। ਫਿਰ ਜਦੋਂ ਦੁਬਾਰਾ ਇਹਨਾਂ ਨੇ ਸਾਰਾ ਕੀਤਾ ਵੀ ਇਹ ਜਿਹੜੇ ਬੰਦੇ ਰਹਿ ਗਏ ਆ ਜਿਨ੍ਹਾਂ ਨੇ ਅਚੀਵਮੈਂਟ ਕੀਤੀ ਏਡੀ ਏਡੀ ਵੱਡੀ, ਇਹਨਾਂ ਨੂੰ ਕਿਉਂ ਨਹੀਂ ਮਿਲੇ? ਫਿਰ ਉਹਨਾਂ ਦੁਬਾਰਾ ਨਾ ਭੇਜਿਆ ਤੇ ਅਰਜੁਨਾ ਅਵਾਰਡ ਫਿਰ ਮੈਨੂੰ 2000 ਦੇ ਵਿੱਚ ਫਿਰ ਫੰਡ ਦਿੱਤਾ, ਕਿਉਂਕਿ ਜੇ ਮੇਰੀ ਮਿਹਨਤ ਦਾ, ਕਿਉਂਕਿ ਮੇਰੇ ਮਨ 'ਚ ਇੱਕ ਰਹਿ ਗਈ ਸੀਗੀ ਜੇ ਮੇਰੇ ਸੱਟ ਲੱਗੀ ਆ ਤਾਂ ਮੇਰਾ ਗੈਪ ਇੰਨਾ ਪੈ ਗਿਆ, ਮੈਂ ਹੋ ਸਕਦਾ ਉਹ ਲੈ ਸਕਦੇ। ਪਰ ਫਿਰ ਵੀ ਸਰਕਾਰ ਨੇ ਮੇਰੀ ਉਸ ਮਿਹਨਤ ਦਾ ਮੈਨੂੰ ਜਿਹੜੀ ਮੈਂ ਪਹਿਲਾਂ ਕੀਤੀ ਸੀ ਉਹਦਾ ਫਲ ਦਿੱਤਾ ਤੇ ਦੁਬਾਰਾ ਮੈਨੂੰ ਅਰਜੁਨਾ ਅਵਾਰਡ ਦਿੱਤਾ। ਤੇ ਬਹੁਤ ਵੱਡੀ ਗੱਲ ਹੈ ਅਵਾਰਡ ਜਿਹੜੇ ਆਪਣੇ ਨਾਂ ਦੇ ਮਗਰ ਨਾਲ ਜੁੜ ਜਾਂਦੇ ਆ। ਤੇ ਤਾਂ ਥੋੜੀ ਜਿਹੀ ਆਪਾਂ ਗੱਲ ਭੁਲਾਉਣ ਉਹਨਾਂ ਦੀ ਟੋਕੀ ਸੀ ਵਿੱਚੋਂ ਪਹਿਲਵਾਨ ਜੀ, ਉੱਥੇ ਕੰਟੀਨਿਊ ਜਿਹੜੀ ਤੁਸੀਂ ਆਪਾਂ ਗੱਲ ਛੱਡੀ ਆ ਵੀ ਤੁਹਾਡੇ ਜਿਹੜੀ ਆਪਾਂ ਵਿੱਚੋਂ ਵੀ ਕਦੋਂ ਤੁਸੀਂ ਉੱਥੇ ਆਪਣੇ ਕਿੱਥੋਂ ਗੱਲ ਵਿੱਚ ਮੈਂ ਤੁਹਾਨੂੰ ਟੋਕੀ ਉਹਦੀ ਆਪਾਂ ਇਦਾਂ ਹੀ ਜਦੋਂ ਹੁਣ ਜਿਹੜੀ ਮੇਰੇ ਸੱਟ ਲੱਗੀ ਨਾ ਉਦੋਂ, ਹਾਂਜੀ ਉਹਦੇ ਵਿੱਚ ਗੈਪ ਪੈਣ ਦੇ ਨਾਲ ਫਿਰ ਮੇਰਾ ਜਿੱਦਾਂ ਜੌਬ ਦੀ ਸੀ, ਜੌਬ ਆਪਾਂ ਕਿਹੜਾ ਰੈਂਕ ਆ ਤੁਹਾਡਾ ਹੁਣ ਅੱਜ ਕੱਲ੍ਹ? ਮੈਂ ਐਜ ਏ ਸਟੂਡੈਂਟ ਆਪਣੇ ਕਸਟਮ ਐਂਡ ਸੈਂਟਰਲ GST ਦੇ ਵਿੱਚ, ਤੇ ਮੈਂ ਜਿੱਦਾਂ ਮਤਲਬ ਤੁਹਾਨੂੰ ਦੱਸਣ ਲੱਗਿਆ ਵੀ ਮੈਂ ਉਧਰੋਂ ਛੱਡ ਕੇ ਫਿਰ ਦੁਬਾਰਾ ਮੈਂ ਉਧਰ ਚੱਲ ਗਿਆ। ਤੇ ਫਿਰ ਮੈਨੂੰ 94 ਦੇ ਵਿੱਚ ਮਹਿਲ ਸਿੰਘ ਭੁੱਲਰ ਇੱਥੇ ਤੋਂ IG ਹੁੰਦੇ ਸੀਗੇ PAP ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਫਿਰ ਮੈਂ ਕਿਉਂਕਿ ਅਸੀਂ ਪ੍ਰੈਕਟਿਸ ਤੇ ਇੱਥੇ ਕਰਦੇ ਰਹੇ, ਮੈਂ ਉੱਥੇ ਵੀ ਜਦੋਂ ਆਪਾਂ ਜੋਬ ਦਿੱਲੀ ਸੀ ਮੇਰੀ ਆਪਣੀ, ਜਿੱਦਾਂ ਨੋਇਡਾ ਸੀ ਮੇਰੀ ਪੋਸਟਿੰਗ ਸੈਂਟਰਲ ਸਾਈਟ 'ਚ, ਤੇ ਉਦੋਂ ਮੈਂ ਮਿਹਨਤ ਜਿਹੜੀ ਸੀ ਮੈਂ ਜਾਂ ਕੈਂਪਾਂ 'ਚ ਜ਼ਿਆਦਾ ਸਾਰਾ ਸਾਲ ਰਹੀਦਾ ਸੀਗਾ। ਜਦੋਂ ਕੈਂਪ ਖਤਮ ਹੁੰਦੇ ਸੀ ਤੇ PAP ਆਪਣੇ ਜ਼ੋਰ ਕਰ ਦਿੰਦੇ ਸੀ, ਤੇ ਇੱਥੇ ਸਾਹਿਬ ਵੀ ਇੱਥੇ ਹੀ ਸੀਗੇ। ਤੇ ਉਹਨਾਂ ਨੇ ਮੈਨੂੰ ਦੁਬਾਰਾ ਫਿਰ ਆਫਰ ਕੀਤੀ ਵੀ ਤੂੰ ਦੁਬਾਰਾ ਆ ਜਾ, ਤੂੰ ਆਉਣਾ ਚਾਹੁੰਦਾ ਵਾ ਤੇ ਤੈਨੂੰ ਦੁਬਾਰਾ ਫਿਰ ਮੈਂ ਭਰਤੀ ਕਰ ਲੈਣਾ ਤੇ ਤੈਨੂੰ ਮੈਂ ਅੱਪਰ ਕਰਾ ਕੇ ਤੇ ਨਾਲ ਹੀ ਇੰਸਪੈਕਟਰ ਬਣਾ ਦੂੰਗਾ। 94 ਦੀ ਗੱਲ ਆ। ਕੀ ਬਾਤ ਹੈ। ਤੇ ਮੈਨੂੰ ਕਹਿੰਦੇ ਹਫਤਾ ਸੋਚ ਲਾ। ਤੇ ਫਿਰ ਜਦੋਂ ਮੈਂ ਸੋਚਿਆ ਵੀ ਮੈਂ ਤੇ ਉਧਰ ਡਾਇਰੈਕਟ ਇੰਸਪੈਕਟਰ ਹੋਇਆ ਵਾਂ ਗਾਂ ਪਤਾ ਨਹੀਂ ਕੀ ਆ, ਪਰ ਉਹ ਇਹ ਡਿਪਾਰਟਮੈਂਟ ਜਿਹੜੇ ਸੈਂਟਰ ਦੇ ਡਿਪਾਰਟਮੈਂਟ ਆ ਇਹਦੇ ਵਿੱਚ ਨਾ ਜਿੱਦਾਂ ਹੁਣ ਪੰਜਾਬ ਦੇ ਵਿੱਚ ਤੇ ਹੈ ਸੀ ਉਦੋਂ ਵੀ, ਜਦੋਂ ਵੀ ਕੋਈ ਮੈਡਲ ਆ ਜਾਂਦਾ ਸੀ ਤੇ ਨਾਲ ਦੀ ਨਾਲ ਉਦੋਂ ਪ੍ਰਮੋਸ਼ਨ ਮਿਲ ਜਾਂਦੀ। ਭੁੱਲਰ ਸਾਹਿਬ ਦੀ ਮਤਲਬ ਇੰਨੀ ਕੁ ਜ਼ਿਆਦਾ ਹੱਥ ਸੀਗਾ ਪਲੇਅਰਾਂ ਦੇ ਸਿਰ ਤੇ ਵੀ ਉਹ ਜਦੋਂ ਕੋਈ ਮੈਡਲ ਉਹਨਾਂ ਦੇ ਇਹ ਮੈਡਲ ਲੈ ਕੇ ਆਓ ਪ੍ਰਮੋਸ਼ਨ ਤੁਹਾਨੂੰ ਮੈਂ ਦਊਂਗਾ, ਤੇ ਉਦੋਂ ਹੋ ਵੀ ਜਾਣੀ ਸੀ। ਹੁਣ ਹੋ ਸਕਦਾ ਇੱਧਰ ਪੰਜਾਬ ਪੁਲਿਸ 'ਚ ਮੈਂ ਬੜੇ ਵੱਡੇ ਉਹਦੇ ਤੇ ਹੁੰਦਾ, ਪਰ ਮੈਨੂੰ ਉਹਦਾ ਕੋਈ ਦੁੱਖ ਨਹੀਂ ਆ, ਕਿਉਂਕਿ ਜੇ ਮੈਂ ਆਪਣੇ ਹੁਣ ਇਸ ਵੇਲੇ ਡਿਪਾਰਟਮੈਂਟ 'ਚ ਉਧਰ ਵੀ ਮੈਨੂੰ ਬਹੁਤ ਕੁਝ ਮਿਲਿਆ। ਮੇਰੇ ਡਿਪਾਰਟਮੈਂਟ ਨੇ ਜਦੋਂ ਮੈਂ ਪਹਿਲਾਂ ਕਾਮਨਵੈਲਥ 'ਚੋਂ ਮੈਡਲ ਆਇਆ ਤਾਂ ਉਦੋਂ ਨਵੇਂ ਮੋਟਰਸਾਈਕਲ ਆਏ ਸੀਗੇ ਸਪਲੈਂਡਰ, ਇੱਕ ਮੋਟਰਸਾਈਕਲ ਉਹਨਾਂ ਨੇ ਮੈਨੂੰ ਦਿੱਤਾ। ਕੀ ਬਾਤ ਹੈ। ਉਸ ਤੋਂ ਬਾਅਦ ਕਾਮਨਵੈਲਥ ਚੈਂਪੀਅਨਸ਼ਿਪ 'ਚ ਮੇਰਾ ਮੈਡਲ ਆ 1 ਲੱਖ ਰੁਪਇਆ ਉਦੋਂ ਦਿੱਤਾ, 95 ਦੀ ਗੱਲ ਹੈ। ਕੀ ਬਾਤ ਹੈ। ਫਿਰ ਉਸ ਤੋਂ ਬਾਅਦ ਮੈਨੂੰ 96 ਦੇ ਵਿੱਚ ਇੱਥੇ ਸੈਫ ਗੇਮ ਹੋਣੀਆਂ ਸੀਗੀਆਂ ਇੱਥੇ ਢਾਕਾ, ਤੇ ਮੈਨੂੰ ਉਦੋਂ ਹੀ ਮੇਰੇ ਅਫਸਰਾਂ ਨੇ ਕਰਤਾ ਵਾਦਾ ਵੀ ਤੇਰਾ ਜਦੋਂ ਮੈਡਲ ਚੋਂ ਆ ਗਿਆ ਤੇ ਤੈਨੂੰ ਆਉਂਦੇ ਇੱਕ ਮਾਰੂਤੀ ਕਾਰ ਨਵੀਂ ਆਈ ਸੀ ਉਦੋਂ ਉਹ ਦੇਵਾਂਗੇ। ਕੀ ਬਾਤ ਹੈ। ਹੁਣ ਮੇਰੀ ਕਿਸਮਤ ਦੇਖੋ, ਜਦੋਂ ਟੀਮ ਜਾਣੀ ਸੀ 2 ਦਿਨ ਪਹਿਲਾਂ ਮੇਰੇ ਸੱਟ ਲੱਗ ਗਈ। ਮੇਰਾ ਇੱਕ ਸੱਟਾਂ ਨਾਲ ਮੇਰਾ ਕਹਿੰਦੇ ਹੁੰਦੇ ਇੱਕ ਬੜਾ ਨਾਤਾ ਰਿਹਾ ਵਾ ਸ਼ੁਰੂ ਤੋਂ ਹੀ, ਪਰ ਮੈਂ ਉਹ ਸੱਟਾਂ ਦੇ ਬਾਵਜੂਦ ਵੀ ਜਿੰਨਾ ਕੁਛ ਕੀਤਾ ਮੈਂ ਉਹਦੇ ਵਿੱਚ ਸੈਟੀਸਫਾਈ ਆ। ਮੈਂ ਬਹੁਤ ਖੁਸ਼ ਆ ਵੀ ਜੇ ਮੈਂ ਇੰਨੀਆਂ ਸੱਟਾਂ ਲੱਗਣ ਦੇ ਬਾਵਜੂਦ ਹੀ ਜੋ ਕੁਛ ਕੀਤਾ ਹੈ। ਤੇ ਉਹ 2 ਦਿਨ ਪਹਿਲਾਂ ਸੱਟ ਲੱਗੀ, ਜਿਹੜਾ ਮੇਰਾ ਸੈਕੰਡ ਸੀਗਾ ਉਦੋਂ ਪਹਿਲਵਾਨ ਉਹ ਗਿਆ, ਉਹਦਾ 골ਡ ਆ ਗਿਆ, ਤੇ ਮੈਂ ਆਪਣੇ ਉਹਦਾ ਮੈਂ ਮੇਰਾ ਤੇ 골ਡ ਹੈ ਹੀ ਸੀਗਾ। ਤੇ ਚਲੋ ਜੋ ਵੀ ਆ ਉਹ ਮੇਰੀ ਉਦੋਂ ਰਹੀ। ਤੇ ਮੇਰੇ ਡਿਪਾਰਟਮੈਂਟ ਨੇ ਮੇਰੇ ਲਈ ਬਹੁਤ, ਕਿਉਂਕਿ ਜਿੱਥੇ ਵੀ ਮੈਂ ਮਿਹਨਤ ਕਰਨਾ ਚਾਹਾਂ ਜਿੱਥੇ ਵੀ ਰਿਹਾ ਮੈਨੂੰ ਕਦੀ ਕੋਈ ਪੁੱਛਿਆ ਲਿਖਿਆ ਨਹੀਂ ਆ। ਹਾਂ ਠੀਕ ਹੈ, ਜਦੋਂ ਤੋਂ ਮੈਂ ਇੱਥੇ ਬਾਅਦ 'ਚ ਦੁਬਾਰਾ ਪੰਜਾਬ 'ਚ 98 'ਚ ਆ ਗਿਆ ਸੀਗਾ, ਤੇ ਮੈਂ ਆਪਣੀ ਜੌਬ ਕਰ ਰਿਹਾ, ਬੜੀ ਵਧੀਆ ਜੌਬ ਕਰ ਰਿਹਾ। ਮੇਰੇ ਅਫਸਰ ਜੇ ਉਹਨਾਂ ਨੂੰ ਕੁਛ ਮੈਨੂੰ ਪ੍ਰੈਕਟਿਸ ਦਾ ਟਾਈਮ ਚਾਹੀਦਾ ਜਾਂ ਮੈਨੂੰ ਕੁਛ ਹੋਰ, ਉਹ ਸਾਰੀ ਮੇਰੀ ਹੈਲਪ ਕਰਦੇ ਆ। ਤੇ ਮੈਨੂੰ ਕੋਈ ਏਡਾ ਦਬਾਅ ਨਹੀਂ ਹੁੰਦਾ ਵੀ ਤੂੰ ਇੰਨੇ ਟਾਈਮ ਬਹਿਣਾ ਹੀ ਆ। ਤੇ ਆਪਣੀ ਮਹਾਰਾਜ ਦੀ ਕਿਰਪਾ ਹੈ ਬੜੀ, ਮਰਜ਼ੀ ਨਾਲ ਜੌਬ ਵੀ ਕਰਨ ਦੇ ਆ ਤੇ ਆਪਣਾ ਨਾਲ ਆਪਣਾ ਜਿਹੜਾ ਫਿਟਨੈਸ ਦਾ ਜਾਂ ਆਪਾਂ ਅੱਜ ਕੱਲ੍ਹ ਜਗਜੀਤ ਰੈਸਲਿੰਗ ਅਕੈਡਮੀ ਤੁਹਾਨੂੰ ਪਤਾ ਚੱਲਦੀ ਆ, ਬੱਚਿਆਂ ਦੇ ਨਾਲ ਉੱਥੇ ਜਾਈਦਾ ਵਾ, PAP ਚੱਲ ਜਾਈਦਾ ਵਾ, ਜਿਮ ਚੱਲ ਜਾਈਦਾ ਵਾ। ਤੇ ਮਤਲਬ ਇਹ ਨਹੀਂ ਵੀ ਨਾਤਾ ਨਹੀਂ ਤੋੜਿਆ ਪਹਿਲਵਾਨ ਦੇ ਨਾਲ ਆਪਾਂ ਜੁੜੇ ਰਹਿਣਾ। ਹਜੇ ਤੁਹਾਨੂੰ ਹੋਰ ਗੱਲਾਂ ਦੱਸਣੀਆਂ ਪਹਿਲਵਾਨ ਜੀ। ਜਦੋਂ ਤੁਸੀਂ ਵਰਲਡ ਚੈਂਪੀਅਨ ਉੱਧਰ ਕਿੱਦਾਂ ਖਿਆਲ ਕੀਤਾ ਵੀ ਆਪਾਂ ਤੁਸੀਂ ਜਿਹੜੀ ਹੁਣ 올ਡ ਵਾਲਿਆਂ 'ਚ ਜਾ ਰਹੇ ਆ, ਜਿੱਦਾਂ ਉੱਥੋਂ ਵੀ ਤੁਸੀਂ ਆ ਜਿਹੜੀ ਢਾਕ ਵਾਲੀ ਗੱਲ ਚੇਤੇ ਆ ਗਈ, ਉੱਥੇ ਜਿਹੜਾ ਓਲੰਪੀਅਨ ਤੁਸੀਂ ਉਹਦੇ ਮਾਰੀ ਢਾਕ ਮੈਨੂੰ ਲੱਗਦਾ ਪਿਛਲੇ ਸਾਲੇ ਬੱਜੀ ਹੁੰਦਾ ਤਾਂ
ਉਹ ਐਕਚੁਅਲੀ ਇਹਦਾ ਨਾ ਜਦੋਂ ਕਹਿੰਦੇ ਨੇ ਇਹ ਜਦੋਂ ਇਧਰੋਂ ਹੋ ਗਿਆ ਚਲੋ ਫਿਰ ਉਸ ਤੋਂ ਬਾਅਦ ਮੈਂ ਜਦੋਂ ਕਹਿੰਦਾ ਤੁਹਾਨੂੰ 99 ਦੇ ਵਿੱਚ ਮੈਂ ਦੁਬਾਰਾ ਫਿਰ ਜਦੋਂ ਠੀਕ ਹੋ ਕੇ ਸ਼ੁਰੂ ਕੀਤੀ ਫਿਰ ਮੈਂ ਨੈਸ਼ਨਲ ਗੇਮਸ ਦਾ ਚੈਂਪੀਅਨ ਬਣਿਆ ਫਿਰ ਇੰਟਰਨੈਸ਼ਨਲ ਟੂਰ ਲਾਇਆ ਏਸ਼ੀਆ ਚੈਂਪੀਅਨਸ਼ਿਪ ਲੜਿਆ ਹੋਰ ਇੱਕ ਇਜਿਪਟ ਟੂਰਨਾਮੈਂਟ ਹੁੰਦਾ ਸੀ ਉਹਦੇ ਵਿੱਚੋਂ ਮੇਰਾ ਸਿਲਵਰ ਮੈਡਲ ਆਇਆ ਮੈਂ 5-6 ਸਾਲ ਫਿਰ ਦੁਬਾਰਾ ਇੰਡੀਆ ਟੀਮ 'ਚ ਰਿਹਾ ਛੱਡਣ ਤੋਂ ਬਾਅਦ ਗੈਪ ਪੈਣ ਤੋਂ ਬਾਅਦ 5-6 ਸਾਲ ਫਿਰ ਇੰਡੀਆ ਟੀਮ 'ਚ ਰਿਹਾ ਮੈਂ ਸੀਨੀਅਰ ਦੇ ਵਿੱਚ ਫਿਰ ਜਦੋਂ ਸਾਡੀ ਇਹ ਜਦੋਂ ਓਵਰ 35 ਹੋ ਜਾਂਦੀ ਹੈ ਤਾਂ ਸ਼ੁਰੂ ਚਾਚਾ ਜੀ ਕਿਉਂਕਿ ਉਹ ਲੜਦੇ ਸੀ ਉਹ 93 ਤੋਂ ਸ਼ੁਰੂ ਕੀਤਾ ਉਹਨੇ ਵੈਟਰਨ ਤੇ ਉਹ ਜਦੋਂ ਉਹ ਜਾਂਦੇ ਸੀ ਤੇ ਫਿਰ ਮੈਨੂੰ ਵੀ ਹੋ ਗਿਆ ਵੀ ਮੈਂ ਵੀ ਜਾਵਾਂ ਜਦੋਂ ਮੇਰੀ 35 ਸਾਲ ਪਹਿਲੇ ਸਾਲ ਮੈਂ ਉਸੇ ਲਈ ਮੈਂ ਵੀ ਚੱਲ ਗਿਆ ਤੇ ਇਹ ਸਾਡੀ ਪਹਿਲੀ ਉਦੋਂ ਸੀ ਜਦੋਂ ਮੈਂ ਗਿਆ ਉਦੋਂ ਹੀ ਸੀਗੀ ਰੀਗਾ ਰਸ਼ੀਆ ਦਾ ਕੰਟਰੀ ਆ ਲਤਵੀਆ ਦੇ ਵਿੱਚ ਰੀਗਾ ਸ਼ਹਿਰ ਆ ਲਤਵੀਆ ਕੰਟਰੀ ਸੀ ਉੱਥੇ ਵਰਲਡ ਚੈਂਪੀਅਨਸ਼ਿਪ ਹੋਈ ਵੈਟਰਨ ਦੀ ਤੇ ਉੱਥੇ ਮੈਂ ਪਹਿਲੀ ਵਾਰ ਪਾਰਟਿਸਿਪੇਟ ਕੀਤਾ ਤੇ ਉਦੋਂ ਜ਼ਿਆਦਾ ਹੋਰ ਤੇ ਪਹਿਲਵਾਨ ਇਹਨੇ ਜਾਂਦੇ ਸੀ ਬਹੁਤ ਸਾਰੇ ਰੁਸਤਮਾਂ ਨੇ ਟਰਾਈ ਕੀਤੀ ਆ ਪਰ ਨਹੀਂ ਹੁੰਦਾ ਜਦੋਂ ਕਹਿੰਦਾ ਛੱਡ ਕੇ ਦੁਬਾਰਾ ਫਿਰ ਔਖਾ ਹੋ ਜਾਂਦਾ ਚਾਚਾ ਜੀ ਦੇ ਚਲੋ ਮੈਡਲ ਆਏ ਹੋਰ ਵੀ ਇੱਕ ਦੋ ਦੇ ਸਿਲਵਰ ਥਰਡ ਆਏ ਚਾਚਾ ਜੀ ਦੇ ਲਗਾਤਾਰ ਮੈਡਲ ਆਏ ਸੀ ਫਿਰ ਮੈਂ ਵੀ ਟਰਾਈ ਕੀਤੀ ਤੇ ਉਦੋਂ ਮੈਂ ਔਰ ਚਾਚਾ ਜੀ ਦੋਵੇਂ ਲੜ ਰਹੇ ਹੋਰ ਇੱਕ ਦੋ ਪਹਿਲਵਾਨ ਸੀ ਉਹਨਾਂ ਦੇ ਨਹੀਂ ਆਏ ਤੇ ਉਹ ਵੀ ਮੇਰੇ ਜਿਹੜੀ ਹੈਗੀ ਪਹਿਲੀ ਮੈਂ ਲੜਿਆ ਕੰਪੀਟੀਸ਼ਨ ਪਹਿਲੀ ਮੇਰੇ 3 ਕੁਸ਼ਤੀਆਂ ਇੱਕ ਰਾਨੀ ਨੂੰ ਹਰਾਇਆ ਪਹਿਲਾਂ ਬਹੁਤ ਵਧੀਆ ਰਾਨੀ ਇਹ ਵੀ ਏਸ਼ੀਆ ਦਾ 골ਡ ਮੈਡਲ ਸੀਗਾ ਉਹ ਏਸ਼ੀਆ ਦਾ 골ਡ ਮੈਡਲ ਛੱਡ ਕੇ ਉਹ ਫਿਰ ਦੁਬਾਰਾ ਵੈਟਰਨ ਚ ਆਇਆ ਉਹਨੂੰ ਮੈਂ ਹਰਾਇਆ ਪਹਿਲਾਂ ਉਸ ਤੋਂ ਬਾਅਦ ਮੈਂ ਇੱਕ ਹਰਾਇਆ ਆਪਣੇ ਉਹ ਵੀ ਰਸ਼ੀਅਨ ਕੰਟਰੀ ਸੀ ਕਿਹੜੀ ਅਜ਼ਰਬੈਜਾਨ ਕੇ ਪਤਾ ਨਹੀਂ ਇਦਾਂ ਦੀ ਕੋਈ ਸੀ ਉਹਨੂੰ ਹਰਾਇਆ ਉਸ ਤੋਂ ਬਾਅਦ ਮੇਰੀ ਇੱਕ ਕੁਸ਼ਤੀ ਹੋ ਰਹੀ ਫਿਰ ਇੱਕ ਯੂਕਰੇਨ ਦਾ ਪਹਿਲਵਾਨ ਸੀ ਉਹ 올림픽 ਦਾ ਮੈਡਲਿਸਟ ਸੀਗਾ ਉਹ ਮੇਰੀ ਕੁਸ਼ਤੀ ਉਹਦੇ ਨਾਲ ਉਦੋਂ ਹੁੰਦੀ ਸੀਗੀ ਜਿੱਦਾਂ 2-2 ਮਿੰਟ ਦੇ 3 ਰਾਉਂਡ ਹੁੰਦੇ ਸੀਗੇ ਉਹਦੇ ਵਿੱਚੋਂ ਤਿੰਨਾਂ ਦੇ ਵਿੱਚੋਂ 2 ਰਾਉਂਡ ਜਿੱਤਣੇ ਹੁੰਦੇ ਸੀਗੇ ਪਹਿਲਾ ਰਾਉਂਡ ਮੈਨੂੰ ਜਿੱਤ ਗਿਆ ਉਹ ਤੇ ਦੂਜਾ ਰਾਉਂਡ ਫਿਰ ਮੈਂ ਜਿੱਤ ਗਿਆ ਉਹਨੂੰ ਤੀਜਾ ਰਾਉਂਡ ਚੱਲ ਰਿਹਾ ਸੀਗਾ ਤੇ ਨਹੀਂ ਦੂਜਾ ਰਾਉਂਡ ਚੱਲ ਰਿਹਾ ਸੀਗਾ ਦੂਜੇ ਰਾਉਂਡ ਦੇ ਵਿੱਚ ਮੈਨੂੰ 2-0 ਤੇ ਜਿੱਤ ਰਿਹਾ ਸੀਗਾ ਤੇ ਸਿਰਫ 8-10 ਸੈਕਿੰਡ ਰਹਿ ਗਏ ਸੀਗੇ ਉਹ ਮੈਂ ਇੱਕ ਨਾ ਇੱਥੇ ਮਾਰਦਾ ਨਾ ਖਿਮੇ ਜੀ ਉਹ ਖਿਮੇ ਇੱਧਰ ਨੂੰ ਦਿਖਾ ਕੇ ਤਾਂ ਮੈਂ ਦੂਸਰੀ ਸਾਈਡ ਨੂੰ ਮਾਰਦਾ ਆ ਉਹ ਜਦੋਂ ਮੈਂ 2 ਪੁਆਇੰਟ ਉਹਦੇ ਸੀਗੇ ਜਦੋਂ ਮੈਂ ਦਿਖਾ ਕੇ ਮਾਰਿਆ ਤੇ ਜਦੋਂ ਘੁੰਮਿਆ ਪੂਰਾ 2 ਪੁਆਇੰਟ ਹੋ ਗਏ ਨਾਲ ਟਾਈਮ ਹੋ ਗਿਆ ਉਹ 2-2 ਦੇ ਨਾਲ ਮੈਂ ਇਕੱਠੇ ਲਏ ਸੀਗੇ ਉਹ ਰਾਉਂਡ ਮੈਂ ਜਿੱਤ ਗਿਆ ਤੇ ਉਹ ਜਿਹੜੇ ਤੁਹਾਨੂੰ ਦੱਸਾਂ ਇਹ ਕੰਟਰੀ ਬਾਹਰਲੇ ਕੰਟਰੀ ਜ਼ਿਆਦਾ ਲੰਬੀ ਕੁਸ਼ਤੀ ਨਹੀਂ ਚੱਲਦੇ ਥੱਕਦੇ ਆ ਅਸੀਂ ਮਿਹਨਤ ਲੰਬੀ ਕਰਦੇ ਆ ਅਸੀਂ ਥੱਕਦੇ ਨਹੀਂ ਮੈਂ ਤੁਹਾਨੂੰ ਇਹੀ ਪਹਿਲਾਂ ਵੀ ਕਿਹਾ ਵੀ ਮੈਂ ਅੱਜ ਤੱਕ ਥੱਕ ਕੇ ਕੁਸ਼ਤੀ ਨਹੀਂ ਹਾਰਿਆ ਤੇ ਮੈਂ ਤੀਸਰੇ ਰਾਉਂਡ ਜਦੋਂ ਕੁਸ਼ਤੀ ਸ਼ੁਰੂ ਹੋਈ ਮੈਂ ਉਹਨੂੰ ਮਾਰਾਂ ਤੇ ਖਿੱਚਾਂ ਉਹਦੇ ਪੈਰਾਂ 'ਚ ਡਿੱਗ ਪਵੇ ਮਾਰਾਂ ਖਿੱਚਾਂ ਪੈਰਾਂ 'ਚ ਡਿੱਗ ਪਏ ਮਤਲਬ 6 ਪੁਆਇੰਟ ਉਦੋਂ 6 ਦੀ ਲੀਡ ਹੁੰਦੀ ਸੀ ਦੂਸਰੇ ਰਾਉਂਡ ਦੇ ਜਿਹੜਾ 6 ਲੈ ਗਿਆ ਖਤਮ ਹੋ ਜਾਂਦੀ ਤੇ ਉਹ ਮੈਂ ਮਾਰਾਂ ਉਹ 6 ਪੁਆਇੰਟ ਜਾਂ ਧੱਕ ਗਿਆ ਬਾਹਰ ਕੱਢਦਾ ਵਾਂ ਜਾਂ ਖਿੱਚ ਕੇ ਉਹ ਮਤਲਬ ਮੈਨੂੰ ਇੰਨਾ ਕਿ 2-3 ਵਾਰ ਮਾਰਿਆ ਤੇ ਫਿਰ ਤੇ ਮੈਂ ਬਹਿ ਕੇ ਉੱਤੇ ਉਹ ਹੌਸਲਾ ਵਾ ਜਾਂਦਾ ਉਹ ਤੀਸਰਾ ਰਾਉਂਡ ਫਿਰ ਮੈਨੂੰ ਬੇਜੋੜੀ ਹਰਾ ਕੇ ਤੇ ਉਹ ਮੇਰਾ ਗੋਲਡ ਮੈਡਲ ਸੀ ਵੈਰੀ ਗੁੱਡ ਇਸ ਤਾਂ ਬਹੁਤ ਪ੍ਰਾਊਡ ਆ ਪਹਿਲਵਾਨ ਜੀ ਤੁਹਾਡੇ ਤੇ ਤੁਸੀਂ ਇੰਨੀਆਂ ਮੱਲਾਂ ਮਾਰੀਆਂ ਆ ਤੁਸੀਂ ਅੰਤ ਵਿੱਚ ਜੇ ਕੋਈ ਗੱਲ ਜਿਹੜੀ ਕੋਈ ਚੈਲੰਜ ਮੈਚ ਜਾਂ ਕੋਈ ਰਹੇ ਹੋਣ ਤੁਹਾਡੇ ਦਿਲ 'ਚ ਆ ਜੇ ਕੋਈ ਦੱਸਣੇ ਆਪਾਂ ਸ਼ੇਅਰ ਕਰਨੇ ਹੋਣ ਬਸ ਕੁਸ਼ਤੀਆਂ ਤੁਹਾਨੂੰ ਲਗਭਗ ਮੈਂ ਦੱਸ ਹੀ ਦਿੱਤੀਆਂ ਬਾਕੀ ਜਿਹੜੇ ਉਸ ਤੋਂ ਬਾਅਦ ਵੀ ਹੁਣ ਵੈਟਰਨ ਹਰ ਸਾਲ ਜਾਈਦਾ ਵਾ ਤੇ ਹਰ ਸਾਲ ਹੀ ਮੈਡਲ ਮੇਰਾ ਆ ਹੀ ਜਾਂਦਾ ਵਾ ਤੇ ਜਦੋਂ ਹੁਣ ਸਾਰਾ ਸਾਲ ਮਿਹਨਤ ਆਪਣਾ ਜਿਮ ਲਾ ਲਈਦਾ ਵਾ ਲਾਗੇ ਜਾ ਕੇ 3-4 ਮਹੀਨੇ ਫਿਰ ਲਗਾਤਾਰ ਮੈਟ ਤੇ ਲਾਈਦੀ ਆ ਨਾਲ ਤੇ ਉਹ ਪੂਰਾ ਫਿਰ ਸਰੀਰ ਸ਼ੁਰੂ ਕਿਉਂਕਿ ਜਿਹੜੀ ਪਹਿਲਵਾਨੀ ਹੈ ਨਾ ਇਹ ਭਾਵੇਂ ਜਿੰਨੀ ਮਰਜ਼ੀ ਜਾਨ ਹੋਵੇ ਜਿੰਨਾ ਮਰਜ਼ੀ ਜ਼ੋਰ ਹੋਵੇ ਜੋ ਮਰਜ਼ੀ ਹੋਵੇ ਪਰ ਜਿੰਨਾ ਚਿਰ ਤੁਸੀਂ ਮੈਟ ਤੇ ਪ੍ਰੈਕਟਿਸ ਨਹੀਂ ਕਰਦੇ ਨਾ ਤਾਂ ਤੁਹਾਡਾ ਸਰੀਰ ਉਸ ਹਿਸਾਬ ਦਾ ਨਹੀਂ ਚੱਲਦਾ ਇੱਕਦਮ ਤੁਸੀਂ ਛੱਡ ਕੇ ਦੁਬਾਰਾ ਕਰਨਾ ਤਾਂ ਉਹਦੇ ਵਿੱਚ ਬੜੀਆਂ ਸਰੀਰ ਲਚਕ ਨਹੀਂ ਰਹਿੰਦੀ ਜੇ ਵੇਟ ਕਰਨ ਨਾਲ ਕੱਲਾ ਟਾਈਟਨੈਸ ਆ ਜਾਂਦੀ ਆ ਫਿਰ ਲਚਕ ਲਿਆਉਣ ਵਾਸਤੇ ਮੈਟ ਤੇ ਤੁਹਾਨੂੰ ਲਗਾਤਾਰ 2-3 ਮਹੀਨੇ ਉਹਦੇ ਨਾਲ ਐ ਪੂਰਾ ਕਰਨਾ ਪੈਣਾ ਤੇ ਬਾਕੀ ਆਪਾਂ ਪਹਿਲਾਂ ਮਿੱਟੀ ਦੀ ਗੱਲ ਕਰਦੇ ਸੀ ਜਿੱਦਾਂ ਤੇ ਮਿੱਟੀ ਦੇ ਵਿੱਚ ਲੋਕਾਂ ਨੂੰ ਕਈਆਂ ਨੂੰ ਵਹਿਮ ਆ ਵੀ ਅਸੀਂ ਮਿੱਟੀ 'ਚ ਕੀ ਕਰਦੇ ਆ ਤੇ ਮੈਟ ਤੇ ਨਹੀਂ ਲੜ ਸਕਦੇ ਇੱਕ ਵਹਿਮ ਆ ਜੇ ਤੁਸੀਂ ਮਿੱਟੀ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਜ਼ੋਰ ਕਰੋ ਵੀ ਤੁਸੀਂ ਮੈਟ ਵਾਂਗੂ ਹੀ ਲੜਨਦੇ ਆ ਮੈਟ ਦੇ ਪੁਆਇੰਟ ਇਹ ਉਹ ਸਿਸਟਮ ਤੁਸੀਂ ਮੈਟ ਤੇ ਤੁਸੀਂ ਕਦੀ ਫੇਲ ਨਹੀਂ ਹੋ ਸਕਦੇ ਕਈਆਂ ਨੂੰ ਵਹਿਮ ਹੋ ਜਾਂਦਾ ਯਾਰ ਅਸੀਂ ਮਿੱਟੀ 'ਚ ਹੀ ਕਰਦੇ ਅਸੀਂ ਮੈਟ ਤੇ ਨਹੀਂ ਚੱਲਣਾ ਤੁਸੀਂ ਪ੍ਰੈਕਟਿਸ ਉੱਤੇ ਫਾਸਟ ਹੀ ਨਹੀਂ ਕਰੋ ਸਹੀ ਗੱਲ ਤੂੰ ਮਿੱਟੀ ਇਹ ਹੁੰਦਾ ਵੀ ਚਲੋ ਸਿਰ ਨਾਲ ਸਿਰ ਲਾ ਕੇ ਖੜੇ ਹੋ ਗਏ ਤੂੰ ਵੀ ਲੰਬੀ ਕੁਸ਼ਤੀ ਚੱਲਣੀ ਆ ਤੇ ਤੁਸੀਂ ਮਿੱਟੀ ਦੇ ਵਿੱਚ ਹੀ 6 ਮਿੰਟ ਦੇ ਹਿਸਾਬ ਨਾਲ ਜ਼ੋਰ ਕਰੋ ਨਾ ਵੀ 6 ਮਿੰਟ ਮੈਂ ਕੁਸ਼ਤੀ ਲਾਣੀ ਕਿੱਦਾਂ ਤੇਜ਼ ਲੜਾਂ ਇਸ ਕਰਕੇ ਮਤਲਬ ਤੁਸੀਂ
ਜੇ ਮੈਟ ਤੇ ਲੜਨੀ ਹੈ ਤੇ ਮੈਟ ਵਾਲੀ ਵੀ ਤੁਸੀਂ ਮਿੱਟੀ 'ਚ ਵੀ ਲੜ ਸਕਦੇ ਜੇ। ਹਾਂਜੀ ਮਤਲਬ ਉਹ 'ਚ ਤੁਸੀਂ ਲੰਗੋਟਾ, ਬਹੁਤੀ ਗੱਲ ਲੰਗੋਟਾ ਹੀ ਆ ਅੱਜ ਕੱਲ੍ਹ, ਤਾਂ ਵੈਸੇ ਵੀ ਲੰਗੋਟਾ ਫੜਨੇ ਬੰਦ ਕਰਤੇ ਆ। ਹਾਂਜੀ ਤੇ ਉਸ ਕਰਕੇ ਜਿਹੜਾ ਮੈਟ ਵਾਲਾ ਉਹ ਤੇ ਮਿੱਟੀ 'ਚ ਆਰਾਮ ਨਾਲ ਲੜ ਲੂਗਾ। ਲੜ ਲਊਗਾ। ਇਹ ਤੇ ਹੈਗਾ, ਕਿਉਂਕਿ ਉਹ 'ਚ ਤਾਂ ਦਮ ਕਾਸੇ ਗੱਦੇ ਵਾਲੇ ਨੂੰ ਥੋੜ੍ਹਾ ਔਖਾ ਲੱਗਦਾ। ਜਿਹੜਾ ਮਿੱਟੀ ਵਾਲਾ ਉਹਨੂੰ ਗੱਦੇ ਤੇ ਔਖਾ ਲੱਗਦਾ। ਪਰ ਤੁਸੀਂ ਮਿੱਟੀ ਦੇ ਵਿੱਚ ਵੀ ਜਦੋਂ ਜ਼ੋਰ ਕਰਦੇ ਨਾ ਇਸ ਤਰੀਕੇ ਨਾਲ, ਕਿਉਂਕਿ ਗੁਰੂ ਜੀ ਦੇਖੋ ਜ਼ਿਆਦਾਤਰ ਜਦੋਂ ਅਸੀਂ ਗੁਰੂ ਹਨੂੰਮਾਨ ਜੀ ਦੇ ਰਹੇ ਤੇ ਚਾਚੀ ਜ਼ਿਆਦਾਤਰ ਮਿੱਟੀ 'ਚ ਹੁੰਦੇ ਸੀ ਜ਼ੋਰ। ਤੇ ਜਿਹੜੀ ਟੀਮ ਜਿਹੜੀ ਉਸ ਟਾਈਮ ਜਦੋਂ ਚਾਚਾ ਜੀ ਹੁੰਦੇ ਸੀ ਨਾ ਦਿੱਲੀ, 9 ਪਹਿਲਵਾਨ ਜਿਹੜੇ ਗੁਰੂ ਹਨੂੰਮਾਨ ਅਖਾੜੇ ਦੇ ਹੁੰਦੇ ਸੀ ਇੰਡੀਆ ਟੀਮ ਦੇ ਵਿੱਚ, 9 ਪਹਿਲਵਾਨ, ਸਿਰਫ ਇੱਕ ਪਹਿਲਵਾਨ ਉਹ ਹੁੰਦਾ ਸੀ ਜਾਂ ਤੇ ਇੱਕ ਹੁੰਦਾ ਸੀਗਾ ਇੱਕ ਰਜਿੰਦਰ ਪਹਿਲਵਾਨ ਹੀ ਮਿਲਟਰੀ ਦੇ ਵਿੱਚ, ਉਹ ਸੀਗਾ ਸੁਪਰ ਹੈਵੀ ਦਾ। ਤੇ ਇੱਕ ਰਜਿੰਦਰ ਪਹਿਲਵਾਨ ਜਿਹੜਾ ਸੀਗਾ ਆਪਣੇ ਹਰਿਆਣੇ ਦਾ, ਹਰਿਆਣੇ ਪੁਲਿਸ ਦਾ 74 ਕਿਲੋ ਦਾ, ਉਹ ਬਾਹਰਲਾ ਹੁੰਦਾ ਸੀਗਾ। ਬਾਕੀ 8 ਪਹਿਲਵਾਨ ਜਿਹੜੇ ਸੀਗੇ, ਇੱਕ ਵਾਰ ਤੇ ਮੇਰਾ ਖਿਆਲ 9 ਸੀਗੇ ਪਹਿਲਵਾਨ ਜਿਹੜੇ ਇੰਡੀਆ ਟੀਮ ਨੂੰ ਗੁਰੂ ਹਨੂੰਮਾਨ ਅਖਾੜੇ ਦੇ ਸੀ ਇਕੱਲੇ। ਤੇ ਉਹ ਸਾਰੇ ਮਿੱਟੀ 'ਚ ਹੀ ਕਰਦੇ ਸੀਗੇ। ਸਤਪਾਲ ਪਹਿਲਵਾਨ ਆ, ਸੁਭਾਸ਼, ਇਹ ਸਾਰੇ ਮਿੱਟੀ 'ਚ ਹੀ ਕਰਦੇ ਰਹੇ। ਜੋ ਗੱਦੇ ਤੇ ਬੜੀ ਦੇਰ ਬਾਅਦ ਆਏ ਆ, ਕਿਤੇ ਗੱਦਾ ਕਿਤੇ ਲੱਭਦਾ, ਗੱਦਾ ਤੇ ਉਦੋਂ ਸਾਨੂੰ ਮਿਲਦਾ ਹੈ ਜਦੋਂ ਕਿਤੇ ਕੈਂਪ ਲੱਗਦੇ ਸੀ ਨੈਸ਼ਨਲ ਦੇ, ਉਦੋਂ ਗੱਦੇ ਤੇ ਮੈਟ ਮਿਲਦੇ। ਉਦੋਂ ਪਹਿਲਾਂ ਕਿੱਥੇ ਗੱਦੇ ਮਿਲਦੇ ਸੀਗੇ। ਮਤਲਬ ਜ਼ੋਰ ਹੀ ਇਸ ਤਰੀਕੇ ਨਾਲ ਇੰਨੇ ਫਾਸਟ ਕਰਦੇ ਸੀ ਵੀ ਉਹ ਜ਼ੋਰ ਕਰਕੇ ਉਹ ਮੈਟ ਤੇ ਵੀ ਨਾ ਲੜ ਸਕਦੇ। ਹੁਣ ਵੀ ਪਹਿਲਵਾਨਾਂ ਨੂੰ ਮੈਂ ਇਹੀ ਕਹਾਂਗਾ ਵੀ ਇਹ ਨਾ ਮਨ 'ਚ ਰੱਖੋ ਵੀ ਮੈਂ ਮਿੱਟੀ 'ਚ ਲੜਦਾ, ਮੈਟ ਤੇ ਮੇਰੇ ਪੈਰ ਨਹੀਂ ਟਿਕਦੇ। ਕਿਉਂ ਨਹੀਂ ਟਿਕਦੇ? ਤੁਸੀਂ ਜ਼ੋਰ ਹੀ ਇੰਨੇ ਫਾਸਟ ਕਰੋ, ਤੁਸੀਂ ਟਾਈਮ ਰੱਖ ਕੇ ਕਰੋ ਵੀ ਇੰਨਾ ਟਾਈਮ ਅਸੀਂ ਆ ਵੀ ਖੜਨਾ ਨਹੀਂ ਆ, ਇੰਨਾ ਟਾਈਮ। ਉਹ ਚੀਜ਼ਾਂ ਸਾਰੀਆਂ। ਪਹਿਲਵਾਨ ਜੀ ਤੁਹਾਡੀ ਜਿੱਦਾਂ ਤੁਸੀਂ ਮੈਰਿਜ, ਤੁਹਾਡੀ ਲਵ ਮੈਰਿਜ ਹੋਈ ਹੈ ਕਿ ਅਰੇਂਜ ਮੈਰਿਜ ਹੈ? ਬਿਲਕੁਲ ਅਰੇਂਜ ਮੈਰਿਜ ਹੋਈ ਆ, ਔਰ ਉਹ ਵੀ ਕਦੋਂ ਕਰਾਈ ਹੋ ਰਹੀ ਆ। ਇਹ ਮੇਰੀ 98 ਚ ਹੋਈ ਸੀਗੀ। ਠੀਕ ਹੈ। ਤੇ ਇੱਥੋਂ ਤੱਕ ਵੀ ਮੈਂ ਸਾਰਾ ਕੁਝ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਆਪਣੇ ਚਾਚਾ ਜੀ ਆ, ਸਾਰਾ ਕੁਝ ਸਾਡੇ ਪਿਤਾ ਜੀ ਨੇ ਇਹੀ ਕਹਿਤਾ ਵੀ ਇਹ ਤੁਹਾਡਾ ਬੱਚਾ ਆ, ਤੁਸੀਂ ਲੈ ਜਾਓ ਤੇ ਤੁਸੀਂ ਕਰਨਾ ਸਾਰਾ ਕੁਝ। ਤੇ ਇਹ ਖੁਦ ਹੀ ਆਪ ਹੀ ਦੇਖ ਕੇ ਆਏ ਸੀਗੇ ਤੇ ਮੈਂ ਦੇਖਿਆ ਤੱਕ ਵੀ ਨਹੀਂ ਹੈਗਾ। ਕਿਹੜੀ ਜਗ੍ਹਾ ਤੁਹਾਡੀ ਮੈਰਿਜ ਹੋਈ? ਮੇਰੀ ਮੈਰਿਜ ਵੀ ਇੱਕ ਬੜੇ ਵਧੀਆ ਸਪੋਰਟਸ ਫੈਮਿਲੀ 'ਚ ਹੀ ਹੋਈ ਆ। ਜਿਹੜੇ ਮੇਰੇ ਫਾਦਰ ਇਨ ਲਾਅ ਆ ਸਰਦਾਰ ਮਲੂਕ ਸਿੰਘ, ਉਹ ਵੀ ਜਿਹੜੀ ਦਿੱਲੀ ਏਸ਼ੀਅਨ ਗੇਮਸ ਹੋਈਆਂ ਉਹਦੇ ਵਿੱਚ ਹਾਰਸ ਰਾਈਡਿੰਗ ਦੇ ਵਿੱਚ ਉਹਨਾਂ ਦਾ ਵੀ 골ਡ ਮੈਡਲ ਆ ਟੀਮ ਦੇ ਵਿੱਚ। ਤੇ ਮੇਰੇ ਬ੍ਰਦਰ ਇਨ ਲਾਅ ਆ ਜਿਹੜੇ ਸਰਦਾਰ ਜਸਵਿੰਦਰ ਸਿੰਘ ਬਾਠ, ਜਿਹੜਾ ਉਹ DSP ਅੱਜ ਕੱਲ੍ਹ ਫਲੋਰ ਉਹਦੇ ਵਿੱਚ ਕਿਲੇ 'ਚ, ਤੇ ਉਹ ਵੀ ਹਾਰਸ ਰਾਈਡਿੰਗ ਦੇ ਵਿੱਚ ਏਸ਼ੀਆ ਦਾ ਮੈਡਲਿਸਟ ਆ। ਬੀਚ ਹਾਰਸ ਦਾ ਮੈਡਲਿਸਟ ਆ। ਫਿਰ ਉਹਦੇ ਵਿੱਚ ਨੈਸ਼ਨਲ ਦੇ ਵਿੱਚ ਹਰ ਸਾਲ 5-7 ਮੈਡਲ ਉਹਦੇ 골ਡ ਆਉਂਦੇ ਆ। ਬਹੁਤ ਵਧੀਆ ਮਤਲਬ ਹੈਗਾ, ਨੈਸ਼ਨਲ ਦਾ ਚੈਂਪੀਅਨ ਹੈ। ਮਹਾਰਾਜਾ ਰਣਜੀਤ ਸਿੰਘ ਵਾਡੀਆ ਵੀ। ਤੇ ਮਤਲਬ ਸੀਗਾ ਜਾਣਨ ਪਰਿਵਾਰ ਜਿੱਦਾਂ ਸੀਗਾ। ਤੇ ਉਹਨਾਂ ਨੇ ਜਦੋਂ ਦੇਖਿਆ ਤੇ ਪਰਿਵਾਰ ਜਦੋਂ ਕਹਿੰਦੇ ਉਹ ਵੀ ਜਿਹੜੀ ਫੈਮਿਲੀ ਉਹ ਵੀ ਚਾਹੁੰਦੀ ਕੋਈ ਸਪੋਰਟਸ ਪਰਿਵਾਰ ਨਾਲ ਵਾਲਾ ਕੋਈ ਤੰਗੀ ਨਹੀਂ ਆਈ ਫਿਰ ਰੈਸਲਿੰਗ 'ਚ ਜਾਂ ਕਿੱਦਾਂ? ਨਾ ਇਹ ਤੇ ਮੈਂ ਮੰਨਦਾ ਬਿਲਕੁਲ ਜੀ। ਪਰਿਵਾਰ ਦਾ ਬੜਾ, ਕਿਉਂਕਿ ਮੈਂ ਹੁਣ ਦੇਖੋ 98 ਦੇ ਵਿੱਚ ਮੈਰਿਜ ਹੋਈ, ਮੈਂ ਤੁਹਾਨੂੰ ਦੱਸਿਆ, ਫਿਰ ਮੈਂ 5-6 ਸਾਲ ਫਿਰ ਮੈਂ ਇੰਡੀਆ ਟੀਮ 'ਚ ਰਿਹਾ ਵਾਂ। ਤੇ ਕੋਈ ਵਹਿਮ ਮੈਂ ਮੰਨਦਾ, ਇਹ ਤੇ ਕੋਈ ਫਰਕ ਨਹੀਂ ਪੈਂਦਾ। ਇਹ ਤੇ ਤੁਹਾਡੀ ਹੁਣ ਵੀ ਦੇਖੋ ਤੁਸੀਂ ਬਜਰੰਗ ਪਹਿਲਵਾਨ ਉਹਨੇ ਮੈਰਿਜ ਕੀਤੀ ਆ, ਉਹ ਫਿਰ ਓਲੰਪਿਕ ਲੜ ਕੇ ਆਇਆ। ਸੁਸ਼ੀਲ ਨੇ ਕੀਤੀ, ਉਹਨੇ। ਮਤਲਬ ਇਹ ਜਿਹੜੇ ਇੱਕ ਮਨ ਦੀ ਸੋਚ ਆ, ਗੋਰੇ ਆ ਸਾਰੇ ਸ਼ੁਰੂ ਤੋਂ ਕਰਾ ਲੈਂਦੇ ਆ। ਉਹ 'ਚ ਕੀ ਉਹ ਤਾਂ ਗਰਲਫ੍ਰੈਂਡ ਨਾਲ ਉਹ ਕਰਦੇ। ਪਰ ਇਹ ਜੇ ਤੁਸੀਂ ਜਦੋਂ ਕਰਨਾ ਨਾ ਤੁਸੀਂ ਉਸ ਨਿਸ਼ਾਨੇ ਵੱਲ ਉੱਧਰ ਜਾਣਾ। ਉਹਨੂੰ ਨਿਸ਼ਾਨਾ ਨਹੀਂ ਲੈਣਾ। ਇੱਕ ਆਮ ਇੱਕ ਨੈਚੁਰਲ ਲਾਈਫ ਆ, ਉਹਨੂੰ ਤੁਸੀਂ ਰੱਖਣਾ ਛੱਡ ਕੇ ਜਿਹੜਾ ਤੁਹਾਡਾ ਨਿਸ਼ਾਨਾ ਆ ਤੁਸੀਂ ਉੱਧਰ ਧਿਆਨ ਦੇਣਾ, ਉਸ ਪਾਸੇ ਨਹੀਂ। ਉਹ ਨਹੀਂ ਕੋਈ ਮਨ 'ਚ। ਕੀ ਮੈਂਬਰ ਫਿਰ ਤੁਹਾਡੇ ਬੱਚੇ ਕਿੰਨੇ? ਬੱਚੇ ਮੇਰੇ ਜੀ ਬੇਟੀ ਹੈ ਤੇ ਉਹ ਅੱਜ ਕੱਲ੍ਹ ਉੱਥੇ ਕੈਨੇਡਾ ਸਟੱਡੀ ਬੇਸ ਤੇ ਗਈ ਹੈ ਤੇ ਹੁਣ ਸਟੱਡੀ ਪੂਰੀ ਹੋ ਗਈ ਹੈ ਤੇ ਹੁਣ ਆਪਣਾ ਉੱਥੇ ਵਰਕ ਪਰਮਿਟ ਤੇ ਉਹਨੂੰ PR ਪਾਊਗੀ। ਤੇ ਬੇਟਾ ਮੇਰਾ ਉਹ ਹੈਗਾ ਵਾ 12 ਸਾਲ ਦਾ ਹੋਇਆ ਜੀ। ਰੈਸਲਿੰਗ ਕੰਟੀਨਿਊ ਕਰਵਾ ਬਸ ਉਹ 12 ਸਾਲ ਦਾ ਹੋਇਆ ਤੇ ਉਹਨੂੰ ਸ਼ੁਰੂ ਕੀਤਾ। ਹੁਣ ਕੱਲ ਮੇਰੇ ਨਾਲ ਪੂਰੇ ਇੱਥੇ ਲੈਂਦਾ ਸੀ ਪੰਗੇ, ਇੱਥੇ ਕਿਚਾ ਤੂੰ ਲਾਉਂਦਾ ਸੀ, ਮਿਲਾਉਣਾ ਤੁਹਾਨੂੰ ਮੈਂ। ਤੇ ਉਹ ਲੱਗਾ ਸਾਨੂੰ ਸਾਡੇ ਵੱਲੋਂ ਵੀ ਸਾਨੂੰ ਪਰਿਵਾਰ 'ਚ ਜੱਦੀ ਪੁਸ਼ਤੀ ਜਿਹੜੀ ਚੱਲਦੀ ਆ, ਅਸੀਂ ਦੇਖਣਾ ਚਾਹੁੰਦੇ ਵੀ ਗਾਂ ਵੀ ਤੁਹਾਡਾ ਮੰਨ ਲਓ। ਦੇਖੋ ਜੀ, ਕੋਈ ਵੀ ਪਲੇਅਰ ਆ ਜਾਂ ਕੋਈ ਵੀ ਹੈ ਨਾ ਖਿਡਾਰੀ ਆ, ਉਹ ਇਹੀ ਚਾਹੂਗਾ ਵੀ ਜਿਹੜਾ ਮੇਰਾ ਬੱਚਾ ਹੈ ਉਹ ਮੇਰੀ ਗੇਮ ਕਰੇ ਜਾਂ ਮੈਂ, ਕਿਉਂਕਿ ਉਹਨੂੰ ਜਿਹੜਾ ਘਰ ਦੇ ਵਿੱਚ ਤੁਹਾਨੂੰ ਚੀਜ਼ ਬੱਚੇ ਨੂੰ ਮਿਲ ਜਾਣੀ ਨਾ, ਜਿਹੜੀ ਕੋਚਿੰਗ ਜਾਂ ਕੁਛ ਜਾਂ ਹਰ ਚੀਜ਼ ਖਾਣ ਪੀਣ ਦਾ ਸਿਸਟਮ, ਉਹ ਤੁਸੀਂ ਬਾਹਰੋਂ ਨਹੀਂ ਮਿਲ ਸਕਦਾ। ਹੁਣ ਮੈਂ ਜੇ ਕਹੂੰਗਾ ਮੇਰਾ ਬੱਚਾ ਰੈਸਲਿੰਗ ਕਰੇ ਤੇ ਮੈਂ ਉਹਨੂੰ ਹਰ ਚੀਜ਼ ਦੇ ਸਕਦਾ। ਜੇ ਮੈਨੂੰ ਜਿੱਦਾਂ ਮਿਲੀ ਆ, ਵਿਰਾਸਤ ਮਿਲੀ ਆ, ਸਾਰਾ ਕੁਛ ਆ, ਮੈਂ ਆਪਣੇ ਬੱਚੇ ਨੂੰ ਦੇ ਸਕਦਾ ਵੀ ਉਹ ਕੀ ਖਾਣਾ ਪੀਣਾ ਰੈਸਲਿੰਗ ਵਾਸਤੇ ਚੰਗਾ ਆ, ਕੀ ਤੁਸੀਂ ਮਤਲਬ ਕਰਨਾ ਕੀ ਆ, ਕਿੱਦਾਂ ਉੱਠਣਾ ਕਰਨਾ। ਤੇ ਜੇ ਮੈਂ ਹੁਣ ਸੋਚਾਂ ਮੈਂ ਰੈਸਲਿੰਗ ਦਾ ਪਲੇਅਰ ਆ ਤਾਂ ਮੈਂ ਕ੍ਰਿਕਟ ਦਾ ਕੀ ਗੁਣ ਸਿਖਾ ਸਕਦਾ ਉਹਨੂੰ। ਮੈਂ ਇਸ ਕਰਕੇ ਮੈਂ ਤਾਂ ਇਹੀ ਚਾਹੂੰਗਾ ਵੀ ਉਹ ਰੈਸਲਿੰਗ ਕਰੇ। ਤੇ ਚਲੋ ਬਾਕੀ ਕਿਸਮਤ ਤੇ ਕਰਦਾ ਬੱਚਾ ਕੀ ਕਰਦਾ।
ਤੇ ਕੋਸ਼ਿਸ਼ ਤਾਂ ਪੂਰੀ ਹੈ। ਲਾਸਟ ਵਿੱਚ ਤੁਸੀਂ ਆਪਣੇ ਜਿਹੜੇ ਮੈਸੇਜ ਕੀ ਦੇਣਾ ਚਾਹੁੰਦੇ ਆ ਸਾਡੇ ਜਿਹੜੇ ਹੋਰ ਨਵੇਂ ਪਲੇਅਰ ਆ ਰਹੇ ਆ, ਜਾਂ ਜਿਹੜੇ ਕਿੰਨੇ ਕਦੋਂ ਰੈਸਲਿੰਗ ਕਰਾਉਣ ਬੱਚਿਆਂ ਨੂੰ, ਜਿਹੜੇ ਆਮ ਪਬਲਿਕ ਵੀ ਸੁਣਦੀ ਹੈ ਇਹਦਾ? ਦੇਖੋ ਅੱਜ ਕੱਲ ਜਿਹੜੀ ਰੈਸਲਿੰਗ ਆ, ਪਹਿਲਾਂ ਹੁੰਦਾ ਸੀਗਾ ਵੀ 15 ਸਾਲ ਤੋਂ 16 ਸਾਲ ਤੋਂ ਸ਼ੁਰੂ ਕਰਕੇ ਤੇ ਫਿਰ ਗਾਂ 18 ਸਾਲ ਤੋਂ ਹੁੰਦੀ ਜੂਨੀਅਰ। ਹੁਣ ਤੇ 13 ਸਾਲ ਦੇ ਬੱਚੇ ਜਿਹੜੇ ਹੈਗੇ ਆ ਉਹ 13 ਸਾਲ ਦੀ ਨੈਸ਼ਨਲ ਵੀ ਹੋਣ ਲੱਗ ਪਈ, 15 ਸਾਲ ਦੀ ਨੈਸ਼ਨਲ ਹੋਣ ਲੱਗ ਪਈ ਆ, ਫਿਰ 17 ਸਾਲ ਦੀ ਹੁੰਦੀ ਆ। ਹੁਣ ਤੇ ਮਤਲਬ ਸਮਝ ਲਓ ਵੀ 10 ਸਾਲ ਦਾ ਬੱਚਾ, ਉਹ ਵੈਸੇ ਤੇ ਜਦੋਂ ਬੱਚਾ ਕਿਤੇ ਜੰਮਦਾ ਹੀ ਹੈ ਨਾ, ਤੇ ਉਦੋਂ ਹੀ ਜਦੋਂ ਥੋੜਾ ਬਾਅਦ ਹੋਣਾ ਤੇ ਭਲਵਾਨ ਜਿਹੜੇ ਭਲਵਾਨ ਆ ਨਾ ਉਹ ਬੱਚੇ ਨਾਲ ਉਦਾਂ ਹੀ ਆਪਣਾ ਕਰਦੇ ਆ, ਡਾ ਮਾਰ ਮਾਰਦੇ ਰਹਿੰਦੇ ਆ। ਤੇ ਦੂਸਰੀ ਗੱਲ ਹੈ ਵੀ ਜਦੋਂ 10 ਸਾਲ ਦਾ ਬੱਚਾ, ਪਹਿਲਾਂ ਤੇ 10 ਸਾਲ ਤੱਕ ਤੇ ਉਹਨੂੰ ਛੱਡ ਦੋ ਸੋਸ਼ਲ, ਵੈਸੇ ਵੀ ਜਿਹੜੀ ਗੇਮ ਕਰੇ, ਫੁੱਟਬਾਲ ਖੇਡੇ, ਜੋ ਉਹ ਇਦਾਂ ਹੋਦਾ ਉਹਦੀ ਬਾਡੀ ਇਦਾਂ ਦੀ ਹੋ ਜਾਏ ਵੀ ਥੋੜੀ ਜਿਹੀ ਸਹਿਣ ਜੋਗੀ ਹੋ ਜਾਏ, ਕੋਈ ਵੀ ਗੇਮ ਕਰ ਲੇ ਬਾਅਦ ਚ। ਤੇ ਬਾਕੀ ਜਦੋਂ 10 ਸਾਲ ਤੋਂ ਬਾਅਦ ਤੇ ਪ੍ਰੋਪਰ ਜਿਹੜੀ ਹੈਗੀ ਆ, ਜਿੱਦਾਂ ਕੋਈ ਵੀ ਅਕੈਡਮੀ ਆ ਜਾਂ ਕੁਛ ਹੈਗਾ ਉਹਦੇ ਵਿੱਚ ਉਹਨੂੰ ਨਾਲ ਲਿਜਾਓ, ਨਾ ਖੜੋ, ਤੇ ਬਾਕੀ ਉਹ ਤੋਂ ਬਾਅਦ ਸ਼ੁਰੂ ਕਰਨਾ ਚਾਹੀਦਾ। ਤੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੂੰਗਾ ਵੀ ਬਿਲਕੁਲ ਨਸ਼ਾ ਰਹਿਤ, ਸਟੀਰੋਇਡ ਰਹਿਤ ਜਿਹੜੀ ਹੈਗੀ ਆ ਉਹ ਗੇਮ ਕਰਨੀ ਚਾਹੀਦੀ ਆ। ਨੈਚੁਰਲ ਡਾਈਟ ਜਿਹੜੀ ਆ ਉਹ ਤੁਹਾਡੀ, ਜੇ ਮੈਂ ਅੱਜ ਤਾਂ ਅਜੇ ਵੀ ਕਰਦਾ, ਜਾਂ ਚਾਚਾ ਜੀ ਵੀ ਅਜੇ ਤੱਕ ਉਹ ਉਹਨਾਂ ਨੇ ਛੱਡਿਆ ਨਹੀਂ ਜਿਮ ਜਾਂ ਕਿਤੇ ਖਾੜਾ ਜਾਂਦੇ ਆ, ਜੇ ਉਹ ਅੱਜ ਤੱਕ ਕਰਦੇ ਆ ਤੇ ਉਹ ਨੈਚੁਰਲ ਡਾਈਟ ਕਰਕੇ ਕਰਦੇ ਆ। ਜੇ ਹੋ ਸਕਦਾ ਅਸੀਂ ਦੂਸਰੀਆਂ ਕੋਈ ਲੈਂਦੇ ਹੁੰਦੇ ਤੇ ਹੋ ਸਕਦਾ ਇਸ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ ਆ। ਤੇ ਇਹ ਚੀਜ਼ਾਂ ਜਿਹੜੀਆਂ ਨੈਚੁਰਲ ਡਾਈਟ ਹੈ ਨਾ, ਇਹ ਇੱਕ ਲੌਂਗ ਟਾਈਮ ਚੱਲਣ ਲਈ ਵਾਸਤੇ ਬਹੁਤ ਵਧੀਆ। ਤੇ ਜਿਹੜੇ ਸਾਰੇ ਬਾਕੀ ਅੱਜ ਕੱਲ ਜਿਹੜਾ ਸਿਸਟਮ ਚੇਂਜ ਹੋ ਚੁੱਕਿਆ ਵਾ ਨਾ, ਇਹ ਜ਼ਰੂਰੀ ਨਹੀਂ ਆਪਾਂ ਕੋਈ ਗੋਲੀ ਲੈ ਲਈ ਜਾਂ ਕੁਛ ਲੈ ਲਿਆ ਜਾਂ ਉਹਦੇ ਵਿੱਚ ਸਟੀਰੋਇਡ ਆ। ਜੇ ਹੁਣ ਡਾਕਟਰ ਤੋਂ ਪੁੱਛ ਕੇ ਜਾਂ ਉਹਦੀ ਸਲਾਹ ਲੈ ਕੇ ਵੀ ਅਸੀਂ ਕਿਹੜੀ ਚੀਜ਼, ਕਿਹੜੀ ਸਾਨੂੰ, ਕਿ ਅੱਜ ਕੱਲ ਦੀਆਂ ਸਬਜ਼ੀਆਂ ਜਾਂ ਕੋਈ ਚੀਜ਼ਾਂ ਜਾਂ ਦੁੱਧ ਜਾਂ ਉਹਨਾਂ ਦੇ ਵਿੱਚ ਵੈਸੇ ਹੀ ਅੱਜ ਇੰਡੀਆ ਦੇ ਵਿੱਚ ਇਦਾਂ ਦਾ ਜਾਲੀ ਆ ਰਿਹਾ ਵੀ ਉਹ ਮਿਲਦਾ ਨਹੀਂ ਆ, ਉਹ ਚੀਜ਼ਾਂ ਆਪਾਂ ਉਹ ਟੈਬਲੇਟਸ ਤੋਂ ਮਿਲ ਜਾਂਦੀਆਂ ਵਾ। ਜਿਹੜੀ ਆਪਾਂ ਜਿਹੜੀ ਤੁਸੀਂ ਕਹਿੰਦੇ ਹੁੰਦੇ ਵਿਟਾਮਿਨਸ ਆ, ਉਹ ਆਪਾਂ ਡਾਕਟਰ ਤੋਂ ਪੁੱਛ ਕੇ ਜਿਹੜੀ ਗਾਂ ਡੋਪ ਚ ਨਾ ਆਵੇ, ਉਹ ਚੀਜ਼ਾਂ ਆਪਾਂ ਲੈ ਸਕਦੇ ਆ, ਪਰ ਹੋਵੇ ਸਟੀਰੋਇਡ ਤੋਂ ਰਹਿਤ ਹੋਵੇ, ਉਹ ਨਾ ਹੋਵੇ ਬਸ ਉਹਦੇ ਵਿੱਚ। ਤੇ ਉਹ ਚੀਜ਼ਾਂ ਨੂੰ ਰਹਿਤ ਕਰਕੇ ਉਹ ਆਪਣੀ ਨੈਚੁਰਲ ਡਾਈਟ ਔਰ ਜਿਹੜੀ ਹੈਗੀ ਆਪਣੀ ਤਗੜੇ ਹੋ ਕੇ ਮਿਹਨਤ ਕਰੋ। ਬਾਕੀ ਜਿਹੜਾ ਕਹਿੰਦਾ ਸਭ ਤੋਂ ਵੱਡਾ ਲੱਕ ਆ, ਜੇ ਮਿਹਨਤ ਵੀ ਕੀਤੀ, ਖਾਧਾ ਪੀਤਾ ਵੀ ਸਾਰਾ ਕੁਛ ਹੈ, ਤੇ ਐਂਡ ਦੇ ਵਿੱਚ ਕਈ ਵਾਰ ਲੱਕ ਨਹੀਂ ਸਾਥ ਦਿੰਦਾ, ਤੇ ਜੇ ਉਹ ਦਵੇ ਤੇ ਪਰਮਾਤਮਾ ਬਾਕੀ ਹੈ। ਤੁਹਾਡਾ ਫਰਜ਼ ਬਣਦਾ ਹੈ ਤੁਸੀਂ ਆਪਣੀ ਪੂਰਾ 101% ਲਾਓ, ਬਾਕੀ ਅੱਗੇ ਕਿਸਮਤ ਤੇ ਛੱਡ ਦਿਓ। ਤੇ ਜੇ ਉਹ ਕਿਸਮਤ ਹੋਵੇ ਤਾਂ ਫਿਰ ਬੰਦਾ ਆਪੇ ਉੱਥੇ ਪਹੁੰਚ ਜਾਂਦਾ ਹੈ। ਕੀ ਬਾਤਾਂ। ਦੇਖੋ ਆਪਾਂ ਕਿੰਨੀਆਂ ਵਧੀਆ ਪਹਿਲਵਾਨ ਹੋਣਾ ਨਾਲ ਗੱਲਾਂ ਕੀਤੀਆਂ। ਇਦਾਂ ਦੇ ਪਹਿਲਵਾਨ ਤੁਹਾਨੂੰ ਅਸੀਂ ਕੰਟੀਨਿਊ ਸਾਡੇ ਨਾਲ ਜੁੜੇ ਰਿਹਾ ਕਰੋ। ਇਦਾਂ ਦੇ ਤੁਹਾਨੂੰ ਲਿਆ ਕੇ ਮੈਸੇਜ ਵਾਲੇ ਜਿਹੜੇ ਪਹਿਲਵਾਨ ਆ ਉਹ ਜ਼ਰੂਰ ਦਿਖਾ ਲਿਆ ਕਰਾਂਗੇ। ਨਵੇਂ ਨਿਆਣਿਆਂ ਨੂੰ ਹਜੇ ਸਿੱਖਣਾ ਚਾਹੀਦਾ। ਦੇਖੋ ਹਜੇ ਵੀ ਇਹ ਨੈਚੁਰਲ ਡਾਈਟ ਨਾਲ ਕੰਟੀਨਿਊ ਇਹ ਚੱਲ ਰਿਹਾ। ਇਹਨਾਂ ਦੇ ਚਾਚਾ ਜੀ ਆਪ ਵੀ ਇਹ ਵਰਲਡ ਜਿਹੜੇ ਓਲਡ ਵਾਲਿਆਂ 'ਚ ਹਜੇ ਤੇ ਵੀ ਭਲਵਾਨੀ ਕਰ ਰਹੇ ਆ। ਤਾਂ ਤੁਸੀਂ ਸਾਡੇ ਨਾਲ ਹਮੇਸ਼ਾ ਜੁੜ ਕੇ ਰਹੋ। ਤੁਹਾਨੂੰ ਇਦਾਂ ਦੇ ਅਸੀਂ ਪਹਿਲਵਾਨਾਂ ਦਾ ਦਰਸ਼ਨ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।